कर रहा हाँ ठीक है सैशन, क्योंकि ਜਿਹੜੇ नहीं आ सके कुछ ਮੈਨੂੰ ਰਿਕੁਐਸਟ ਆਈ ਸੀਗੀ। ਚਲੋ ਆਪਾਂ ਇਹਨੂੰ ਰਿਕਾਰਡ ਕਰਾਂਗੇ। 1 ਆਵਰ ਦਾ ਸੈਸ਼ਨ ਹੋਏਗਾ ਮੋਸਟਲੀ, ਠੀਕ ਹੈ ਮੈਕਸਿਮਮ। ਕੋਸ਼ਿਸ਼ ਕਰੀਏ ਕਿ ਜਿਹੜਾ ਆਪਣਾ ਕੁਐਸਚਨ ਆਨਸਰ ਹੋਣ, ਮੈਂ ਪੁੱਛਾਂਗਾ ਆਪ। ਜੇ ਅਸੀਂ ਜ਼ਿਆਦਾ ਹਰ ਕਿਸੇ ਦੇ ਕੁਐਸਚਨ ਇਨ ਦਾ ਮਿਡਲ ਲੈਣ ਲੱਗ ਗਏ। ਸਭ ਨੂੰ ਮੇਰੀ ਆਵਾਜ਼ ਆ ਰਹੀ ਹੈ? ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ? हाँ जी ਓਕੇ हाँ जी भाजी ਭਾਈ ਆ ਰਹੀ ਹੈ ਜੀ। ਹਾਂਜੀ ਭਾਜੀ ਲਾਊਡ ਐਂਡ ਕਲੀਅਰ। ਇੱਥੇ ਨੈਟ ਦੀ ਹਾਂਜੀ, ਪ੍ਰੋਬਲਮ ਹਾਂਜੀ ਹੈਗੀ ਹੈ। ਇੱਥੇ ਜਿਹੜਾ ਹੈਗਾ ਉਹ ਆਪਟੀਕਲ ਫਾਈਬਰ ਲਾਈ ਹੋਈ ਹੈ, ਬਟ ਉਹਦਾ ਵੀ ਤੁਹਾਨੂੰ ਪਤਾ ਹੀ ਹੈ BSNL ਦਾ ਕੀ ਹਾਲ ਹੈ ਇੰਡੀਆ 'ਚ। ਸੋ ਜਸਟ ਲੈਟ ਮੀ ਨੋ ਜੇ ਕੋਈ ਪ੍ਰੋਬਲਮ ਆਏ, ਤੁਹਾਨੂੰ ਮੇਰੀ ਆਵਾਜ਼ ਨਾ ਸੁਣੇ, ਫਿਰ ਮੈਂ ਹੋਰ ਦੂਜੇ ਨੈਟ ਨੂੰ ਸਵਿਚ ਕਰ ਲਾਂਗਾ, ਠੀਕ ਹੈ। ਸੋ 1 ਘੰਟੇ ਦਾ ਸੈਸ਼ਨ ਹੋਏਗਾ, ਰਿਕਾਰਡਿੰਗ ਆਪਾਂ ਕਰ ਰਹੇ ਹਾਂ ਇਸ ਵੇਲੇ, ਠੀਕ ਹੈ, ਤਾਂ ਕਿ ਜਿਹੜੇ ਨਹੀਂ ਆਏ ਉਹਨਾਂ ਨੂੰ ਇਹਦੀ ਅਵੇਲੇਬਿਲਿਟੀ ਹੋਵੇ। ਬਹੁਤ ਇੰਪੋਰਟੈਂਟ ਟੌਪਿਕ ਹੈਗਾ ਕਿ ਗੋਲਸ ਕੀ ਸਾਨੂੰ ਕਿਉਂ ਚਾਹੀਦੇ ਨੇ, ਸਾਡੇ ਗੋਲ ਰੀਅਲਿਸਟਿਕ ਕਿਉਂ ਹੋਣੇ ਚਾਹੀਦੇ, ਸਾਡੇ ਜਿਹੜੇ ਗੋਲਸ ਨੇ ਜਿਹਨੂੰ ਅਸੀਂ ਓਬਜੈਕਟਿਵ ਵੀ ਕਹਿ ਸਕਦੇ ਹਾਂ, ਉਹ ਸਮਾਰਟ ਕਿਉਂ ਹੋਣੇ ਚਾਹੀਦੇ। ਸਮਾਰਟ ਮੀਨਸ ਕਿ ਐਬਰੀਵੇਸ਼ਨਸ ਯੂਜ਼ ਕਰਦੇ ਆਪਾਂ, ਸਮਾਰਟ SMART, ਠੀਕ ਹੈ। ਇੱਕ ਲਫ਼ਜ਼ ਦਾ ਮਤਲਬ ਹੈ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ, ਪਤਾ ਹੀ ਹੋਏਗਾ ਹੋਪਫੁਲੀ। ਬਿਜ਼ਨਸ ਸਟੂਡੈਂਟਸ ਨੂੰ ਪਤਾ ਇਹਦਾ ਕਿ ਸਮਾਰਟ ਓਬਜੈਕਟਿਵ ਕੀ ਹੁੰਦੇ ਨੇ ਮੋਸਟਲੀ। ਮੇਰੇ ਖਿਆਲ 'ਚ ਤਾਂ ਪਰਸਨਲ ਲਾਈਫ ਦੇ ਵਿੱਚ ਵੀ ਇਹ ਚਾਹੀਦੇ ਨੇ ਕਿ ਅਸੀਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਬਾਰੇ ਦੱਸੀਏ ਛੋਟੀ ਉਮਰ 'ਚ, ਕਿ ਤੁਹਾਡੇ ਓਬਜੈਕਟਿਵ ਹੋਣੇ ਚਾਹੀਦੇ ਲਾਈਫ ਦੇ ਵਿੱਚ। ਸਮਾਰਟ ਹੋਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹ ਤੁਹਾਨੂੰ ਇੱਕ ਫਰੇਮਵਰਕ ਦੇ ਦਿੰਦੇ ਆ ਕਿ ਤੁਹਾਡੀ ਆਹ ਰਿਕੁਆਇਰਮੈਂਟ ਹੈਗੀ ਹੈ, ਤੁਹਾਡੇ ਜ਼ਿੰਦਗੀ ਦਾ ਟਾਰਗੇਟ ਗੋਲ ਇਹ ਹੋਣਾ ਚਾਹੀਦਾ। ਹੁਣ ਜੇ ਸਵਾਲ ਕਰੀਏ ਕਿ ਓਬਜੈਕਟਿਵ ਗੋਲ ਕਿਉਂ ਸੈੱਟ ਕਰਨੇ ਚਾਹੀਦੇ ਅਤੇ ਗੋਲ ਕਿਉਂ ਹੋਣੇ ਚਾਹੀਦੇ। ਪੂਰੀ ਦੁਨੀਆ ਜਿਹੜੀ ਟਰਾਂਸਫੋਰਮੇਸ਼ਨ ਹੋਈ ਹੈ ਪਿਛਲੇ 150 ਸਾਲ ਦੇ ਵਿੱਚ, ਉਸ ਤੋਂ ਪਹਿਲਾਂ ਅਸੀਂ ਪੱਥਰ ਯੁੱਗ 'ਚ ਰਹਿੰਦੇ ਸੀਗੇ, ਕੋਈ ਖਾਸ ਸਾਇੰਟੀਫਿਕ ਡਿਵੈਲਪਮੈਂਟ ਨਹੀਂ ਸੀ, ਠੀਕ ਹੈ ਜੀ। ਸੋ ਜਦੋਂ ਸਾਇੰਸ ਨੇ ਓਵਰਟੇਕ ਕੀਤਾ, ਸੋ ਅੱਜ ਅਸੀਂ ਆਨਲਾਈਨ ਮਿਲ ਰਹੇ ਹਾਂ। ਇਹ ਸਾਰੀ ਡਿਵੈਲਪਮੈਂਟਸ, ਕਿੰਨੀ ਇਨਵੈਂਸ਼ਨਸ, ਕਿੰਨੇ ਮਾਈਲਸਟੋਨਸ ਅਚੀਵ ਕੀਤੇ ਨੇ ਹਰ ਫੀਲਡ ਦੇ ਵਿੱਚ, ਮੈਡੀਕਲ ਸਾਇੰਸ ਦੇ ਵਿੱਚ, ਠੀਕ ਹੈ, ਐਰੋਨੋਟੀਕਲਸ, ਉਹਦੇ ਬਾਅਦ ਤੁਸੀਂ ਇੰਜੀਨੀਅਰਿੰਗ ਦੇ ਵਿੱਚ, ਹੈ ਨਾ। ਸੋ ਕੋਈ ਵੀ ਫੀਲਡ ਦੇਖ ਲਓ। So there is awesome improvements, awesome achievements, awesome inventions everywhere, okay। ਕਿਉਂਕਿ ਜੇ ਹੁਣ ਮੈਂ ਗੱਲ ਕਰਾਂ, ਜਿਹੜੇ ਅੱਜ ਤੁਹਾਡੇ ਆਸ ਪੜੋਸ ਡਾਕਟਰ ਨੇ, ਕੋਈ ਬਿਜ਼ਨਸ, ਬਹੁਤ ਬੜੇ ਬਿਜ਼ਨਸ ਪ੍ਰੋਫੈਸ਼ਨਲਸ ਨੇ, ਕੋਈ ਚਾਰਟਰਡ ਅਕਾਊਂਟੈਂਟ ਨੇ, ਬਹੁਤ ਵੱਡੇ ਐਡਵੋਕੇਟ ਨੇ, ਹੈ ਨਾ, ਕੋਈ ਸਾਇੰਟਿਸਟ ਹੈ, ਕੋਈ ਲਿਟਰੇਚਰ ਮਤਲਬ ਕੋਈ ਪ੍ਰੋਫੈਸਰ ਹੈਗਾ ਨਾ, ਕਿਸੇ ਨੇ ਕੋਈ ਵੱਡੀ ਜ਼ਿੰਦਗੀ 'ਚ ਬਹੁਤ ਵੱਡਾ ਹਾਸਲ ਕੀਤਾ ਹੋਇਆ ਹੈ। ਸੋ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਕੋਈ ਓਬਜੈਕਟਿਵ ਨਹੀਂ ਸੀ, ਬਸ ਐਵੇਂ ਹੀ ਉਹ ਅੰਨੇ ਰਸਤੇ ਚਲੀ ਗਏ ਵੀ ਚਲੋ ਦੇਖੀ ਜਾਏਗਾ, ਨੈਕਸਟ। ਉਹਨਾਂ ਨੂੰ ਕੋਈ ਵੀ ਅਚੀਵਮੈਂਟ ਹੋਪਫੁਲੀ ਅਚਾਨਕ ਨਹੀਂ ਮਿਲੀ। ਉਹਨਾਂ ਦੇ ਓਬਜੈਕਟਿਵ ਸੀਗੇ, ਉਹਨਾਂ ਨੇ ਆਪਣੇ ਓਬਜੈਕਟਿਵ ਬਿਗਨਿੰਗ ਦੇ ਵਿੱਚ ਸੈੱਟ ਕੀਤੇ ਸੀ, ਉਹਨਾਂ ਦਾ ਇੰਟਰਸਟ ਉਹਨਾਂ ਨਾਲ ਦੇਖ ਕੇ, ਠੀਕ ਹੈ। ਸੋ ਉਹਨਾਂ ਨੇ ਇਹ ਚੀਜ਼ਾਂ ਸਲੋ ਐਂਡ ਸਟੱਡੀ ਜਿਹੜੀਆਂ ਹੈਗੀਆਂ ਸਟੈਬਲਿਸ਼ ਕੀਤੀਆਂ। ਸਮਾਰਟ ਓਬਜੈਕਟਿਵ ਅੱਜ ਅਸੀਂ ਡਿਫਾਈਨ ਕੀਤੇ ਹੈ, ਠੀਕ ਹੈ, ਇਸ ਸਦੀ 'ਚ ਆ ਕੇ ਕਿ ਸਮਾਰਟ ਹੋਣੇ ਚਾਹੀਦੇ। ਉਸ ਤੋਂ ਪਹਿਲਾਂ ਵੀ ਨੈਚੁਰਲੀ ਜਿਹੜੇ ਹੈਗੇ ਸਮਾਰਟ ਹੀ ਸੀਗੇ, ਠੀਕ ਹੈ। ਸੋ ਉਹਦੀ ਕੀ ਰਿਕੁਆਇਰਮੈਂਟ ਹੈ, ਖਾਸ ਕਰ ਟ੍ਰੇਡਿੰਗ ਦੇ ਦੌਰਾਨ ਮੈਂ ਦੇਖਿਆ ਕਿ ਜਿਹੜੇ ਬਹੁਤ ਸਾਡੇ ਟ੍ਰੇਡਰ ਨੇ, ਠੀਕ ਹੈ, ਮੈਂ ਆਪਣੇ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਅਸੀਂ ਤਾਂ ਵੈਸੇ ਹੀ ਬਹੁਤ ਘੱਟ ਹੈ, ਓਵਰਆਲ ਵਰਲਡ ਦੇ ਵਿੱਚ ਜਿਹੜੇ ਟ੍ਰੇਡਰ ਦੇਖੇ ਨੇ ਮੈਂ, 95% ਟ੍ਰੇਡਰਸ ਨੂੰ ਆਪਣੇ ਗੋਲਸ ਹੀ ਨਹੀਂ ਪਤਾ। ਉਹ ਵੰਡਰਿੰਗ ਹੇਅਰ ਐਂਡ ਦੇਅਰ ਫॉर ਨਥਿੰਗ। ਦੇ ਡੋਂਟ ਨੋ ਉਹਨਾਂ ਦਾ ਓਬਜੈਕਟਿਵ ਕੀ ਹੈ, ਉਹ ਕਰਨਾ ਕੀ ਚਾਹੁੰਦੇ ਨੇ, ਕੀ ਉਹ ਟਾਈਮ ਬਾਊਂਡ ਹੈਗਾ ਹੈ, ਠੀਕ ਹੈ। ਸੋ ਕਿਆ ਉਹ ਰੀਅਲਿਸਟਿਕ ਹੈਗਾ ਓਬਜੈਕਟਿਵ। ਇਹ ਨਹੀਂ ਜੀ ਮੈਂ ਸੋਚ ਲਿਆ ਜੀ ਮੈਂ ਜੀ $10 ਲੱਖ ਕਮਾਣੇ ਹੈ ਆਉਣ ਵਾਲੇ 10 ਮਹੀਨੇ 'ਚ, ਓਕੇ। ਸੋ ਪਿਛਲੀ ਕੀ ਪਰਫੋਰਮੈਂਸ ਹੈ, ਕਮਾ ਸਕਦਾ ਹਾਂ ਮੈਂ ਜੇ ਮੇਰੀ ਪਾਸਟ ਪਰਫੋਰਮੈਂਸ ਨੀਅਰ ਬਾਈ ਹੈਗੀ ਹੈ, ਓਕੇ। ਸੋ ਜੇ ਸਿਰਫ ਮੈਂ ਟਾਰਗੇਟ ਰੱਖ ਲਿਆ ਕਿ ਮੈਂ $10 ਲੱਖ ਜਾਂ $1 ਮਿਲੀਅਨ ਕਮਾਉਣਾ ਹੈ ਆਉਣ ਵਾਲੇ 10 ਮਹੀਨੇ 'ਚ, ਸੋ ਬਟ ਮੇਰੀ ਪਾਸ ਪਰਫੋਰਮੈਂਸ ਅਗਰ ਮੈਂ 10,000 ਵੀ ਨਹੀਂ ਕਮਾਏ, ਤੁਹਾਨੂੰ ਲੱਗਦਾ ਇਹ ਓਬਜੈਕਟਿਵ ਰੀਅਲਿਸਟਿਕ ਹੈਗਾ? ਹੁਣ ਤੁਸੀਂ ਮੈਨੂੰ ਜਵਾਬ ਦਿਓ ਸਾਰੇ, ਕੀ ਇਹ ਹੋ ਸਕਦਾ ਹੈ ਕਿ ਪਹਿਲਾਂ $10,000 ਨਾ ਕਮਾਏ ਹੋਣ ਅਤੇ ਹੁਣ ਮੈਂ 10 ਲੱਖ ਦਾ ਟਾਰਗੇਟ ਰੱਖ ਰਿਹਾ ਅੱਗੇ ਫਿਊਚਰ 'ਚ ਕਿ ਮੈਂ 10 ਲੱਖ ਡਾਲਰ ਕਮਾਣੇ 10 ਮਹੀਨੇ 'ਚ, ਠੀਕ ਹੈ। ਤੁਹਾਨੂੰ ਅਮਾਊਂਟ ਵੀ ਪਤਾ ਹੈ, ਤੁਹਾਨੂੰ ਟਾਈਮ ਵੀ ਪਤਾ ਹੈ, ਬਟ ਕਿਆ ਇਹ ਰੀਅਲਿਸਟਿਕ ਹੈ ਇਹ ਚੀਜ਼? ਐਨੀਬਡੀ ਜਵਾਬ ਦਿਓ ਕਿ ਕਿਆ ਇਹ ਪੋਸੀਬਲ ਹੈ? Absolutely not. Absolutely not. Why? Because this is not realistic. ਨਹੀਂ ਵੀਰ ਜੀ, ਬਸ ਇਹ ਖਿਆਲ ਆਇਆ ਸੀ, ਜ਼ੀਰੋਆਂ ਜੋੜਤੀਆਂ ਨਾ।
ਅਸੀਂ 10,000 ਦੇ ਕਾਬਿਲ ਵੀ ਨਹੀਂ ਹੈ ਜੋ ਪਾਸਟ ਪਰਫਾਰਮੈਂਸ ਦੇਖੀ ਜਾਏ, ਠੀਕ ਹੈ। ਮੈਂ ਆਪਣੀ ਜਾਂ ਤੁਹਾਡੀ ਗੱਲ ਨਹੀਂ ਕਰਦਾ, ਜਸਟ ਐਗਜ਼ਾਮਪਲ ਦੇ ਰਿਹਾ। ਸੋ ਆਬਜੈਕਟਿਵ ਦਾ ਸਮਾਰਟ ਹੋਣਾ ਬਹੁਤ ਜ਼ਰੂਰੀ ਹੈ। ਆਬਜੈਕਟਿਵ ਜਿੰਨੀ ਜਲਦੀ ਸੈੱਟ ਕਰੋਗੇ ਉਨਾ ਜ਼ਿਆਦਾ ਸਾਡਾ ਸਮਾਂ ਟ੍ਰੇਡਿੰਗ ਲਈ ਹੋਏਗਾ, ਸਾਡਾ ਸਮਾਂ ਵੇਸਟ ਨਹੀਂ ਹੋਏਗਾ, ਅਸੀਂ ਐਕਸਪੈਰੀਮੈਂਟ ਨਹੀਂ ਕਰਾਂਗੇ ਆਪਣੀ ਟ੍ਰੇਡਿੰਗ ਦੇ ਨਾਲ। ਅੱਜ ਆਪਾਂ ਅਗਰ ਟ੍ਰੇਡਿੰਗ ਦੀ ਗੱਲ ਕਰਦੇ ਹਾਂ, ਟ੍ਰੇਡਿੰਗ ਦੇ ਨਾਲ ਨਾਲ ਅਗਰ ਤੁਸੀਂ ਆਬਜੈਕਟਿਵ ਸੈੱਟ ਕਰਦੇ ਹੋ, ਤੁਹਾਡੀ ਲਾਈਫ ਦਾ ਹਰ ਇੱਕ ਐਸਪੈਕਟ ਚੇਂਜ ਹੁੰਦਾ ਜਾਏਗਾ, ਇੰਪਰੂਵ ਹੁੰਦਾ ਜਾਏਗਾ। ਕਿਉਂ? ਤੁਸੀਂ ਆਬਜੈਕਟਿਵ ਸੈੱਟ ਕਰਨੇ ਸਿੱਖ ਲਏ ਹੈ ਨਾ। ਸਿੰਪਲ ਐਗਜ਼ਾਮਪਲ ਮੈਂ ਪਹਿਲਾਂ ਵੀ ਕਈ ਵਾਰ ਦੇ ਚੁੱਕਿਆ, ਬੜੀ ਕਾਮਨ ਜਿਹੀ ਐਗਜ਼ਾਮਪਲ ਹੈ। ਘਰ ਤੋਂ ਤਿਆਰ ਹੋਏ ਹੈ ਨਾ, ਨਿਕਲੇ, ਘਰ ਕਹਿ ਕੇ ਕਿ ਮੈਂ ਜਾ ਰਿਹਾ, ਘਰ ਵਾਲੇ ਪੁੱਛਦੇ ਨਾ ਕਿੱਥੇ ਜਾ ਰਿਹਾ ਬਈ, ਸਾਰਿਆਂ ਨੂੰ ਪੁੱਛਦੇ ਹੋਣੇ ਹੈ ਨਾ, ਭਾਈ ਕਿੱਥੇ ਜਾ ਰਿਹਾ। ਕੋਈ ਵੈਸੇ ਵੀ ਨਿਕਲੇ ਤਾਂ ਮਾਂ ਪਿਓ ਵੱਡੇ ਰੋਕ ਲੈਂਦੇ, ਭਾਈ ਦੱਸ ਕਿੱਥੇ ਜਾ ਰਿਹਾ ਬਾਈ, ਠੀਕ ਹੈ, ਕੁੜੀਏ ਕਿੱਥੇ ਜਾ ਰਹੀ, ਰੁਕਦੇ ਆ ਨਾ। ਇੱਕ ਨੈਚੁਰਲ ਇੰਸਟਿੰਕਟ ਹੈਗੀ ਹੈ ਸਾਡੀ, ਇਨਫੋਰਮੇਸ਼ਨ ਅਸੀਂ ਲੈਂਦੇ ਹੈ। ਸੋ ਸਾਨੂੰ ਵੀ ਪਤਾ ਅਸੀਂ ਕਿੱਥੇ ਜਾ ਰਹੇ ਹਾਂ, ਬਟ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਦੱਸਿਆ ਕਿ ਹਾਂਜੀ ਮੈਂ ਅੱਜ ਬਾਜ਼ਾਰ ਜਾ ਰਿਹਾ, ਕਾਲਜ ਜਾ ਰਿਹਾ, ਕਿਸੇ ਯੂਨੀਵਰਸਿਟੀ ਜਾ ਰਿਹਾ, ਕਿਤੇ ਵੀ ਕੋਈ ਡੈਸਟੀਨੇਸ਼ਨ ਹੈਗਾ, ਫਰੈਂਡਸ ਨਾਲ ਜਾ ਰਿਹਾ ਹੈ ਨਾ। ਓਕੇ, ਸੋ ਸਾਡਾ ਆਬਜੈਕਟਿਵ ਹੈ, ਅਸੀਂ ਘਰੋਂ ਤਿਆਰ ਹੋਏ, ਅਸੀਂ ਨਿਕਲੇ, ਸਾਨੂੰ ਪਤਾ ਅਸੀਂ ਕਿੱਥੇ ਜਾਣਾ ਹੈ। ਇੰਝ ਵੀ ਕਦੀ ਹੋਇਆ ਕਿ ਅਸੀਂ ਬਸ ਐਵੇਂ ਹੀ ਬੇਕਾਰੀ ਦੇ ਮਾਰੇ ਸਵੇਰੇ ਉੱਠ ਕੇ ਤਿਆਰ ਹੋ ਕੇ ਬਹਿ ਗਏ ਅਤੇ ਪਤਾ ਹੀ ਨਹੀਂ ਕਿੱਥੇ ਜਾਣਾ ਹੈ, ਬੱਸ ਅੱਡੇ 'ਤੇ ਖੜ੍ਹ ਗਏ, ਬਸ ਜਿਹੜੀ ਬੱਸ ਆ ਗਈ ਪਹਿਲੀ ਟੋਸ ਕਰਾਂਗੇ, ਉਹਨੂੰ ਫੜ ਲਾਂਗੇ, ਉਤਰਨਾ ਕਿੱਥੇ ਉਹ ਨਹੀਂ ਪਤਾ ਹੈ ਨਾ, ਬਸ ਜਾਈ ਜਾ ਰਹੇ ਹਾਂ। ਸੋ ਦੋਨੋਂ ਆਪਸ਼ਨ ਵਿੱਚ ਤੋਂ ਸਟੂਪਿਡ ਆਪਸ਼ਨ ਕਿਹੜੀ ਹੈ? ਤੇ ਪਤਾ ਹੋਣਾ ਕਿੱਥੇ ਜਾ ਰਹੇ ਆ ਜਾਂ ਪਤਾ ਨਾ ਹੋਣਾ ਕਿੱਥੇ ਜਾ ਰਹੇ? ਐਨੀਬਡੀ? ਸਭ ਨੂੰ ਪਤਾ, ਮੈਂ ਵੈਸੇ ਇੱਕ ਮੋਮੈਂਟਮ ਬਣਾਉਣ ਲਈ ਪੁੱਛ ਰਿਹਾ। ਕੀ ਸਾਨੂੰ ਪਤਾ ਹੈ ਅਸੀਂ ਟ੍ਰੇਡਿੰਗ ਕਿਉਂ ਕਰ ਰਹੇ ਹਾਂ? ਸਾਡਾ ਟ੍ਰੇਡਿੰਗ ਪਲਾਨ ਕੀ ਹੈ? ਸਾਡਾ ਟਾਰਗੇਟ ਕੀ ਹੈ? ਜੇ ਸਾਡਾ ਕੋਈ ਆਬਜੈਕਟਿਵ ਹੈਗਾ, ਸਾਡਾ ਕੋਈ ਗੋਲ ਹੈਗਾ ਟ੍ਰੇਡਿੰਗ 'ਚ, ਕੀ ਉਹ SMART ਦੀ ਰਿਕੁਆਇਰਮੈਂਟ ਨੂੰ ਫੋਲੋ ਕਰ ਰਿਹਾ? ਜੇ ਨਹੀਂ ਤਾਂ ਉਹਨੂੰ ਸੈੱਟ ਕਰੋ, ਕਿਉਂਕਿ ਇਹਦੀ ਕੋਈ ਫੀਸ ਨਹੀਂ ਹੈਗੀ, ਠੀਕ ਹੈ। ਸਾਡੀ ਟੀਮ ਦੇ ਸੀਨੀਅਰ ਮੈਂਬਰ, ਤੁਸੀਂ ਆਪਣੇ ਆਬਜੈਕਟਿਵ, ਟਾਰਗੇਟਸ, ਕੈਪੀਟਲਸ, ਆਪਣੀ ਸਕਿੱਲਸ, ਆਪਣੀ ਜਰਨਲ ਸਾਨੂੰ ਸ਼ੋਅ ਕਰੋ, ਮੈਂ ਤੁਹਾਨੂੰ ਦੇਖ ਕੇ ਦੱਸ ਦਾਂਗਾ ਵੀ ਤੁਸੀਂ ਕਿੱਥੇ ਪੁੱਜ ਸਕਦੇ ਹੋ, ਠੀਕ ਹੈ। ਆਪਾਂ ਐਜ਼ ਅ ਟੀਮ ਵੀ ਆਬਜੈਕਟਿਵ, ਇੰਡੀਵਿਜੂਅਲ ਆਬਜੈਕਟਿਵ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਸੈੱਟ ਕਰ ਸਕਦੇ ਹਾਂ। ਟੀਮ ਦੇ ਆਬਜੈਕਟਿਵ ਹੈ ਸਿਕਨੋਮਿਕਸ ਜਿਹੜੀ ਹੈਗੀ ਆ ਐਜ਼ ਅ ਬ੍ਰੋਕਰੇਜ ਫਰਮ ਹੋਏਗੀ 2024 ਦੇ ਵਿੱਚ, ਓਕੇ। ਸਿਕਨੋਮਿਕਸ ਦਾ ਆਫਲਾਈਨ ਸੈਂਟਰ ਹੋਏਗਾ 2024 ਦੇ ਵਿੱਚ, ਓਕੇ। ਇਹ ਆਬਜੈਕਟਿਵ ਸਾਡਾ ਹੈਗਾ। ਟੀਮ ਅਚੀਵ ਕਰੇ ਚੰਗੀ ਗੱਲ, ਟੀਮ ਨਾਲ ਹੋਏਗੀ ਮੈਨੂੰ ਪਤਾ, ਆਈ ਹੋਪ ਸੋ, ਪਰ ਸਾਡਾ ਵੀ ਆਬਜੈਕਟਿਵ ਹੈ। ਸੋ ਇਕੱਲੇ ਦਾ ਵੀ ਆਪਣਾ ਇੱਕ ਆਬਜੈਕਟਿਵ ਹੋਣਾ ਚਾਹੀਦਾ, ਖਾਸ ਕਰ ਟ੍ਰੇਡਿੰਗ ਦੇ ਰਿਲੇਟਿਡ। ਆਬਜੈਕਟਿਵ ਨਾ ਹੋਣਾ ਟ੍ਰੇਡਿੰਗ 'ਚ ਕਿੰਝ ਹੁੰਦਾ? ਬੋਸ ਨਾਲ ਆਫਿਸ 'ਚ ਲੜਾਈ ਹੋ ਗਈ, ਬਹੁਤ ਗਾਲਾਂ ਕੱਢੀਆਂ ਬੋਸ ਨੂੰ ਦਿਲ 'ਚ ਨਾ, ਵੀ ਅੱਜ ਕੱਲ੍ਹ ਤੋਂ ਬਾਅਦ ਆਉਣਾ ਨਹੀਂ, ਬਸ ਤੈਨੂੰ ਮਹੀਨੇ ਦਾ ਰਿਜ਼ਾਈਨ ਦੇਣਾ, ਮੁੜ ਕੇ ਤੇਰੀ ਫੋਟੋ ਵੀ ਫੋਨ 'ਚ, ਤੇਰਾ ਨੰਬਰ ਵੀ ਡਿਲੀਟ ਕਰ ਦੇਣਾ। ਇੱਦਾਂ ਹੁੰਦਾ ਨਾ, ਤੂੰ ਖੂਹ ਖਾਤੇ ਜਾ, ਹੈ ਨਾ। ਆਪਣੇ ਬੋਸ ਨੂੰ ਕਹਿਣਾ ਵੀ ਨਹੀਂ ਬਹੁਤ ਤੰਗ ਹੈ, ਸਟ੍ਰੈਸ ਬਹੁਤ ਜ਼ਿਆਦਾ ਹੈ ਜੋਬ ਦੇ ਵਿੱਚ, ਓਕੇ। ਫਿਰ ਠੀਕ ਹੈ ਜੀ, ਫਿਰ ਕੁਛ ਦਿਨ ਚਾਰਟ ਦੇਖਣੇ ਸ਼ੁਰੂ ਕੀਤੇ, ਕਿਉਂਕਿ ਇਹ ਸੀਗਾ ਉਦੋਂ ਵੀ ਸਾਡੇ ਪਾਸ ਸੀ ਟ੍ਰੇਡਿੰਗ 'ਚ ਬਹੁਤ ਕੁਛ ਹੋ ਜਾਂਦਾ ਜੀ। ਰਾਜਾ ਬੈਂਕ ਨੇ ਇੰਨੇ, ਡੈਨੀ ਨੇ ਇੰਨੇ, ਹਰਿੰਦਰ ਭਾਜੀ ਨੇ, ਡਾਕਟਰ ਕੁਲਵੀਰ ਨੇ ਇੰਨੇ ਕਰ ਲਏ, ਬਲਦੇਵ ਸਿੰਘ ਨੇ ਇੰਨੇ ਕਰ ਲਏ, ਹੈ ਨਾ। ਮੈਂ ਵੀ ਕਰ ਲਾਂਗਾ, ਕਿਉਂਕਿ ਟੀਮ ਦੀ ਸੈਂਸ ਆਫ ਸਿਕਿਉਰਿਟੀ ਦੀ ਬਾਈ ਡਿਫਾਲਟ ਹੈਗੀ ਹੈ ਸਾਡੇ ਕੋਲ, ਠੀਕ ਹੈ। ਇਹਨੂੰ ਨਹੀਂ ਪਤਾ ਲੱਗ ਰਿਹਾ ਪੰਜਾਬੀ 'ਚ, ਕਿਤੇ ਵੀ ਕਿਸੇ ਵੀ ਲੈਂਗੁਏਜ ਸਾਨੂੰ ਤੁਸੀਂ ਡਿਸਕੋਰਡ 'ਚ ਪੁੱਛੋ, ਉੱਥੇ ਹੈਲਪ ਮਿਲਦੀ ਹੈ, ਰਾਈਟ। ਸੋ ਲੇਕਿਨ ਹੋਇਆ ਕੀ, ਪ੍ਰੋਪਰ ਆਬਜੈਕਟਿਵ ਨਹੀਂ ਹੈਗੇ, ਸੈੱਟ ਨਹੀਂ ਹੈ, ਟਾਈਮ ਸਪੈਸੀਫਿਕ ਨਹੀਂ, ਕੁਛ ਵੀ ਨਹੀਂ ਹੈ, ਬਸ ਬੋਸ ਨਾਲ ਲੜ ਲਏ, ਲੜਾਈ ਹੋ ਗਈ, ਟ੍ਰੇਡਿੰਗ ਵੱਲ ਆ ਗਏ, ਟ੍ਰੇਡਿੰਗ 'ਚ 4 ਸਟਾਪ ਲੋਸ ਹਿੱਟ ਹੋਏ, ਕਿਉਂਕਿ ਆਬਜੈਕਟਿਵ ਨਹੀਂ ਹੈ, ਪਲਾਨ ਨਹੀਂ ਹੈ, ਬਲੂ ਪ੍ਰਿੰਟ ਨਹੀਂ ਹੈ ਸਾਡੇ ਕੋਲ ਟ੍ਰੇਡਿੰਗ ਦਾ। ਚਲੀ ਜਾ ਰਹੇ ਹਾਂ ਜਿਵੇਂ ਘਰ ਤੋਂ ਤਿਆਰ ਹੋ ਕੇ ਨਿਕਲ ਗਏ, ਕਿੱਥੇ ਜਾਣਾ, ਕਿਵੇਂ ਜਾਣਾ, ਕੋਈ ਪਤਾ ਨਹੀਂ, ਠੀਕ ਹੈ। ਸੋ ਦਿਸ ਇਜ਼ ਏ ਕਨਫਿਊਜ਼ਨ ਦੀ ਸਟੇਜ ਹੁੰਦੀ ਹੈ, ਇਹ ਹਰ ਕਿਸੇ ਦੇ ਲਾਈਫ 'ਚ ਆਉਂਦੀ ਹੈ, ਬਟ ਪ੍ਰੋਫੈਸ਼ਨਲੀ ਵਾਇਆ ਬਿਜ਼ਨਸ ਇਹਨੂੰ ਲੈ ਕੇ ਚੱਲਣਾ ਬਹੁਤ ਡੇਂਜਰਸ ਹੁੰਦਾ ਹੈ, ਠੀਕ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਕਨਫਿਊਜ਼ਨ ਇਜ਼ ਦਾ ਬਿਗੇਸਟ ਐਨਮੀ ਆਫ ਸਕਸੈਸ। ਅਸੀਂ ਕਿੰਨੀ ਐਫਰਟ ਇੱਕ ਉਸ ਚੀਜ਼ ਪਿੱਛੇ ਲਾ ਛੱਡੀ ਜਿਹਦੇ ਸਾਨੂੰ ਕੋਈ ਇੰਟਰਸਟ ਨਹੀਂ ਸੀ, ਸਾਡਾ ਡਿਜ਼ਾਇਰ ਨਹੀਂ ਸੀ ਕਿ ਅਸੀਂ ਇਹਨੂੰ ਕੰਪਲੀਟ ਕਰਨਾ ਨਹੀਂ ਕਰਨਾ, ਹੈ ਨਾ। ਮੇਰੀ ਲਾਈਫ ਦੇਖ ਲਓ, ਇੰਟੈਲੀਜੈਂਟ ਸੀ 10ਵੀਂ ਤੱਕ, ਠੀਕ ਹੈ। 11ਵੀਂ 'ਚ ਇੰਟਰਸਟ ਨਹੀਂ ਸੀ ਮੇਰਾ ਮੈਥਸ, ਬਾਇਓਲੋਜੀ 'ਚ ਇੰਟਰਸਟ ਸੀਗਾ, ਮੈਥ 'ਚ ਫੇਲ ਹੋਇਆ, ਕਾਮਰਸ ਰੱਖੀ, ਚਲੋ ਕਾਮਰਸ ਕਰਦੇ PhD ਹੋ ਗਈ, ਬਟ ਜੋ ਜੋਬ ਕੀਤੀ ਉਹ ਕਿਸੇ ਫੀਲਡ ਦੇ ਰਿਲੇਟਿਡ ਨਹੀਂ ਹੈ, ਉਹ ਸੀਗੀ ਸੇਫਟੀ ਕੰਪਲਾਇੰਸਿਸ ਦੀ, ਠੀਕ ਹੈ। ਫਾਈਨਲੀ ਅਸੀਂ ਐਂਡ ਅਪ ਫੋਰੈਕਸ 'ਚ ਆ ਕੇ ਹੋਏ, ਠੀਕ ਹੈ। ਸੋ ਇਜ਼ਨਟ ਅ ਵੇਸਟੇਜ? ਸੋ ਆਈ ਕੈਨ ਬੀ ਦਾ ਬੈਸਟ ਐਗਜ਼ਾਮਪਲ ਆਫ ਕਨਫਿਊਜ਼ਨ, ਕਿ ਜੋ ਫੀਲਡ ਦੇ ਵਿੱਚ ਐਫਰਟਸ ਕੀਤੀ ਉਹ ਫੀਲਡ 'ਚ ਅਚੀਵ ਨਹੀਂ ਕੀਤਾ, ਉਸ ਫੀਲਡ ਨੂੰ ਯੂਜ਼ ਨਹੀਂ ਕੀਤਾ, ਠੀਕ ਹੈ। ਸਾਡੇ 'ਚ ਸਾਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਤੋਂ ਆ ਕੇ ਬੈਠੇ, ਕੋਈ ਟੀਚਰ ਹੈ ਨਾ, ਕੋਈ
ਕੋਈ ਇੰਜੀਨੀਅਰ ਨੇ, ਕੋਈ ਕਲਰਕਸ ਨੇ, ਕੋਈ ਸੇਲਸ ਮੈਨੇਜਰ ਨੇ, ਹੈ ਨਾ, ਹਰ ਕਿਸੇ ਦਾ ਇੱਕ ਪ੍ਰੋਫੈਸ਼ਨ ਹੈਗਾ ਇੱਥੇ, ਰਾਈਟ। ਬਟ ਕਰ ਕੀ ਰਹੇ ਹਾਂ? ਫੋਰੈਕਸ। ਲੇਕਿਨ ਫੋਰੈਕਸ ਸਾਡਾ ਫਾਈਨਲ ਡੈਸਟੀਨੇਸ਼ਨ ਹੈ। ਰੱਬ ਦਾ ਸ਼ੁਕਰੀਆ ਕਰੋ ਕਿ ਅਸੀਂ ਫਾਈਨਲੀ ਉਸ ਚੀਜ਼ 'ਚ ਆ ਗਏ ਜਿਹੜੇ ਅਸੀਂ ਨੂੰ ਹਰ ਇੱਕ ਚੀਜ਼ ਦਾ ਫਰੀਡਮ ਦੇ ਰਹੀ ਹੈ। ਬਟ ਇਸ ਨੂੰ ਅਸੀਂ ਅਚੀਵ ਬੜੇ ਪ੍ਰਸਾਈਜ਼ਲੀ ਤਰੀਕੇ ਨਾਲ, ਡਿਟੇਲਡ ਚੀਜ਼ਾਂ ਨੂੰ ਡਿਸਾਈਡ ਕਰਕੇ ਹੀ ਅੱਗੇ ਚੱਲਣਾ, ਨਾ ਕਿ ਅਸੀਂ ਬਲਾਈਂਡਲੀ ਨਿਕਲਣਾ ਹੈ, ਠੀਕ ਹੈ। ਸੋ ਅਗਰ ਸਮਾਰਟ ਆਬਜੈਕਟਿਵ ਦੀ ਗੱਲ ਕਰੀਏ, ਓਕੇ, ਮੈਨੂੰ ਵੀ ਖੁਸ਼ੀ ਹੈ ਕਿ ਚਲੋ 42 ਈਅਰਸ ਦੀ ਏਜ ਵਿੱਚ ਹੀ ਮੈਨੂੰ ਲਾਈਫ ਦਾ ਬੜਾ ਸੀਗਾ ਵੀ ਕੁਝ ਬੜਾ ਕਰਨਾ ਹੈ, ਠੀਕ ਹੈ, ਕਰਾਂਗੇ ਜਾਣ ਤੋਂ ਪਹਿਲਾਂ ਦੁਨੀਆ 'ਚੋਂ। ਫਾਈਨਲੀ ਆਈ ਐਮ ਔਨ ਦਾ ਸਟੇਜ। ਅੱਜ ਅਸੀਂ ਉਸ ਟੀਚੇ ਵੱਲ ਵੱਧ ਰਹੇ ਹਾਂ ਕਿ ਅਸੀਂ ਆਪਣੇ ਲਈ ਤਾਂ ਕਰ ਹੀ ਰਹੇ ਹਾਂ, ਬਟ ਅਸੀਂ ਆਪਣੇ ਬਹੁਤ ਜਿਹੜੀ ਸਾਡੀ ਕਮਿਊਨਿਟੀ ਹੈਗੀ, ਜਿਹਨੂੰ ਇੱਕ ਡਾਇਰਲੀ ਨੀਡ ਹੈਗੀ ਹੈ ਇਸ ਇੰਡਸਟਰੀ ਦੀ, ਇਸ ਫੀਲਡ ਦੀ, ਇਸ ਪ੍ਰੋਫੈਸ਼ਨ ਦੀ। ਸੋ ਜਿੰਨੇ ਇਸ ਵੇਲੇ ਜੁੜੇ ਨੇ, ਜੇ ਤੁਸੀਂ ਵੀ ਕੁਝ ਕਰ ਜਾਓ ਨਾ, ਤਾਂ ਮੈਨੂੰ ਲੱਗੇਗਾ ਕਿ ਹਾਂ ਮੇਰਾ ਜੀਵਨ ਸਫਲ ਹੋ ਗਿਆ। ਓਕੇ, ਸਿਕੋਨੋਮਿਕਸ ਨੇ ਆਪਣੀ ਜਿਹੜਾ ਟਾਰਗੇਟ ਅਚੀਵ ਕਰ ਲਏ ਨੇ। 33 ਜਿਹੜੇ ਜੁੜੇ ਹੋਏ ਨੇ, ਉਸ ਮੈਨੂੰ ਮਿਲਾ ਕੇ ਛੱਡ ਕੇ 32। ਓਕੇ, ਸੋ ਜੇ ਆਪਾਂ ਹੁਣ ਆਬਜੈਕਟਿਵ ਕਰੀਏ, ਇਹ ਸੈਸ਼ਨ ਰਿਕਾਰਡ ਹੋ ਰਿਹਾ, ਲਿਖਣ ਦੀ ਲੋੜ ਨਹੀਂ ਹੈ, ਲੇਕਿਨ ਤੁਸੀਂ ਆਪਣੇ ਸਵਾਲ ਜ਼ਰੂਰ ਲਿਖਿਓ ਤਾਂ ਕਿ ਅਸੀਂ ਐਂਡ ਦੇ 15-20 ਮਿੰਟ ਦੇ ਵਿੱਚ ਇਹ ਚੀਜ਼ਾਂ ਡਿਸਕਸ ਕਰੀਏ। ਹੋਰ ਨੈਕਸਟ ਵੀਕ 'ਚ ਮੀਟਿੰਗ ਹੋਏਗੀ। ਮੈਨੂੰ ਸਾਰਿਆਂ ਦੇ ਆਬਜੈਕਟਿਵ ਇਨ ਰਾਈਟਿੰਗ ਚਾਹੀਦੇ ਨੇ। ਡਿਸਕੋਰਡ ਨੂੰ ਨਾ ਫਲੱਡ ਕਰ ਦਿਓ ਲਿਖ ਕੇ ਆਪਣੇ ਆਬਜੈਕਟਿਵ। ਕੋਈ ਸ਼ਰਮ ਦੀ ਗੱਲ ਨਹੀਂ। ਅਸੀਂ ਡ੍ਰੀਮ ਸੁਣੇ ਨੇ, ਉਹ ਡ੍ਰੀਮਸ ਨੇ ਮੈਨੂੰ ਪਾਵਰ ਦਿੱਤੀ ਹੈ। ਜਦੋਂ ਸਾਡੀ ਕਨਵੈਨਸ਼ਨ ਹੋਈ ਸੀ ਚੰਡੀਗੜ੍ਹ, ਕਿ ਨਰਿੰਦਰ ਸਿੰਘ ਦਾ ਅਤੇ ਦਲਜੀਤ ਕੌਰ ਦਾ ਕੀ ਕਾਮਨ ਡਰੀਮ ਹੈਗੀ ਹੈ, ਠੀਕ ਹੈ। ਸੋ ਬਲਦੇਵ ਸਿੰਘ ਦਾ ਕੀ ਡਰੀਮ ਹੈਗਾ, ਪ੍ਰਭਜੀਤ ਸਿੰਘ ਦਾ ਕੀ ਡਰੀਮ ਹੈਗਾ ਹੈ, ਠੀਕ ਹੈ। ਸੋ ਉਸ ਤੋਂ ਬਾਅਦ ਹਰਸਿਮਰਨ ਸਿੰਘ ਦਾ ਕੀ, ਅਮਨ ਦਾ ਕੀ ਡਰੀਮ ਹੈਗਾ, ਅਮਨਦੀਪ ਕੌਰ ਦਾ ਕੀ ਡਰੀਮ ਹੈ, ਜਸਵੀਰ ਕੌਰ ਦਾ ਕੀ ਡਰੀਮ ਹੈ। ਸਾਰਿਆਂ ਦੇ ਡਰੀਮ ਸੁਣੇ ਨੇ। ਸੋ ਮੈਨੂੰ ਵੀ ਐਨਰਜੀ ਮਿਲੀ ਕਿ ਨਹੀਂ, ਅਸੀਂ ਉਹਨਾਂ ਡਰੀਮਸ 'ਤੇ ਵੀ ਕੰਮ ਕਰਨਾ ਹੈ। ਓਕੇ, ਸੋ ਡਰੀਮਸ ਨੂੰ ਸ਼ੇਅਰ ਕਰੋ। ਫਿਲਹਾਲ ਆਪਣੇ ਆਬਜੈਕਟਿਵ ਲਿਖੋ। ਇੱਕ ਤੁਹਾਨੂੰ ਮੈਂ ਪਰਫੋਰਮਾ ਦੇਵਾਂਗਾ ਬਣਾ ਕੇ ਫਾਰਮ ਦਾ, ਸੌਫਟ ਕਾਪੀ ਹੋਏਗੀ, ਫੋਨ 'ਚ ਆਪਣੇ ਟੈਬ 'ਤੇ ਖੋਲ੍ਹ ਕੇ ਬਾਈ ਰਾਈਟਿੰਗ ਉਹਨੂੰ ਪ੍ਰਿੰਟ ਕਰਕੇ ਭਰ ਕੇ ਮੈਨੂੰ ਗਰੁੱਪ 'ਚ ਪਾਓ, ਆਪਾਂ ਦੇਖੀਏ। ਤੁਸੀਂ ਜਦੋਂ ਇੱਕ ਦੇ ਆਬਜੈਕਟਿਵ ਸੈੱਟ ਹੋਣੇ ਨਾ ਗਰੁੱਪ 'ਚ, ਫਿਰ ਉਹ ਸਲੋਲੀ ਦੂਜੇ ਨਾਲ ਕਾਪੀ ਕਰਨਾ ਸ਼ੁਰੂ ਕਰਨਾ। ਗਾਇਸ ਸਾਰੇ ਐਗਰੀ ਹੈ ਇਸ ਪ੍ਰਪੋਜ਼ਲ ਦੇ ਨਾਲ? ਯੈਸ ਵੀਰ ਜੀ, ਐਗਰੀ ਜੀ। ਇੱਕ ਹਫਤੇ ਦਾ ਟਾਈਮ ਜੀ ਵੀਰ ਜੀ। ਅੱਜ ਸ਼ਾਮ ਨੂੰ ਤੁਹਾਨੂੰ ਫਾਰਮ ਮਿਲ ਜਾਏਗਾ, ਡਿਸਕੋਰਡ ਦੇ ਗਰੁੱਪ 'ਚ ਅਟੈਚਮੈਂਟ ਹੋਏਗੀ, ਡਾਊਨਲੋਡ ਕਰੋ, ਆਪਣੇ ਆਬਜੈਕਟਿਵ ਸੈੱਟ ਕਰੋ। ਜਿੱਥੇ ਉਸ ਆਬਜੈਕਟਿਵ ਸ਼ੇਅਰ ਕਰੋ, ਜਿੱਥੇ ਉਹਦੇ 'ਚ ਪ੍ਰੋਬਲਮ ਹੋਏਗੀ, ਸਾਨੂੰ ਲੱਗੇਗਾ ਕਿ ਨਹੀਂ ਇਟ ਡਜ਼ਨਟ ਫਿਟ ਦਾ ਪਰਫੋਰਮਾ ਐਂਡ ਰਿਕੁਆਇਰਮੈਂਟ, ਸੋ ਦੇਅਰ ਵੀ ਵਿਲ ਕਮ ਐਜ਼ ਐਕਸਪਰਟ, ਵੀ ਵਿਲ ਡਿਸਕਸ ਕਿ ਆਹ ਚੇਂਜ ਕਰੋ, ਆਹ ਚੇਂਜ ਕਰੋ, ਇਹ ਚੀਜ਼ ਨਹੀਂ ਹੋ ਸਕਦੀ, ਇਹਨੂੰ ਇੱਦਾਂ ਐਡਜਸਟ ਕਰੋ, ਠੀਕ ਹੈ। ਫਾਈਨਲੀ ਯੂ ਵਿਲ ਹੈਵ ਏ ਬਲੂ ਪ੍ਰਿੰਟ। ਤੁਸੀਂ ਕਰ ਰਹੇ ਹੋ, ਦੇਖੋ, ਤੁਸੀਂ ਆਪਣੇ ਆਪ ਸੋਚੋ। ਅੱਜ ਟ੍ਰੇਡਿੰਗ ਸ਼ੁਰੂ ਕੀਤੀ, ਸਾਡੇ ਕੁਝ ਵੀਰ 2 ਸਾਲ ਤੋਂ ਕਰ ਰਹੇ, ਕੁਝ 4 ਸਾਲ ਤੋਂ ਕਰ ਰਹੇ, ਕੁਝ 6 ਸਾਲ ਤੋਂ ਵੀ ਕਰ ਰਹੇ ਨੇ, ਹੈ ਨਾ। ਮੈਂ ਕੁਝ 4-5 ਸਾਲ ਤੋਂ ਕਰ ਰਿਹਾ। ਓਕੇ, ਅੱਜ ਤੋਂ 2 ਸਾਲ ਬਾਅਦ ਪਤਾ ਚੱਲੇ ਵੀ ਅਸੀਂ ਤਾਂ ਐਵੇਂ ਬਸ 2 ਸਾਲ 'ਚ ਪੈਸਾ ਅਤੇ ਸਮਾਂ ਸਭ ਤੋਂ ਇੰਪੋਰਟੈਂਟ ਵੇਸਟ ਹੀ ਕੀਤਾ। ਇੱਥੇ ਹਾਸਲ ਕੁਛ ਨਹੀਂ ਹੈ। ਬੈਕ ਟੂ ਬੈਕ ਸਟਾਪ ਲੋਸ ਇੰਡੀਕੇਟਰ, ਬੈਕ ਟੂ ਬੈਕ ਇੰਡੀਕੇਟਰ ਸਵਿਚ ਕਰੋ, ਹੈ ਨਾ। ਸੋ ਕੀ ਉਹ 2 ਸਾਲ ਬਾਅਦ ਜਾਂ ਸਾਲ ਬਾਅਦ ਜੋ ਸਿਚੁਏਸ਼ਨ, ਉਹ ਫੀਲਿੰਗ ਸਹੀ ਹੋਏਗੀ ਸਾਡੇ ਲਈ? ਨਹੀਂ ਨਾ। 1 ਸਾਲ ਦਾ ਸਮਾਂ ਜ਼ਾਇਆ ਕਰ ਦੇਣਾ, ਕਿੰਨੀ ਵੱਡੀ ਕੋਸਟ ਅਸੀਂ ਪੇ ਕੀਤੀ ਹੈ ਫॉर ਨਥਿੰਗ, ਠੀਕ ਹੈ। ਇਸ ਕਰਕੇ ਇਸ ਉਪਰਾਲੇ ਦੇ ਵਿੱਚ ਆਬਜੈਕਟਿਵ ਤੁਹਾਡੇ ਪਰਸਨਲ ਨੇ, ਅਚੀਵਮੈਂਟ ਤੁਹਾਡੀ ਪਰਸਨਲ ਹੋਏਗੀ, ਬਟ ਰੀਅਲੀ ਮੈਨੂੰ ਖੁਸ਼ੀ ਹੋਏਗੀ ਤੁਸੀਂ ਆਪਣੇ ਆਬਜੈਕਟਿਵ ਸੈੱਟ ਕਰੋ, ਉਹਦੇ ਅਕੋਰਡਿੰਗ ਟ੍ਰੇਡ ਕਰੋ। ਟ੍ਰੇਡ ਪਲਾਨ ਵੀ ਤੁਹਾਨੂੰ ਮਿਲੇਗਾ। ਨੈਕਸਟ ਸਾਡਾ ਜਿਹੜਾ ਸੈਸ਼ਨ ਹੋਏਗਾ ਕੱਲ੍ਹ ਨੂੰ, ਅਗਰ ਵਾਹਿਗੁਰੂ ਨੇ ਚਾਹਿਆ, ਕੱਲ੍ਹ ਨੂੰ ਸਾਡਾ ਨੈਕਸਟ ਸੈਸ਼ਨ ਹੋਏਗਾ ਕਿ ਹਾਊ ਟੂ ਮੇਕ ਏ ਟ੍ਰੇਡ ਪਲਾਨ। ਟ੍ਰੇਡ ਪਲਾਨ ਦੇ ਕੰਪੋਨੈਂਟਸ ਕੀ ਨੇ। ਓਕੇ, ਇਹਦੇ ਲਈ ਮੈਂ ਮਟੀਰੀਅਲ ਤਿਆਰ ਕਰ ਰਿਹਾ ਕੱਲ੍ਹ ਦੀ ਮੀਟਿੰਗ ਲਈ। ਸੋ ਲੈਟਸ ਸਟਾਰਟ ਕਿ ਆਬਜੈਕਟਿਵ ਸਾਡੇ ਸਮਾਰਟ ਕਿਉਂ ਹੋਣੇ ਚਾਹੀਦੇ। ਸੋ ਉਹਦੀ ਕੀ ਰਿਕੁਆਇਰਮੈਂਟ ਹੈ, ਮੈਂ ਇਹਦਾ ਸਕਰੀਨਸ਼ਾਟ ਵੀ ਤੁਹਾਨੂੰ ਭੇਜ ਦਾਂਗਾ। ਓਕੇ, ਸੋ ਮੈਂ ਅੱਜ ਹੀ ਬਣਾਈ ਸੀ ਸਲਾਈਡਸ ਕੋਈ ਛੋਟੀ ਜੀ, ਕਿਉਂਕਿ ਟੌਪਿਕ ਜਿਹੜੇ ਹੈਗੇ ਸਾਡੇ ਯਾਦ ਰਹਿਣ ਸਾਨੂੰ। ਓਕੇ, ਸਕਰੀਨ ਸਭ ਨੂੰ ਨਜ਼ਰ ਆ ਰਹੀ ਹੈ ਜੀ? ਆ ਰਹੀ ਵੀਰ ਜੀ। ਹੁਣ ਤੱਕ ਆਪਾਂ ਡਿਸਕਸ ਕਰ ਚੁੱਕੇ ਹਾਂ ਵਾਈ ਸੈਟ ਗੋਲਸ। ਇਹਦੇ ਬਾਰੇ ਕਿਸੇ ਨੂੰ ਕੋਈ ਡਾਊਟ ਹੈਗਾ ਕਿ ਸਾਡੇ ਕੋਲ ਟਾਰਗੇਟ ਕਿਉਂ ਹੋਣੇ ਚਾਹੀਦੇ, ਜਾਂ ਸਿਰਫ ਇਹਨਾਂ ਗੋਲਸ ਨੂੰ ਬਣਾਉਣਾ, ਸੈੱਟ ਕਰਨਾ ਪੇਪਰ ਤੇ ਪੈਨ ਦੀ ਵੇਸਟੇਜ ਹੈ? ਕੋਈ ਹੈਗਾ ਕਿਸੇ ਨੂੰ ਆਬਜੈਕਸ਼ਨ, ਕੋਈ ਡਾਊਟ ਹੋਵੇ ਹੁਣ ਤੱਕ? ਬਲਜੀਤ ਸਿੰਘ ਜੀ ਦਾ ਕੈਮਰਾ ਔਨ ਹੈ ਤੇ ਪੂਰਾ ਡਾਰਕ ਹੈ, ਤੁਸੀਂ ਇਹਨੂੰ ਨਾ ਇਹ ਤਾਂ ਹਾਈਡ ਕਰ ਲਓ। ਮੈਨੂੰ ਡਿਸਟਰੈਕਸ਼ਨ ਹੋ ਰਹੀ ਤੁਹਾਨੂੰ ਦੇਖ, ਤੁਹਾਡਾ ਕੈਮਰਾ ਔਨ ਦੇਖ ਕੇ ਨਾ। ਓਕੇ, ਗੋਲ ਸੈੱਟ ਹੋਣੇ ਚਾਹੀਦੇ, ਇਹਦੇ 'ਚ ਕਿਸੇ ਨੂੰ ਕੋਈ ਡਾਊਟ ਨਹੀਂ ਹੈ। ਗੋਲ ਹੁਣ ਠੀਕ ਹੈ। ਹਾਂਜੀ, ਕੀ ਕਹਿ ਰਹੇ ਹਰਪ੍ਰੀਤ?
ਭਾਈ ਬਾਈ ਮਿਸਟੇਕ ਕੈਮਰਾ ਜਿਹੜਾ ਸਪੀਕਰ ਆਨ ਰਹਿ ਗਿਆ ਸਰ। ਓਕੇ, ਸੋ ਗੋਲਸ ਕਿਉਂ ਹੋਣੇ ਚਾਹੀਦੇ ਨੇ? ਖਾਸ ਕਰ ਮੈਂ ਟ੍ਰੇਡਿੰਗ ਦਾ ਰੈਫਰੈਂਸ ਗੱਲ ਕਰਾਂਗਾ। ਪਰਸਨਲਾਈਜ਼ ਗੋਲ ਆਪਣੇ ਆਪ ਸੈੱਟ ਕਰ ਲਿਓ। ਫਾਈਨੈਂਸ਼ਲੀ ਹੋ ਗਏ ਸੈੱਟ, ਅਚੀਵ ਹੋ ਗਏ ਤਾਂ ਹਰ ਚੀਜ਼ ਸੈੱਟ ਹੋਣੀ ਸ਼ੁਰੂ ਹੋ ਜਾਏਗੀ। ਠੀਕ ਹੈ, ਜਿਹੜੇ ਸਾਡੇ ਬਜ਼ੁਰਗ ਅਨਪੜ੍ਹ ਜਿਨ੍ਹਾਂ ਨੇ ਅਚੀਵਮੈਂਟਸ ਕੀਤੀ, ਜਿਨ੍ਹਾਂ ਨੂੰ ਅੱਖਰ ਨਹੀਂ ਸੀ ਆਉਂਦੇ ਲਿਖਣੇ, ਉਹਨਾਂ ਨੇ ਵੀ ਲਾਈਫ 'ਚ ਬਹੁਤ ਵੱਡੀਆਂ ਵੱਡੀਆਂ ਅਚੀਵਮੈਂਟਾਂ ਕੀਤੀਆਂ। ਸੋ ਬਟ ਨਾਓ ਡੇਜ਼ ਇਜ਼ ਮੈਂਡੇਟਰੀ ਕਿ ਆਪਣਾ ਕੁਝ ਤੁਸੀਂ ਰਾਈਟ ਕਰੋ, ਉਹਨੂੰ ਫੋਲੋ ਕਰੋ, ਤਾਂ ਕਿ ਸਾਨੂੰ ਜਿਹੜਾ ਹੈਗਾ ਉਹ ਕਿਉਂ ਜਿਹੜਾ ਹੋਣਾ ਚਾਹੀਦਾ ਹੈ, ਸਾਨੂੰ ਅਸੀਂ ਜਾਣਾ ਕਿੱਥੇ, ਪਤਾ ਸਾਨੂੰ ਕਿਵੇਂ ਲੱਗੇਗਾ ਸਟੈਪ ਬਾਈ ਸਟੈਪ ਕਿ ਅਸੀਂ ਫੋਲੋ ਕਰ ਰਹੇ ਹਾਂ ਨਹੀਂ ਕਰ ਰਹੇ ਹਾਂ। ਸੋ ਦਿਸ ਇਜ਼ ਅ ਨਿਊ ਸਾਇੰਸ। ਵਾਈ ਸੈਟ ਗੋਲਸ ਇਜ਼ ਓਕੇ, ਨੋ ਅਚੀਵਮੈਂਟ ਵਿਦਾਊਟ ਗੋਲਸ। ਹਰ ਡਾਕਟਰ, ਹਰ ਇੰਜੀਨੀਅਰ ਜਿਹਨੇ ਵੀ ਲਾਈਫ 'ਚ ਕੋਈ ਅਚੀਵਮੈਂਟ ਕੀਤੀ, ਉਹਦੇ ਅੱਗੇ ਗੋਲ ਸੀਗਾ ਕਿ ਮੈਂ ਇਹ ਕਰਨਾ ਹੈ। ਉਹਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੀ ਇਹ ਮੰਜ਼ਿਲ ਹੈ। ਉਹਨੂੰ ਸਟੈਪ ਬਾਈ ਸਟੈਪ ਉਹਨੇ ਹਾਸਲ ਕੀਤਾ। ਉਹਦੇ ਲਈ ਆਸਾਨ ਹੋ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਇਹ ਸਟੈਪਸ ਨੇ। ਠੀਕ ਹੈ, ਗੋਲਸ ਆਰ ਬਲੂ ਪ੍ਰਿੰਟ ਆਫ ਸਕਸੈਸ। ਤੁਹਾਨੂੰ ਮੋਟੀਵੇਟ ਕਰਦੇ ਆ। ਗੋਲਸ ਆਰ ਇੰਸਪਾਇਰੇਸ਼ਨਲ ਪਾਵਰ ਬਿਹਾਈਂਡ ਹਾਰਡ ਵਰਕ। ਕੀ ਪਈ ਹੈ ਹੁਸੈਨ ਬੋਲਟ ਨੂੰ 6 ਕਿਲੋਮੀਟਰ 10 20 ਕਿਲੋਮੀਟਰ ਭੱਜਣ ਦੀ ਪਾਗਲਾਂ ਵਾਂਗੂ? ਕੀ ਪਈ ਹੈ ਅਮਨਦੀਪ ਸਿੰਘ ਨੂੰ ਜਿਮ ਜਾ ਕੇ ਸਟੀਲ ਹਿੱਟ ਕਰਨ ਦੀ, ਹੈ ਨਾ, ਮਾਰਨਿੰਗ 'ਚ ਜਦੋਂ ਸਾਰੇ ਸੁੱਤੇ ਪਏ ਹੁੰਦੇ ਆ, ਕੋਈ ਹੋਰ ਕਾਫੀ ਦਾ ਕੱਪ ਫੜ ਕੇ ਬੈਠੇ ਹੁੰਦੇ ਹੈ ਨਾ, ਕੁਛ ਟਿਕਟੋਕ ਖੋਲ ਕੇ ਬੈਠੇ ਹੁੰਦੇ, ਕੁਛ ਰੀਲਸ ਦੇਖ ਰਹੇ ਹੁੰਦੇ ਹੈ ਨਾ। ਕੀ ਲੋੜ ਪਈ ਹੈ ਐਥਲੀਟਸ ਨੂੰ ਇੰਨਾ ਹਾਰਡ ਵਰਕ ਕਰਨ ਦੀ? ਕਿਉਂਕਿ ਉਹਨਾਂ ਸਾਹਮਣੇ ਇੱਕ ਆਬਜੈਕਟਿਵ ਹੈ। ਓਲੰਪਿਕ ਗੋਲਡ ਦੇ ਵਿੱਚੋਂ ਖੁਦ ਨੂੰ ਖੜਿਆ ਹੋਇਆ ਦੇਖ ਪਾ ਰਹੇ ਨੇ ਸਟੇਜ ਉੱਤੇ ਕਿ ਮੈਨੂੰ ਗੋਲਡ ਮੈਡਲ ਮਿਲ ਰਿਹਾ ਹੈ। ਉਹ ਚੀਜ਼ ਸਿਰਫ ਉਹ ਚੀਜ਼ ਜਿਹੜੀ ਉਦੋਂ ਉਹਨਾਂ ਨੂੰ ਪੋਸੀਬਲ ਨਹੀਂ ਲੱਗਦੀ, ਲੇਕਿਨ ਉਹਨਾਂ ਦਾ ਹਾਰਡ ਵਰਕ ਜਿਵੇਂ ਜਿਵੇਂ ਉਹ ਛੋਟੀ ਛੋਟੀ ਸਕਸੈਸ ਨੂੰ ਅਚੀਵ ਕਰਦੇ ਜਾਂਦੇ, ਉਂਝ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਜਾਂਦੀ। ਅਤੇ ਜਿਹੜਾ ਬੰਦਾ, ਮੈਂ ਅਕਸਰ ਕਹਿੰਦਾ ਹੁੰਦਾ, ਮੈਨੂੰ ਟੋਕਿਓ ਜੇ ਮੈਂ ਗਲਤ ਹੋਵਾਂ, ਜਿਹੜਾ ਬੰਦਾ ਆਪਣੇ ਆਪ ਤੋਂ ਮੋਟੀਵੇਟਿਡ ਹੈ, ਆਪਣੀ ਸੈੱਟ ਜਿਹੜੇ ਗੋਲ ਸਮਾਰਟ ਪ੍ਰਿੰਸੀਪਲਸ ਦੇ ਅਕੋਰਡਿੰਗ ਉਹਨੇ ਸੈੱਟ ਕੀਤੇ, ਉਹਨਾਂ ਗੋਲਸ ਤੋਂ ਮੋਟੀਵੇਟਿਡ ਹੈ, ਉਹਨੂੰ ਕੋਈ ਨਹੀਂ ਹਰਾ ਸਕਦਾ। ਓਕੇ, ਕਿਉਂਕਿ ਜੇ ਅਸੀਂ ਕਿਸੇ ਨੂੰ ਦੇਖ ਕੇ ਮੋਟੀਵੇਟ ਹੋ ਰਹੇ ਹਾਂ, ਜਦੋਂ ਉਹ ਸਾਡਾ ਰੋਲ ਮਾਡਲ ਜੋ ਵੀ ਹੋਏਗਾ, ਜਦੋਂ ਉਹ ਫਾਲ ਕਰ ਜਾਏਗਾ ਨਾ ਜਾਂ ਕੋਈ ਕੋਲੈਪਸ ਕਰੇਗਾ ਐਨੀ ਹਾਊ, ਠੀਕ ਹੈ, ਉਦੋਂ ਕੀ ਹੋਏਗਾ? ਸਾਨੂੰ ਡਿਸਪੁਆਇੰਟਮੈਂਟ ਹੋਏਗੀ, ਨਹੀਂ ਜੀ ਡਾਕਟਰ ਕੁਲਵੀਰ ਨੇ ਕਿਹਾ ਸੀ ਹਾਸਿਲ ਨਹੀਂ ਜੀ ਹੋਇਆ, ਮੇਰੇ ਤੋਂ ਵੀ ਕਿੱਥੇ ਹੋਣਾ। ਕਿਉਂਕਿ ਤੁਸੀਂ ਆਪਣੇ ਆਪ ਨੂੰ ਮੇਰੇ ਤੋਂ ਨੀਚੇ ਸਮਝ ਕੇ ਰੱਖਿਆ। ਨਹੀਂ, ਸਾਡੇ 'ਚ ਅਨਲਿਮਿਟਿਡ ਪਾਵਰ ਹੈਗੀ ਹੈ, ਇਹ ਚੀਜ਼ ਨੂੰ ਰਿਅਲਾਈਜ਼ ਕਰੋ। ਠੀਕ ਹੈ, ਵੈਸੇ ਹੀ ਮਲਟੀਪਲਾਈ ਬਾਈ 1.25 ਲੱਖ ਕਰ ਲਿਆ ਕਰੋ ਜੇ ਸਰਦਾਰ ਨਾਮ ਹੈ ਕਿਸੇ ਦਾ, ਇੱਕ ਹੋਰ ਹੈ ਨਾ। ਓਕੇ, ਬਹੁਤਾ ਸੋਚਣ ਦੀ ਲੋੜ ਨਹੀਂ, ਅਸੀਂ ਵੈਸੇ ਹੀ ਬਾਕੀ ਨਾਲੋਂ ਸੁਪੀਰੀਅਰ ਹੈਗੇ, ਵੀ ਆਰ ਦਾ ਸੁਪੀਰੀਅਰ ਰੇਸ। ਓਕੇ, ਇੱਕ ਫੀਲਿੰਗ ਹੁੰਦੀ ਜਿਹੜੀ ਬੱਚੇ ਨੂੰ ਦਿੰਦੀ ਹੁੰਦੀ। ਮੈਡਰੀ, ਯੂ ਅਗਰੀ ਵਿਦ ਮੀ? ਦਾ ਜਿਊਜ਼ ਪੀਪਲ, they are teaching their kids, they are feeding in their bloodline since the childhood, yeah, we are the chosen people, right? This line they always use, we are the chosen people. Yes, they have a complete different mindset. ਤੁਹਾਨੂੰ ਪਤਾ ਹੈ ਜਦੋਂ ਇਜ਼ਰਾਈਲੀਆਂ ਨੂੰ ਦਰ ਦੇ ਧੱਕੇ ਖਾ ਰਹੇ ਸੀਗੇ, ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਤੋਰਾ ਕਰਕੇ ਇੱਕ ਉਹਨਾਂ ਦਾ ਰਿਲੀਜੀਅਸ ਬੁੱਕ ਹੈਗੀ ਹੈ, ਉਹਦੇ 'ਚ ਕੀ ਲਿਖਿਆ ਗਿਆ ਸੀਗਾ ਕਿ ਤੁਹਾਡੇ ਲਈ ਜ਼ਮੀਨ ਚੁਣ ਲਿੱਤੀ ਗਈ ਹੈ, ਦ ਲੈਂਡ ਫॉर ਦ ਚੂਜ਼ਨ ਐਂਡ ਦੈਟ ਇਜ਼ ਇਜ਼ ਜੈਰੂਸਲਮ ਸਿੰਸ ਬਿਗਨਿੰਗ। ਉਸ ਚੀਜ਼ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਅਤੇ 2100 ਸਾਲ ਧੱਕੇ ਖਾਣ ਤੋਂ ਬਾਅਦ ਉਹ ਕੌਮ ਨੇ ਉਸ ਸੌਫਟ ਵਰਡਸ ਦੇ ਉੱਤੇ ਹੀ ਆਪਣਾ ਇੱਕ ਮੁਲਕ ਕਾਇਮ ਕੀਤਾ। ਉਹ ਬੱਚਿਆਂ ਨੂੰ ਵੀ ਕਹਿੰਦੇ ਅਸੀਂ ਆਦਮ ਦੇ ਬੱਚੇ ਹਾਂ ਅਤੇ ਅਸੀਂ ਸੁਪੀਰੀਅਰ ਹਾਂ ਸਾਰਿਆਂ ਤੋਂ, ਬਾਕੀ ਸਾਰੇ ਇਨਫੀਰੀਅਰ ਨੇ, ਉਹ ਕਿਸੇ ਨੂੰ ਕੁਛ ਨਹੀਂ ਸਮਝਦੇ। ਜਦੋਂ ਇੱਕ ਬੱਚੇ 'ਚ ਤੁਸੀਂ ਇਹ ਇੱਕ ਸੁਪੀਰੀਅਰਿਟੀ ਕੰਪਲੈਕਸ ਦੇ ਦਿਓ, ਇੱਕ ਕੰਪਲੈਕਸ ਵੀ ਹੁੰਦਾ ਜੇ ਓਵਰਫੀਡ ਹੋ ਜਾਏ ਤਾਂ ਬਿਮਾਰੀ ਹੈ, ਅਦਰਵਾਈਜ਼ ਦਿਸ ਇਜ਼ ਅ ਪੋਜ਼ੀਟਿਵ ਥਿੰਗ। ਓਕੇ, ਜੇ ਓਵਰਫੀਡ ਕਰ ਦਿਓ ਫਿਰ ਇਹ ਇਟਸ ਅ ਡਿਜ਼ਾਸਟਰ, ਦਿਸ ਇਜ਼ ਅ ਐਪੀਡੈਮਿਕ। ਓਕੇ, ਜਿਵੇਂ ਕੁਛ ਲੋਕ ਕਹਿੰਦੇ ਵੀ ਉਹ ਬਸ ਲਾਸਟ ਹੀ ਪੈਗੰਬਰ ਹੈ, ਉਹ ਤੋਂ ਬਾਅਦ ਕੋਈ ਨਹੀਂ ਹੋਇਆ, ਇਹ ਬਿਮਾਰੀ ਹੈ, ਤੁਹਾਨੂੰ ਦੂਜਿਆਂ ਦੇ ਵਿਰੋਧ 'ਚ ਖੜੀ ਕਰਦੀ ਹੈ। ਸੋ ਮੈਂ ਜਦੋਂ ਗੱਲ ਕਰਦਾ ਸੀ ਕਿ ਬੱਚੇ ਨੂੰ ਜਿਹੜੇ ਜੂਸ ਲੋਕ ਨੇ ਉਹ ਬਚਪਨ ਤੋਂ ਫੀਡ ਕਰਦੇ, ਯੂ ਆਰ ਦਾ ਚੂਜ਼ਨ ਪੀਪਲ, ਤੁਸੀਂ ਸਪੈਸ਼ਲ ਚੁਣੇ ਗਏ ਬੱਚੇ ਹੋ ਆਦਮ ਦੇ, ਹੈ ਨਾ। ਸੋ ਅੱਜ ਦੇਖ ਲਓ ਕਿੱਥੇ। ਸੋ ਹਰ ਇਨਸਾਨ ਨੂੰ ਇਹ ਇੱਕ ਕੰਪਲੈਕਸ ਲੈ ਕੇ ਰੱਖੋ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹੈ। ਹਾਂ, ਜੇ ਤੁਸੀਂ ਇਹ ਚੀਜ਼ ਨਾਲ ਕਹਿ ਕੇ ਲੋਕਾਂ ਦੇ ਗਲ ਫੜਨੇ ਹੈ, ਫਿਰ ਇਹ ਬਿਮਾਰੀ ਹੈ, ਇਸ ਚੀਜ਼ ਤੋਂ ਫਿਰ ਦੂਰ ਰਹਿਣਾ, ਹੈ ਨਾ। ਓਕੇ, ਫਿਰ ਇਸ ਚੀਜ਼ ਤੋਂ ਦੂਰ ਰਹਿਣਾ ਕਿ ਨਹੀਂ ਜੀ ਸਭ ਤੋਂ ਵਧੀਆ ਕੋਈ ਨਹੀਂ ਹੈ। ਫਿਰ ਇਹ ਤੁਸੀਂ ਇੱਕ ਸੋਸਾਇਟੀ ਦੇ ਵਿੱਚ, ਕਮਿਊਨਿਟੀ ਦੇ ਵਿੱਚ ਇੱਕ ਅਨਰੈਸਟ ਪੈਦਾ ਕਰ ਰਹੇ ਹੋ। ਉਸ ਲੈਵਲ ਤੱਕ ਨਹੀਂ ਜਾਣਾ ਆਪਾਂ ਨੇ। ਅਸੀਂ ਬਾਕੀਆਂ ਨਾਲੋਂ ਸੁਪੀਰੀਅਰ ਅਸੀਂ ਇਹ ਵੀ ਨਹੀਂ ਕਹਿਣਾ, ਬਟ ਅਸੀਂ ਬਹੁਤ ਇਨਫਾਈਨਾਈਟ ਪਾਵਰ ਦੇ ਮਾਲਕ ਹਾਂ। ਠੀਕ ਹੈ, ਸੋ ਇਹ ਚੀਜ਼ ਤੁਹਾਨੂੰ ਮੋਟੀਵੇਟ ਕਰੇਗੀ। ਸੋ ਗੱਲ ਆਈ ਕਿ ਅਸੀਂ ਕਿਸ ਤੋਂ ਮੋਟੀਵੇਟ ਹੋਣਾ।
ਅਸੀਂ ਆਪਣੇ ਆਪ ਤੋਂ ਮੋਟੀਵੇਟ ਹੋਣਾ, ਸਾਡੇ ਗੋਲਸ ਤੋਂ ਅਸੀਂ ਮੋਟੀਵੇਟ ਹੋਣਾ ਕਿ ਜੋ ਮੈਂ ਲਿਖਿਆ ਨਾ, ਜੋ ਮੈਂ ਟੀਮ ਦੇ ਵਿੱਚ ਡਿਸਕੋਰਡ ਵਿੱਚ ਲਿਖ ਕੇ ਡਿਕਲੇਅਰ ਕੀਤਾ, ਮੈਂ ਪੋਸਟ ਕੀਤਾ ਕਿ ਮੇਰੇ ਇਹ ਆਬਜੈਕਟਿਵ ਹੈ, ਉਹ ਚੀਜ਼ ਤੁਹਾਨੂੰ ਮੋਟੀਵੇਟ ਕਰੇਗੀ। ਮਨਪ੍ਰੀਤ ਨੂੰ ਡਰ ਲੱਗਦਾ ਹੈ ਕਿ ਕੋਈ ਰੈੱਡ ਟ੍ਰੇਡ ਹੋ ਜਾਏਗੀ ਤਾਂ ਉਹਨੂੰ ਟੀਮ ਕੀ ਕਹੇਗੀ। ਹੁਣ ਉਸ ਦੇ ਉੱਤੇ ਪ੍ਰੈਸ਼ਰ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਐਕੂਰੇਸੀ ਡਬਲ ਚੈੱਕ ਕਰੇ ਤਾਂ ਕਿ ਜਿਹੜੀ ਉਹਦੀ ਜਰਨਲ ਹੈਗੀ ਉਹ ਬਲੂ ਦੇ ਵਿੱਚ ਹੀ ਆਏ, ਰੈੱਡ 'ਚ ਨਾ ਆਵੇ। ਇੱਦਾਂ ਹੀ ਆ ਮਨਪ੍ਰੀਤ? ਹਾਂਜੀ ਭਾਜੀ। ਮੈਂ ਸਹੀ ਕਹਿ ਰਿਹਾ ਨਾ? ਪ੍ਰੈਸ਼ਰ ਬਣਦਾ ਨਾ ਫਿਰ ਸਕਸੈਸ ਤੋਂ ਬਾਅਦ, ਉਸਨੂੰ ਮੇਨਟੇਨ ਰੱਖਣ ਦਾ ਪ੍ਰੈਸ਼ਰ ਹੁੰਦਾ ਹਰ ਬੰਦੇ 'ਤੇ, ਰਾਈਟ? ਸੋ ਜਿਮ ਜਾਂਦੇ ਹੋ, ਕੋਈ ਵੀ ਕੰਮ ਕਰਦੇ ਹੋ, ਹੁਣ ਅੱਜ ਤੱਕ ਇੱਥੇ ਆਏ ਹੋ, ਹੈ ਨਾ, ਟੀਚਰ ਬਣੇ ਹੋ, ਜੋ ਵੀ ਹੈ ਜਿਹਦਾ ਪ੍ਰੋਫੈਸ਼ਨ ਹੈ, ਕੁਛ ਨਾ ਕੁਛ ਤਾਂ ਪਤਾ ਸੀ ਨਾ ਲਾਈਫ 'ਚ ਵੀ ਇੱਥੇ ਇਹ ਕਰਨਾ ਹੈ ਨਾ। ਐਵੇਂ ਤਾਂ ਨਹੀਂ ਕਿ ਨਹੀਂ ਜੀ ਇਹ ਨਹੀਂ ਚੱਲਿਆ ਤਾਂ ਆਹ ਕਰ ਲਓ, ਉਹ ਨਹੀਂ ਚੱਲਿਆ ਤਾਂ ਉਹ ਕਰ ਲਓ, ਹੈ ਨਾ। ਸੋ ਤੁਹਾਨੂੰ ਪਤਾ ਮੈਨੂੰ 1999 'ਚ ਮੈਨੂੰ ਮੇਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਜ਼ ਅ ਲਾਇਬ੍ਰੇਰੀਅਨ ਕੋਰਸ 'ਚ ਸਿਲੈਕਸ਼ਨ ਹੋਈ ਸੀ। ਜੇ ਮੈਂ ਉੱਥੇ ਐਕਸੈਪਟ ਕਰ ਲੈਂਦਾ ਉਹ ਆਪਣੀ, ਮੈਂ ਜਾ ਕੇ ਐਡਮਿਸ਼ਨ ਲੈ ਲੈਂਦਾ, ਤੁਹਾਨੂੰ ਪਤਾ ਮੈਂ ਕਿਤੇ ਬੈਠਾ ਹੋਣਾ ਸੀ ਲਾਇਬ੍ਰੇਰੀ 'ਚ, ਕਿਤੇ ਕਿਤਾਬਾਂ ਦੇ ਕਵਰ ਨੂੰ ਗਲੂ ਲਾ ਰਿਹਾ ਹੋਣਾ ਸੀ, ਫਟੀਆਂ ਕਿਤਾਬਾਂ ਨੂੰ, ਹੈ ਨਾ, ਰਾਈਟ? ਸੋ ਮੈਨੂੰ ਲੱਗਿਆ ਕਿ ਨਹੀਂ, ਜੇ ਮੈਨੂੰ ਮੇਰੀ ਟਾਰਗੇਟ ਨਹੀਂ ਹਾਸਿਲ ਹੋਇਆ ਤਾਂ ਇਹ ਨਹੀਂ ਕਿ ਮੈਂ ਕੋਈ ਵੀ ਆਪਸ਼ਨ ABCD ਜੋ ਮੈਨੂੰ ਮਿਲ ਰਹੀ ਹੈ ਮੈਂ ਐਕਸੈਪਟ ਕਰਾਂ। ਨੋ, ਆਈ ਐਮ ਨੋਟ ਮੇਡ ਫॉर ਦਿਸ। ਫਿਰ ਮੈਂ ਸੋਚਿਆ ਵੀ ਨਹੀਂ, ਮੈਂ ਜੇ ਡਾਕਟਰ ਨਹੀਂ ਬਣ ਸਕਿਆ ਮੈਡੀਕਲ ਤਾਂ ਲੈਟਸ ਡੂ PhD। ਸੋ ਆਈ ਡਿਡ ਮਾਈ PhD ਇਨ ਮਾਰਕੀਟਿੰਗ। ਓਕੇ, ਬਾਕੀ ਹੋਰ ਕਹਾਣੀਆਂ ਜੁੜਦੀਆਂ ਗਈਆਂ, ਠੀਕ ਹੈ। ਕਿਸ ਦਿਨ ਪੂਰੀ ਬਾਇਓਗ੍ਰਾਫੀ ਲਿਖਾਂਗਾ, ਐਟਲੀਸਟ 33-34 ਕਾਪੀ ਤਾਂ ਮੇਰੀ ਵਿਕੀ ਜਾਣੀ ਹੈ ਨਾ, ਮੇਰੇ ਗਰੁੱਪ ਨੇ ਤਾਂ ਲੈ ਹੀ ਲੈਣੀ ਹੈ ਨਾ। ਓਕੇ, ਸੋ ਐਨੀ ਹਾਓ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਓਬਜੈਕਟਿਵ ਹੋਣੇ ਚਾਹੀਦੇ ਹੈ, ਸਾਨੂੰ ਸੈਲਫ ਇੰਸਪਾਇਰੇਸ਼ਨ ਹੋਣਾ ਚਾਹੀਦਾ, ਆਪਣੇ ਆਪ ਤੋਂ ਇੰਸਪਾਇਰ ਹੋਈਏ ਅਸੀਂ, ਠੀਕ ਹੈ। ਅਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਨਾ ਮੰਨੀਏ, ਕਿਉਂਕਿ ਜਦੋਂ ਉਹ ਡਿੱਗੇਗਾ ਅਸੀਂ ਵੀ ਡਿੱਗਣਾ ਹੈ ਫਿਰ, ਠੀਕ ਹੈ। ਸਾਨੂੰ ਫਿਰ ਖੜਾ ਹੋਣਾ ਔਖਾ ਹੋ ਜਾਂਦਾ ਹੈ। ਅਸੀਂ ਆਪਣੇ ਬਲੂ ਪ੍ਰਿੰਟ ਤੋਂ ਹੀ ਮੋਟੀਵੇਟ ਹੋਣਾ ਹੈ, ਠੀਕ ਹੈ। ਨੈਕਸਟ ਜੇ ਅਸੀਂ ਹੁਣ ਗੱਲ ਕਰੀਏ, ਸਮਾਰਟ ਦੀ ਗੱਲ ਹੋਈ ਸੀ, ਸਮਾਰਟ SMART, ਬਹੁਤਿਆਂ ਨੂੰ ਪਤਾ ਹੈ ਕਿਉਂਕਿ ਇਹਦਾ ਸੈਸ਼ਨ ਅਸੀਂ ਛੋਟਾ ਜਿਹਾ ਸੈਸ਼ਨ ਲਾ ਚੁੱਕੇ ਹਾਂ ਘੰਟੇ ਦਾ ਲਾਸਟ ਟਾਈਮ। ਸੋ ਕਿਹਨੇ ਸੈਸ਼ਨ ਨਹੀਂ ਸੀ ਲਾਇਆ ਉਹ ਸਮਾਰਟ ਓਬਜੈਕਟਿਵਸ ਦਾ, ਹੱਥ ਖੜਾ ਕਰ ਸਕਦੇ ਜਿਹਨੂੰ ਨਹੀਂ ਪਤਾ। ਤਰਨਦੀਪ, ਭਾਵੀ, ਬਲਜੀਤ, ਓਕੇ। ਸੋ ਮੈਂ ਬਿਲਕੁਲ ਰਾਈਟ ਟਾਈਮ 'ਤੇ ਹਿੱਟ ਕੀਤਾ ਨਾ ਇਸ ਸਬਜੈਕਟ ਨੂੰ। ਮੋਸਟਲੀ 13 ਸਾਡੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ। ਓਕੇ, ਹੁਣ ਹੱਥ ਆਪਣੇ ਡਾਊਨ ਕਰ ਸਕਦੇ ਹੋ। ਓਕੇ, ਆਬਜੈਕਟਿਵ ਦੇ ਵਿੱਚ ਸਮਾਰਟ ਸਮਝਣਾ ਹੈ, ਯਾਦ ਕਰਨਾ ਆਸਾਨ ਹੁੰਦਾ ਹੈ। ਸਮਾਰਟ ਮਤਲਬ ਇਹ ਨਹੀਂ ਕਿ ਮੁੱਛਾਂ ਖੜੀਆਂ ਅਤੇ ਫਿਕਸੋ ਲਾਈ ਹੋਈ ਅਤੇ ਪੱਗ ਬੰਨੀ ਹੋਈ ਹੈ ਨਾ, ਉਹ ਸਮਾਰਟ ਨਹੀਂ। ਜਿਹੜਾ ਸਮਾਰਟ ਮੈਂ ਦੱਸ ਰਿਹਾ ਨਾ, ਆਹ ਸਮਾਰਟ। ਓਕੇ, ਆਹ ਵਾਲਾ ਸਮਾਰਟ ਦਾ ਮਤਲਬ ਹੈ ਸਪੈਸੀਫਿਕ। ਸਾਡੇ ਆਬਜੈਕਟਿਵ ਕਲੀਅਰ ਹੋਣੇ ਚਾਹੀਦੇ ਕਿ ਫੋਰ ਐਗਜ਼ਾਮਪਲ ਆਈ ਵਾਂਟ ਟੂ ਕੰਸਿਸਟੈਂਟਲੀ ਇੰਪਰੂਵ ਮਾਈ ਫੋਰੈਕਸ ਟ੍ਰੇਡਿੰਗ ਪਰਫੋਰਮੈਂਸ ਬਾਈ ਇਨਕਰੀਜ਼ਿੰਗ ਮਾਈ ਵਿਨ ਰੇਟ। ਫੋਰੈਕਸ 'ਚ ਕੀ ਹੈ, ਸੇਮ ਵਿਨ ਰੇਟ ਹੀ ਹੁੰਦਾ ਹੈ। ਸਪੈਸੀਫਿਕ ਹੈ ਮੈਨੂੰ ਕਿ ਮੇਰਾ ਇਹ ਪਲਾਨ ਹੈ, ਮੈਂ ਡਿਮਾਂਡ ਦੇ ਉੱਤੇ ਆ ਕੇ ਬਾਏ ਕਰਨਾ ਹੈ, ਰੈਜ਼ਿਸਟੈਂਸ ਦੇ ਉੱਤੇ ਜਾ ਕੇ ਹਾਇਰ ਟਾਈਮ ਫਰੇਮ ਦੇ ਰੈਜ਼ਿਸਟੈਂਸ 'ਤੇ ਸੈੱਲ ਕਰਨਾ ਹੈ, ਪੁੱਲ ਬੈਕ 'ਤੇ ਮੈਂ ਐਗਜ਼ਿਟ ਨਹੀਂ ਕਰਨਾ ਟ੍ਰੇਡ ਨੂੰ। ਮੈਂ ਲਿਖਿਆ ਹੋਇਆ ਆਲਰੇਡੀ ਨਾ, ਮੈਂ ਐਂਟਰ ਨਹੀਂ ਕਰਾਂਗਾ, ਮੈਂ ਬ੍ਰੇਕ ਇਵਨ 'ਤੇ ਹਿੱਟ ਕਰਾਵਾਂਗਾ ਸਟਾਪ ਲਾਸ, ਠੀਕ ਹੈ। 50% ਤੋਂ ਜ਼ਿਆਦਾ ਰਿਟਰੇਸਮੈਂਟ ਹੋਏਗੀ, ਮੈਂ ਉਦੋਂ ਐਗਜ਼ਿਟ ਕਰਨਾ, ਅਦਰਵਾਈਜ਼ ਮੈਂ ਟ੍ਰੇਡ 'ਚ ਬਣਿਆ ਰਹਾਂਗਾ। ਹਰ ਚੀਜ਼ ਇੱਕ ਇਨ ਰਾਈਟਿੰਗ ਹੈਗੀ ਜਿਹੜੀ ਜਿਸ ਦੇ ਉੱਤੇ ਅਸੀਂ ਕੱਲ੍ਹ ਗੱਲ ਕਰਾਂਗੇ, ਠੀਕ ਹੈ, ਜੇ ਮੈਂ ਅਵੇਲੇਬਲ ਹੋਇਆ। ਓਕੇ, ਸੋ ਉਸ ਸਾਨੂੰ ਬਿਲਕੁਲ ਕਲੀਅਰ ਚਾਹੀਦਾ ਹੈ ਕਿ ਮੇਰੀ ਕਿਹੜੀ ਕੰਡੀਸ਼ਨ ਦੇ ਵਿੱਚ ਮੈਂ ਟ੍ਰੇਡ ਕਰਾਂਗਾ। ਓਕੇ, ਸੋ ਮੈਂ ਆਪਣੀ ਵਿਨ ਰੇਟ ਨੂੰ ਇੰਪਰੂਵ ਕਰਨਾ ਹੈ ਕਿੰਨੀ % ਦੇ ਨਾਲ। 60% ਤੁਸੀਂ ਜੇ ਸੇਮ ਲੋਟ ਸਾਈਜ਼ ਰੱਖਦੇ ਹੋ, ਜਿਵੇਂ ਮਨਪ੍ਰੀਤ ਸਿੰਘ ਇਜ਼ ਦਾ ਬੈਸਟ ਐਗਜ਼ਾਮਪਲ, ਇਹਨਾਂ ਨੇ 3 ਮਹੀਨੇ 0.01 ਦਾ ਹੀ ਲੋਟ ਸਾਈਜ਼ ਰੱਖਿਆ ਸੀ। ਕੱਲ੍ਹ ਪਰਸੋਂ ਗੱਲ ਵੀ ਹੋਈ ਸੀ, ਰਾਈਟ, ਰਿਪੀਟ ਕਰਨ ਦੀ ਲੋੜ ਨਹੀਂ ਹੈ। 3 ਮਹੀਨੇ 'ਚ ਇਹਨਾਂ ਨੇ ਸੇਮ ਲੋਟ ਸਾਈਜ਼ ਰੱਖ ਕੇ ਇਹਨਾਂ ਨੇ ਸੇਮ 3 ਜਾਂ 4 ਟ੍ਰੇਡਸ ਲਿਮਿਟ ਦੀ ਕੀਤੀਆਂ। 1:3 ਦੀ ਇਹਨਾਂ ਨੇ ਜਿਹੜੀ ਹੈਗੀ ਉਹ ਰਿਸਕ ਰਿਵਾਰਡ ਰੇਸ਼ੋ ਨੂੰ ਫੋਲੋ ਕੀਤਾ। ਇਹ ਨਹੀਂ ਕਿ ਲੋਸ $1 ਦਾ ਤੇ ਪ੍ਰੋਫਿਟ ਵੀ $1 ਦਾ ਨਹੀਂ। ਇਹਨਾਂ ਨੇ 3 ਜਾਂ 4 ਤੋਂ ਘੱਟ ਟ੍ਰੇਡ 'ਚ ਐਂਟਰ ਨਹੀਂ ਲਿਆ ਜਿਹਦੇ 'ਚ ਪ੍ਰੋਫਿਟ 4 ਗੁਣਾ ਨਾ ਹੋਵੇ। ਓਕੇ ਮੈਡਰੀ, ਓਕੇ, ਯੂ ਕੈਨ ਗੋ, ਯੂ ਕੈਨ ਕਮ ਬੈਕ ਐਨੀ ਟਾਈਮ। ਸੋ ਇਹਨਾਂ ਨੇ ਉਹਨੂੰ ਫੋਲੋ ਕੀਤਾ ਅਤੇ ਅਗਰ ਸਕਸੈਸ ਰੇਟ ਇਹਨਾਂ ਦਾ 60 ਵੀ ਹੋਏਗਾ ਨਾ, ਜਿਹੜਾ ਬਹੁਤ ਛੋਟਾ ਲੱਗਦਾ ਹੈ, ਉਹਦੇ 'ਚ ਵੀ ਇਹਨਾਂ ਦਾ ਪ੍ਰੋਫਿਟ ਹੋਏਗਾ, ਕਿਉਂਕਿ ਇਹਨਾਂ ਦਾ 40 ਦਾ ਲੋਸ ਹੋਇਆ, 60 ਦਾ ਇਹਨਾਂ ਦਾ ਪ੍ਰੋਫਿਟ ਹੋਇਆ। ਸੋ ਸਟਿਲ ਹੀ ਇਜ਼ ਇਨ ਪ੍ਰੋਫਿਟ, ਰਾਈਟ।
ਸੋ ਇੱਥੇ ਪ੍ਰੋਬੇਬਿਲਿਟੀ 'ਤੇ ਵੀ ਇਹ ਕੰਮ ਕੀਤਾ ਜਾ ਸਕਦਾ, ਲੇਕਿਨ ਜੇ ਸਾਡੇ ਚੀਜ਼ਾਂ ਕਲੀਅਰ ਹੈ, ਜੇ ਅਸੀਂ ਡਿਸਪਲਿਨ ਹੈਗੇ ਹੈ ਆਪਣੇ ਲੋਡ ਸਾਈਜ਼ ਦੇ ਵਿੱਚ। ਓਕੇ, ਕਿਸੇ ਨੇ ਹੱਥ ਖੜਾ ਕੀਤਾ ਸੀ? ਓਕੇ, ਨਹੀਂ। ਸੋ ਸਾਨੂੰ ਕਲੀਅਰ ਹੋਣਾ ਚਾਹੀਦਾ ਸਾਡਾ ਆਬਜੈਕਟਿਵ ਕੀ ਹੈ। ਤੁਸੀਂ ਫਾਈਨੈਂਸ਼ੀਅਲ ਟਰਮਸ ਦੇ ਵਿੱਚ ਨਹੀਂ ਰੱਖਣਾ ਕਿ ਮੈਂ ਇੰਨੇ ਡਾਲਰ ਕਮਾਣੇ ਜੀ, ਨਹੀਂ, ਡਾਲਰ ਨਹੀਂ ਕਮਾਣੇ, ਅਸੀਂ ਤਾਂ ਡਾਲਰ ਕਮਾਉਣ ਨਹੀਂ ਆਏ ਹੋਏ, ਸਟਾਰਟਿੰਗ ਸਿੱਖਣ ਆਏ ਹਾਂ ਆਪਾਂ, ਠੀਕ ਹੈ। ਤੁਸੀਂ ਜੇ ਸਕੂਲ 'ਚ ਐਡਮਿਸ਼ਨ ਲੈਂਦੇ ਹੋ, ਤੁਸੀਂ ਪਹਿਲੇ ਦਿਨ ਰੌਲਾ ਪਾਉਂਦੇ ਜੀ ਮੈਂ ਜੀ ਹੈਡ ਮਾਸਟਰ ਬਣ ਕੇ 60,000 ਮਹੀਨਾ ਕਮਾਇਆ ਕਰਨਾ। ਨਹੀਂ, ਪਹਿਲਾਂ ਕਲਾਸ ਤਾਂ ਕੁਆਲੀਫਾਈ ਕਰੋ, ਪਹਿਲਾਂ ਆਪਣੀ ਐਜੂਕੇਸ਼ਨ ਤਾਂ 10ਵੀਂ ਤੱਕ ਕਰੋ, ਫਿਰ +2 'ਚ ਜਾਓ, ਫਿਰ BA B.Ed M.Ed ਕਰੋ, ਜੋ ਵੀ ਹੈਗਾ ਅੱਗੇ, ਹੈ ਨਾ ਪ੍ਰੋਸੀਜਰ। रिपीट कर दो, आवाज चली गई सी। ਮੇਰੀ ਆਵਾਜ਼ ਚਲੀ ਗਈ ਸੀ ਭਾਜੀ ਵੌਇਸ ਗੈਪ ਆ ਰਿਹਾ, ਰਿਪੀਟ ਕਰ ਦਿਓ। ਰੀਅਲੀ? ਓਕੇ, ਸੋ ਕਿੱਥੇ ਤੱਕ ਸੁਣਿਆ ਸੀ ਤੁਸੀਂ ਲਾਸਟ ਟਾਈਮ? थोड़ी आवाज ब्रेक हो रही। ਨਹੀਂ, ਤੁਸੀਂ ਕਿੱਥੇ ਤੱਕ ਸੁਣਿਆ ਸੀ ਲਾਸਟ? जड़ी ਹੈਲੋ ਹੈਲੋ। यस वीर जी, परफेक्ट ਓਕੇ, ਮੈਨੂੰ हाँ ਸਵਿਚ जी। ਕਰਨਾ ਪਿਆ। वीर जी हुण आवाज सही हाँ है। जी, आ रही है जी। ਓਕੇ ਹਾਂਜੀ ਭਾਜੀ ਆਡੀਬਲ ਆ। ਓਕੇ ਓਕੇ, ਸੋ ਮੈਂ ਕਿੱਥੇ ਸੀਗਾ? ਹਾਂ, 60% ਦਾ ਜਿਹੜਾ ਟਾਰਗੇਟ ਹੈਗਾ ਆਪਣਾ ਸਕਸੈਸ ਦਾ, ਉਹ ਹੋ ਗਿਆ ਸੀਗਾ ਕਿ ਜੇ ਤੁਹਾਡੀ ਜਿਹੜੀ ਹੈਗੀ ਹੈ ਸਕਸੈਸ ਰੇਟ 60 ਹੈਗੀ ਹੈ, ਤੁਸੀਂ ਇੱਕ ਡਿਸਪਲਿਨ ਟਰੇਡਰ ਹੋ, ਤੁਸੀਂ ਲੋਡ ਸਾਈਜ਼, ਰਿਸਕ ਰਿਵਾਰਡ ਰੇਸ਼ੋ, ਸਟਾਪ ਲੋਸ ਦਾ ਖਿਆਲ ਰੱਖਦੇ ਹੋ। ਤੁਸੀਂ ਜਿਵੇਂ ਕਿ ਮੈਂ ਦੱਸਿਆ ਆ, ਮਨਪ੍ਰੀਤ ਨੇ $50 ਦੇ -23 ਸੀਗਾ, ਇਹਨਾਂ ਨੇ ਇਮੈਜਿਨ ਕਰੋ ਕਿ $100 ਇਹਨਾਂ ਨੇ 700 ਬਣਾਇਆ 3 ਮਹੀਨੇ 'ਚ। ਸੋ 7 ਟਾਈਮ ਇਹਨਾਂ ਨੇ ਪੈਸੇ ਨੂੰ ਡਬਲ ਕੀਤਾ, 7 ਗੁਣਾ। ਸੋ ਜੇ ਇਹਨਾਂ ਦਾ ਲੋਡ ਸਾਈਜ਼ ਇਹੀ, ਅਗਰ ਸਕਸੈਸ ਨੂੰ ਮੈਂ ਦਾਅਵਾ ਕਰਦਾ ਇੱਥੇ ਕਲੀਨਲੀ, ਅਗਰ ਇਹ ਡਿਸਪਲਿਨ ਰਹਿਣਗੇ, ਸੇਮ ਡਿਸਪਲਿਨ ਰੱਖਣਗੇ ਲੋਡ ਸਾਈਜ਼, ਰਿਸਕ ਰਿਵਾਰਡ ਦੇ ਵਿੱਚ ਤੇ ਨੰਬਰ ਆਫ ਟਰੇਡਸ ਦੇ ਵਿੱਚ, ਹੈ ਨਾ, ਸੇਮ ਚੈੱਕਲਿਸਟ ਫੋਲੋ ਕਰਨਗੇ, ਲੋਡ ਸਾਈਜ਼ ਅਗਰ ਆਪਣਾ ਇੱਕ ਲੋਡ ਸਾਈਜ਼ ਅਗਰ ਰੱਖ ਲੈਣਗੇ ਇਹ, ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ 2-3 ਮਹੀਨੇ 'ਚ $1,00,000 ਵੀ ਬਣਾ ਸਕਦੇ ਹੈ। ਮੈਂ ਫਿਗਰਸ ਦੀ ਗੱਲ ਕਰ ਰਿਹਾ ਹੁਣ, ਠੀਕ ਹੈ, ਕਿਉਂਕਿ ਡਿਸਪਲਿਨ ਹੀ ਜ਼ਰੂਰੀ ਹੈ। ਜਿਵੇਂ ਤੁਸੀਂ ਐਡਮਿਸ਼ਨ ਲਈ 5ਵੀਂ ਕਲਾਸ, ਤੁਸੀਂ 6ਵੀਂ 'ਚ ਐਡਮਿਸ਼ਨ ਲਈ ਸਕੂਲ 'ਚ, ਹੈ ਨਾ, ਤੁਸੀਂ ਕੀ ਉਸ ਦਿਨ ਹੀ ਦਾਅਵਾ ਕਰ ਦਿੰਦੇ ਹੋ 10ਵੀਂ ਤੋਂ ਬਾਅਦ ਕਿ ਨਹੀਂ ਜੀ ਮੈਂ ਜੀ ਮੇਰਾ ਇਹ ਆਬਜੈਕਟਿਵ ਹੈ ਕਿ ਮੈਂ ਜੀ ਹੈਡ ਮਾਸਟਰ ਬਣ ਕੇ 60,000 ਰੁਪਈਆ ਕਮਾਉਣਾ ਹੈ, ਇਹ $1,00,000 ਮੇਰੀ ਸੈਲਰੀ ਹੋਏਗੀ? ਨਹੀਂ, ਅਸੀਂ ਸਟੈਪ ਬਾਈ ਸਟੈਪ ਜਿਹੜਾ ਹੈਗਾ ਉਹ ਚੱਲਦੇ ਹਾਂ, ਠੀਕ ਹੈ। ਸੋ ਇੱਥੇ ਆਉਣ ਦਾ ਪਰਪਜ਼, ਇੱਥੇ ਮੀਟਿੰਗ ਦਾ ਪਰਪਜ਼, ਮੈਂ ਡਾਲਰ ਦੀ ਗੱਲ ਨਹੀਂ ਕਰਾਂਗਾ, ਮੈਂ ਗੱਲ ਕਰਾਂਗਾ ਕਿ ਆਪਾਂ ਇੱਥੇ ਸਿੱਖਣੀ ਹੈਗੀ ਹੈ ਪ੍ਰੋਸੈਸ ਕੀ ਹੈ। ਉਹ ਪ੍ਰੋਸੈਸ ਸਿੱਖ ਕੇ, ਉਹ ਡਿਸਪਲਿਨ ਮੇਨਟੇਨ ਕਰਕੇ, ਤੁਸੀਂ ਜਿਵੇਂ ਮਨਪ੍ਰੀਤ ਨੇ ਇੱਕ 100 ਦੇ 700 ਬਣਾਇਆ, ਤੁਸੀਂ 1,00,000 ਦੇ 7,00,000 ਵੀ ਬਣਾ ਸਕਦੇ ਹੋ। ਡਿਪੈਂਡ ਕਰਦਾ ਕਿ ਡਿਸਪਲਿਨ ਤਾਂ ਸੇਮ ਹੀ ਤੁਹਾਨੂੰ ਮੇਨਟੇਨ ਰੱਖਣਾ ਪਏ। ਜਿਸ ਦਿਨ ਮਨਪ੍ਰੀਤ ਇਹ ਸੋਚੇਗਾ, ਮਨਪ੍ਰੀਤ ਤੁਹਾਡਾ ਮੈਂ ਨਾਮ ਯੂਜ਼ ਕਰ ਰਿਹਾ, ਮਾਈਂਡ ਨਾ ਕਰਿਓ, ਕਿਤੇ ਕਾਪੀਰਾਈਟ ਦਾ ਕਲੇਮ ਨਾ ਕਰ ਦਿਓ, ਹੈ ਨਾ। ਓਕੇ, ਮੈਂ ਐਗਜ਼ਾਮਪਲ ਦੇ ਰਿਹਾ ਵਾਂ ਟੀਮ ਨੂੰ। ਓਕੇ, ਮੈਂ ਐਗਜ਼ਾਮਪਲ ਦੇ ਰਿਹਾ ਕਿ ਤੁਹਾਡੇ ਕੋਲ ਉਹ ਚੀਜ਼ਾਂ ਹੈਗੀਆਂ, ਤੁਹਾਡੀ ਜਰਨਲ, ਵੀ ਕੈਨ ਸ਼ੋ ਦਾ ਜਰਨਲ। ਓਕੇ, ਸੋ ਜੇ ਸੇਮ ਡਿਸਪਲਿਨ ਰੱਖ ਕੇ, ਹੁਣ ਇੱਥੇ ਮੈਟਰ ਕੀ ਕਰਦਾ, ਇੱਥੇ ਇਹਨਾਂ ਦੀ ਮੈਟਰ ਕਰਦੀ ਹੈ ਸਕਸੈਸ, ਇਹਨਾਂ ਦਾ ਡਿਸਪਲਿਨ ਫਰਦਰ ਫਿਊਚਰ, ਜੋ ਇਹਨਾਂ ਨੇ ਹੁਣ ਤੱਕ ਅਚੀਵ ਕੀਤਾ, ਜੋ ਇਹਨਾਂ ਨੇ ਥਿਓਰੀ ਸਿੱਖੀ, ਜੋ ਇਹਨਾਂ ਨੇ ਪ੍ਰੈਕਟੀਕਲੀ ਹਾਸਲ ਕੀਤਾ, ਸਲੋ ਐਂਡ ਸਟੈਡੀ। ਜੇ ਇਹਨਾਂ ਦੀ ਚੀਜ਼ਾਂ ਉਹ ਐਵੇਂ ਹੀ ਇੰਟੈਕਟ ਰਹਿਣਗੀਆਂ ਤਾਂ ਇਹਨਾਂ ਨੂੰ ਮਿਲੇਨੀਅਰ ਬਣਨ ਦੇ ਵਿੱਚ ਕੋਈ ਦੇਰ ਨਹੀਂ, ਕਿਉਂਕਿ ਪ੍ਰੋਸੈਸ ਸਿੱਖ ਲਈ ਹੈ। ਜਿਵੇਂ ਅਸੀਂ ਕੋਈ ਸਬਜ਼ੀ ਬਣਾਉਣਾ ਸਿੱਖ ਗਏ ਤਾਂ 1-2 ਬੰਦਿਆਂ ਦੀ ਬਣਾਓ ਰੋਟੀ ਜਾਂ 1000 ਦੀ ਬਣਾਓ, ਫਿਰ ਥਿਓਰੀ ਤਾਂ ਉਹਦੀ ਜਿਹੜੀ ਰੈਸਪੀ ਤਾਂ ਸੇਮ ਰਹੇਗੀ, ਰਾਈਟ। ਸੋ ਇੱਥੇ ਅਸੀਂ ਰੈਸਪੀ ਦੀ ਗੱਲ ਕਰ ਰਹੇ ਹਾਂ ਕਿ ਆਪਾਂ ਕਿਸ ਚੀਜ਼ ਨੂੰ ਫੋਲੋ ਕਰਨਾ, ਆਪਾਂ ਕਿਸ ਚੀਜ਼ ਨੂੰ ਫੋਲੋ ਨਹੀਂ ਕਰਨਾ, ਡੂਜ਼ ਐਂਡ ਡੋਂਟਸ। ਪ੍ਰੈਕਟੀਕਲੀ ਟਾਈਮ ਲੱਗਦਾ ਹੈ, ਠੀਕ ਹੈ। ਉਸ ਐਜੂਕੇਸ਼ਨ ਨੂੰ ਜਿਹੜੀ ਅਸੀਂ ਪਹਿਲਾਂ ਕੀਤੀ ਉਹਨੂੰ ਅਸੀਂ ਓਵਰਲੁੱਕ ਕਰਕੇ ਅਸੀਂ ਇਸ ਫਾਈਨੈਂਸ਼ੀਅਲ ਵਰਲਡ ਦੀ ਐਜੂਕੇਸ਼ਨ ਨੂੰ ਲੈਣਾ। ਹੁਣ ਸਪੈਸੀਫਿਕ ਦੀ ਗੱਲ ਸਭ ਨੂੰ ਸਮਝ ਆ ਗਈ, ਸਾਡੇ ਆਬਜੈਕਟਿਵ ਕਲੀਅਰ ਚਾਹੀਦੇ ਨੇ ਕਿ ਅਸੀਂ ਸਾਡਾ ਸਕਸੈਸ ਰੇਟ ਅੱਜ ਕਿੰਨਾ ਹੈ। ਜੇ ਅੱਜ ਤੁਸੀਂ 10 ਟਰੇਡਾਂ 'ਚੋਂ 7 ਟਰੇਡਾਂ 'ਚ ਲੋਸ ਕਰਦੇ ਹੋ, ਠੀਕ ਹੈ, ਅਤੇ ਤੁਹਾਡਾ ਸਿਰਫ 3 'ਚ ਪ੍ਰੋਫਿਟ ਹੈਗਾ, ਕੋਈ ਮਾੜੀ ਗੱਲ ਨਹੀਂ ਹੈਗੀ। ਬਿਗਨਰ ਸੀਗੇ, ਕਦੀ 0 ਤੇ ਸੀਗੇ ਜਦੋਂ ਪਤਾ ਹੀ ਨਹੀਂ ਸੀ ਫੋਰੈਕਸ ਬਾਰੇ, ਅੱਜ ਆਏ, ਕੋਸ਼ਿਸ਼ ਕੀਤੀ, 30% ਸਕਸੈਸ ਰੇਟ ਹੈਗਾ, 70% ਲੋਸ ਹੈ। ਅਸੀਂ ਕਰਨਾ ਕੀ, ਸਟੈਪ ਬਾਈ ਸਟੈਪ ਅਸੀਂ ਉਹਨੂੰ ਆਪਣੀ ਗਲਤੀਆਂ ਜਨਰਲ ਦੇਖਦੇ ਹੋਏ, ਸਲੋ ਐਂਡ ਸਟੈਡੀ
ਅਸੀਂ ਆਪਣੀ ਗਲਤੀਆਂ ਨੂੰ ਇੰਪਰੂਵ ਕਰਕੇ ਅਸੀਂ 60 70 80 ਤੱਕ ਲੈ ਕੇ ਜਾਣਾ। ਮਨਪ੍ਰੀਤ ਤੁਹਾਡਾ ਕੀ ਰੇਟ ਹੈ ਇਸ ਵੇਲੇ? ਭਾਜੀ ਇਸ ਟਾਈਮ ਰੇਟ ਆ ਵੀ ਜੇ ਆਪਣੇ ਵੀਕ ਦੇ ਵਿੱਚ ਸਪੋਜ਼ 26 ਟ੍ਰੇਡ ਕਰਦਾ ਨਾ ਤੇ 26 ਦੇ ਵਿੱਚੋਂ 23 ਪੋਜ਼ਿਟਿਵ ਹੋਣੀਆਂ ਤੇ 3 ਸਟਾਪ ਲਾਸ ਸੈੱਟ ਹੁੰਦੇ ਆ ਵੀਕ ਦੇ। 95% ਓਕੇ। ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਪੇਸ਼ੈਂਸ ਦੇ ਨਾਲ ਥਿਊਰੀ ਸਿੱਖੀ, ਸਲੋ ਐਂਡ ਸਟੱਡੀ ਚੱਲੇ ਨੇ, ਸਟਾਪ ਲਾਸ ਵੀ ਦੇਖੇ ਨੇ, ਆਪਣਾ ਵਿਨ ਰੇਟ ਨੂੰ ਇੰਪਰੂਵ ਕਰਦੇ ਗਏ, ਗਲਤੀਆਂ ਦੇਖਦੇ ਗਏ, ਕਿੱਥੇ ਗਲਤੀ, ਮੈਨੂੰ ਫੋਨ ਕੀਤੇ, ਹਰਿੰਦਰ ਸਿੰਘ ਨੂੰ ਫੋਨ ਕੀਤੇ, ਠੀਕ ਹੈ। ਆਪ ਪ੍ਰੈਕਟਿਸ ਕੀਤੀ। ਰਾਤ ਨੂੰ ਜਦੋਂ ਨਾਲ ਦੇ ਮੁੰਡੇ ਆ ਕੇ ਸੋ ਜਾਂਦੇ ਹੁੰਦੇ ਸੀ, ਇਹ ਵੀਰ ਲਿਖਦਾ ਹੁੰਦਾ ਸੀ ਹੱਥ ਪੈਨ ਦੇ ਨਾਲ, ਹੈ ਨਾ, ਰੂਲਸ ਬਾਰ-ਬਾਰ ਇੱਦਾਂ ਹੁੰਦਾ ਨਾ ਮਨਪ੍ਰੀਤ, ਇੱਦਾਂ ਕੀਤਾ ਨਾ ਤੁਸੀਂ ਬਾਰ-ਬਾਰ ਪ੍ਰੈਕਟਿਸ ਕੀਤੀ ਤਾਂ ਕਿ ਤੁਹਾਨੂੰ ਚੀਜ਼ਾਂ ਤੁਹਾਡੇ ਦਿਮਾਗ 'ਚ ਬਸ ਜਾਣ, ਹੈ ਨਾ। ਹੁੱਕ ਔਰ ਕਰੁੱਕ ਤੁਸੀਂ ਉਸ ਚੀਜ਼ ਨੂੰ ਰੱਟਾ ਹੀ ਮਾਰਿਆ, ਹੈ ਨਾ, 2 ਦੂਣੀ 4, ਬਟ ਫਾਈਨਲੀ ਯੂ ਆਰ ਐਟ 95% ਵਿਨ ਰੇਟ, ਠੀਕ ਹੈ, ਜਿਹੜਾ ਕਿ ਆਈ ਡੋਂਟ ਥਿੰਕ ਸੋ ਕਿ ਇਹਨੂੰ ਹਰ ਕੋਈ ਹਾਸਿਲ ਕਰ ਸਕਦਾ ਹੈ। ਓਕੇ, ਦਿਸ ਇਜ਼ ਅਮੇਜ਼ਿੰਗ। ਸੋ ਹੁਣ ਕੀ ਹੈ, ਉਸੀ ਤੁਹਾਨੂੰ ਕਲੀਅਰ ਹੈ ਇਸ ਵੇਲੇ ਕਿ ਤੁਹਾਡਾ ਗੋਲਸ ਵਿੱਚ ਮੈਂ ਸਾਰਿਆਂ ਬਾਰੇ ਗੱਲ ਕਰ ਰਿਹਾ। ਸਪੈਸੀਫਿਕ ਲਿਖੋ ਕਿ ਅੱਜ ਮੇਰਾ ਇਹ ਰੇਟ ਹੈ, ਮੈਂ 40% ਟ੍ਰੇਡਸ ਵਿਨ ਕਰਦਾ ਵਾਂ, 80 ਤੱਕ ਮੇਰਾ ਜਾਣਾ ਹੈ। ਨਹੀਂ ਪਤਾ ਲੱਗ ਰਿਹਾ, ਮਨਪ੍ਰੀਤ ਸਿੰਘ ਨੂੰ ਡਿਸਟਰਬ ਕਰੋ, ਭਾਜੀ ਤੁਸੀਂ ਕਿਵੇਂ ਕੀਤਾ, ਠੀਕ ਹੈ, ਮੈਨੇਜਮੈਂਟ ਨੂੰ ਪੁੱਛੋ, ਸੀਨੀਅਰ ਮੈਂਬਰ ਨੂੰ ਪੁੱਛੋ। ਓਕੇ, ਲਿਖੋ ਅੱਜ ਕਿੰਨਾ ਹੈ, ਰੀਅਲ 'ਚ ਲਿਖਣਾ ਹੈ, ਰੀਅਲ ਦੇ ਵਿੱਚ, ਕਿਉਂਕਿ ਅਸੀਂ ਇੱਥੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਾਂ, ਅਸੀਂ ਇੱਥੇ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ। ਕਿਸੇ ਨਾਲ ਵੀ ਝੂਠ ਬੋਲੋ, ਫਿਰ ਆਪਣੇ ਆਪ ਨਾਲ ਝੂਠ ਨਹੀਂ ਬੋਲਣਾ, ਕਿਉਂਕਿ ਸਾਡੀ ਆਪਣੀ ਹੀ ਟ੍ਰੇਡਿੰਗ ਨਾਲ ਸਾਡੀ ਪ੍ਰੋਫਿਟ ਤੇ ਲੋਸ ਹੋਏਗਾ। ਅਸੀਂ ਕਿਸੇ ਨੂੰ ਬੁੱਧੂ ਨਹੀਂ ਬਣਾਉਣਾ ਇੱਥੇ। ਸੋ ਹੋਨੈਸਟੀ ਨਾਲ ਲਿਖਣਾ ਕਿ ਅਸੀਂ ਸਾਡਾ ਕਰੰਟ ਜਿਹੜਾ ਹੈਗਾ, ਆਪਾਂ ਕਿੰਨੀਆਂ ਟ੍ਰੇਡਾਂ ਕੀਤੀਆਂ ਅੱਜ ਤੱਕ, ਕਿੰਨੀਆਂ ਸਾਡੀਆਂ ਉਹਦੇ 'ਚ ਵਿਨ ਹੈ, ਕਿੰਨਾ ਲੋਸਿਸ ਹੈ, ਠੀਕ ਹੈ, ਉਹ ਲਿਖੋ। ਅਸੀਂ ਕਿਵੇਂ ਇੰਪਰੂਵ ਕਰਨਾ, ਉਹ ਪਲਾਨ ਆਪਾਂ ਕੱਲ੍ਹ ਨੂੰ ਡਿਸਕਸ ਕਰਾਂਗੇ ਕਿ ਅਸੀਂ ਕਿਹੜੀ ਚੀਜ਼ਾਂ ਚੈੱਕ ਕਰਨੀਆਂ ਹੈਗੀਆਂ, ਪਲਾਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਠੀਕ ਹੈ। ਉਹ ਕੰਟੈਂਟ ਮੇਰੇ ਆਲਮੋਸਟ ਤਿਆਰ ਨੇ, ਕੱਲ੍ਹ ਨੂੰ ਡਿਸਕਸ ਕਰਦੇ ਹਾਂ। ਸੋ ਸਪੈਸੀਫਿਕ ਵਿੱਚ ਇਹ ਲਿਖੋ ਕਿ ਤੁਸੀਂ ਆਪਣੇ ਵਿਨ ਰੇਟ ਨੂੰ ਕਿਸ ਪਰਸੈਂਟੇਜ ਤੱਕ ਲੈ ਕੇ ਜਾਣਾ, ਅੱਜ ਕਿੰਨਾ ਹੈ ਅਤੇ ਕੀ ਟਾਰਗੇਟ ਹੈ। 100% ਨਾ ਲਿਖ ਦਿਓ, ਕਿਸੇ ਦਾ ਨਹੀਂ ਆਉਂਦਾ, ਓਕੇ। 90 ਵੀ ਨਾ ਲਿਖੇ ਵਾਲੇ, 75 80 ਇਜ਼ ਮੋਰ ਦੈਨ ਇਨਫ, ਓਕੇ। ਸੋ ਉਹ ਸਪੈਸੀਫਿਕ ਹੋਏਗਾ, ਉਹ ਰੀਅਲਿਸਟਿਕ ਹੋਏਗਾ। ਜ਼ਿਆਦਾ ਵੱਡਾ ਲਿਖ ਦੋਗੇ, ਨੋ, ਆਈ ਡਾਊਟ ਕਿ ਉਹ ਚੀਜ਼ਾਂ ਨੂੰ ਫਿਰ ਤੁਹਾਨੂੰ ਫਿਰ ਬਰਡਨ ਹੋ ਜਾਏਗਾ, ਰਾਈਟ। ਜਿਵੇਂ ਨਾ ਫਿਰ ਅਸੀਂ ਸਟ੍ਰੈਸ ਆਉਂਦੇ ਵੀ ਨਹੀਂ, ਪੇਪਰ ਅੱਜ ਤੇ ਬਹੁਤ ਪ੍ਰੈਸ਼ਰ ਹੈ, ਕਾਸ਼ ਮੈਂ ਪੜ੍ਹਿਆ ਹੁੰਦਾ ਨਾ ਉਦੋਂ। ਲਾਸਟ ਮੋਮੈਂਟ ਦਾ ਟੋਰਚਰ ਸਭ ਨੂੰ ਯਾਦ ਹੈ ਨਾ, ਪੇਪਰ ਤੋਂ ਪਹਿਲਾਂ ਅਸੀਂ ਕਿੱਦਾਂ ਕਿਤਾਬਾਂ ਫੜ ਕੇ ਖੜ੍ਹੇ ਹੁੰਦੇ ਆ ਕਾਲਜ ਦੀਆਂ ਗੈਲਰੀਆਂ 'ਚ ਵੀ ਆਹ ਵੀ ਕਰ ਲਵਾਂ ਨਾ, ਕਾਸ਼ ਇਹ ਚੀਜ਼ ਪਹਿਲਾਂ ਪੜ੍ਹੀ ਹੁੰਦੀ, ਯਾਰ ਇਹ ਵੀ ਨਹੀਂ ਮੈਂ ਪੜ੍ਹਿਆ, ਕਾਸ਼ ਇਹ ਅੱਜ ਇਹਨੇ ਵੀ ਆ ਜਾਣਾ, ਹੈ ਨਾ। ਸਭ ਨੂੰ ਪਤਾ ਹੈ ਉਹ ਚੀਜ਼, ਸਾਰੇ ਨਾਲ ਹੋ ਚੁੱਕੀ ਹੈ ਉਹ ਚੀਜ਼। ਸੋ ਮੇਜ਼ਰੇਬਲ ਅਸੀਂ ਰੱਖਣੇ ਨੇ, ਮੇਜ਼ਰੇਬਲ ਜਿਹਨੂੰ ਅਸੀਂ ਕੈਲਕੂਲੇਟ ਕਰ ਸਕਦੇ ਹਾਂ, ਆਪਣੇ ਓਬਜੈਕਟਿਵਸ, ਆਪਣੇ ਗੋਲਸ ਨੂੰ। ਡਿਟਰਮਿਨ ਹਾਊ ਯੂ ਵਿਲ ਮੇਜ਼ਰ ਪ੍ਰੋਗਰੈਸ ਔਰ ਸਕਸੈਸ। ਕਿਵੇਂ ਅਸੀਂ ਐਗਜ਼ਾਮਪਲ, ਆਈ ਏਮ ਟੂ ਅਚੀਵ ਟੂ ਵਿਨ ਰੇਟ ਆਫ 70%, ਇਹ ਮੇਜ਼ਰੇਬਲ ਹੋ ਗਿਆ। ਸਪੈਸੀਫਿਕ ਕੀ ਹੈ ਕਿ ਮੈਂ ਆਪਣਾ ਵਿਨ ਰੇਟ ਇੰਪਰੂਵ ਕਰਨਾ, ਇੱਥੇ ਮੈਂ ਡਾਲਰ ਨਹੀਂ ਕਮਾਣੇ ਪਹਿਲੇ 6 ਮਹੀਨੇ 'ਚ, ਮੈਂ ਐਜੂਕੇਸ਼ਨ ਲੈਣੀ ਹੈ, ਮੈਂ ਇੱਕ ਟੈਕਨੀਕ ਸਿੱਖਣੀ ਹੈ, ਮੈਂ ਇੱਕ ਥਿਊਰੀ ਸਿੱਖਣੀ, ਮੈਂ ਇੱਕ ਰੈਸਿਪੀ ਲੈ ਰਿਹਾ ਹੈ, ਠੀਕ ਹੈ। ਮਿਸ਼ਲਨ ਸਟਾਰ ਤੋਂ ਮੈਂ ਇੱਕ ਰੈਸਿਪੀ ਲੈ ਰਿਹਾ ਕਿ ਦਾਲ ਮੱਖਣੀ ਕਿਵੇਂ ਬਣਾਉਣੀ ਹੈ, ਓਕੇ। ਫਿਰ ਉਹਦੇ ਬਾਅਦ ਅਸੀਂ ਚੀਜ਼ਾਂ ਨੂੰ ਕਸਟਮਾਈਜ਼ ਕਰਨਾ ਸ਼ੁਰੂ ਕਰਨਾ, ਓਕੇ। ਜਦੋਂ ਤੁਹਾਨੂੰ ਚੀਜ਼ ਆ ਗਈ, ਚੀਜ਼ ਮਿਲ ਗਈ, ਤੁਸੀਂ ਕਲੀਅਰ ਲਿਖ ਲਿਆ। ਨੈਕਸਟ ਇਜ਼ ਮੇਜ਼ਰੇਬਲ, ਤੁਹਾਡੇ ਗੋਲਸ ਮੇਜ਼ਰੇਬਲ ਹੋਣੇ ਚਾਹੀਦੇ, ਓਕੇ। ਇਹ ਨਹੀਂ ਕਿ ਮੈਂ ਜੀ ਬਸ ਮੈਂ ਹੁਣ ਕੋਈ ਗੱਲ ਨਹੀਂ, ਮੈਂ ਹੁਣ ਗੁਆਂਢੀ ਨੂੰ ਨਾ ਹੁਣ ਮੈਂ ਰੋਜ਼ ਲਿਆ ਕੇ ਦੱਸਾਂਗਾ 6 ਮਹੀਨੇ 'ਚ, ਕਿਆ ਇਹ ਮੇਜ਼ਰੇਬਲ ਹੈ, ਕਿਆ ਇਹ ਪੋਸੀਬਲ ਹੈ। ਕਿ ਸਾਡੇ ਓਬਜੈਕਟਿਵ ਇਮੋਸ਼ਨਸ ਤੋਂ ਇੰਡਿਊਸ ਨਹੀਂ ਹੋਣੇ ਚਾਹੀਦੇ, ਮੋਟੀਵੇਟਡ ਨਹੀਂ ਹੋਣੇ ਚਾਹੀਦੇ ਕਿ ਇਮੋਸ਼ਨਲੀ ਜੀ ਮੈਂ ਕਿਸੇ ਨੂੰ ਦੇਖਿਆ ਜੀ, ਨਹੀਂ ਜੀ ਬਸ, ਜਿਵੇਂ ਬਹੁਤ ਬੰਦੇ ਨਾ ਕਿਸੇ ਦੀ WWF ਦੀ ਵੀਡੀਓ ਦੇਖ ਲਈ, ਠੀਕ ਹੈ, ਗ੍ਰੇਟ ਖਲੀ ਦੀ ਆ ਕਿਸੇ ਦੀ ਵੀ, ਬਸ ਚਲ ਗਏ ਜੀ ਫਿਰ ਜਿਮ, ਉੱਥੇ ਜਾ ਕੇ ਫੀਸ ਵੀ ਦੇਤੀ, ਅਤੇ 2 ਦਿਨ ਜਦੋਂ ਬੋਡੀ ਪੇਨ ਹੋਈ ਅਤੇ ਵਾਪਸ ਮੁੜ ਕੇ ਘਰ, ਫਿਰ ਕਹਿੰਦੇ ਦਫਾ ਕਰੋ ਬੋਡੀ ਆ ਰਹਿੰਦਾ, ਠੀਕ ਹੈ ਜਿਵੇਂ ਹੈਗੇ ਆ, ਠੀਕ ਹੈ। ਸੋ ਉਹ ਚੀਜ਼ ਮੈਟਰ ਕਰਦੀ। ਅਸੀਂ ਇਮੋਸ਼ਨਲੀ ਡਿਸੀਜ਼ਨ ਲੈਣੇ, ਇੱਥੇ ਰੀਅਲਿਸਟਿਕ ਡਿਸੀਜ਼ਨ ਲੈਣੇ ਨੇ ਆਪਾਂ ਨੇ, ਰੀਅਲਿਸਟਿਕ ਜੋ ਅਸੀਂ ਹਾਸਿਲ ਕਰ ਸਕਦੇ ਹਾਂ। ਸੋ ਮੇਜ਼ਰੇਬਲ ਹੋਣੇ ਚਾਹੀਦੇ ਹੈ। ਜਿਹੜੀ ਤੁਸੀਂ 70% ਦਾ ਟਾਰਗੇਟ ਰੱਖਿਆ ਹੈ ਕਿ ਮੈਂ ਜੀ ਐਂਡ ਆਫ ਦਾ ਈਅਰ ਦਸੰਬਰ 2023 ਤੱਕ ਮੈਂ 80% ਤੱਕ, ਮੈਂ 90% ਤੱਕ ਲੈ ਕੇ ਆਉਣਾ ਹੈ, ਕਿਵੇਂ ਕਰੋਗੇ ਮੇਜ਼ਰ? ਕੋਈ ਤਰੀਕਾ ਹੈ? MT5 ਦੀ ਜਰਨਲ ਤਾਂ ਹੈ, ਲੇਕਿਨ ਤੁਹਾਨੂੰ ਤੁਹਾਡਾ ਚਾਰਟ ਨਹੀਂ ਦੱਸਦੀ ਤੁਸੀਂ ਕਿਹੜੀ ਟ੍ਰੇਡ ਕਿਵੇਂ ਲਿੱਤੀ ਸੀਗੀ, ਵਿਨ ਕੀਤਾ, ਲੋਸ ਕੀਤਾ, ਪਤਾ ਉੱਥੇ ਤੁਹਾਨੂੰ, ਠੀਕ ਹੈ। ਉਹ ਵੀ ਯੂਜ਼ ਕਰ ਸਕਦੇ ਹੋ। ਓਵਰਆਲ ਟ੍ਰੇਡ ਕਾਊਂਟ ਕਰੋ, ਟੋਟਲ ਲੋਸ ਕਿੰਨੀ ਹੈ, ਰਹਿ ਗਈ ਜਿਹੜੀਆਂ ਪ੍ਰੋਫਿਟ ਵਾਲੀਆਂ ਹੈ, ਠੀਕ ਹੈ।
ਸੋ ਤੁਹਾਡੀ ਉੱਥੇ ਪਰਸੈਂਟ ਨਿਕਲ ਸਕਦੀ ਹੈ। ਬਟ ਜਨਰਲ ਦੀ ਮੈਂ ਗੱਲ ਜ਼ਰੂਰ ਕਰਾਂਗਾ, ਜਨਰਲ ਇਜ਼ ਦਾ ਮੋਸਟ ਇੰਪੋਰਟੈਂਟ ਕੰਪੋਨੈਂਟ। ਜੇ ਟਰੇਡਰ ਕੋਲ ਜਰਨਲ ਨਹੀਂ ਹੈ, ਉਹਦੇ ਕੋਲ ਕੁਝ ਨਹੀਂ ਹੈ, ਬਸ ਉਹ ਫਿਰ ਇੱਕ ਹਨੇਰੇ ਰਸਤੇ 'ਚ ਚਲਿਆ ਜਾ ਰਿਹਾ ਹੈ। ਹੀ ਇਜ਼ ਬਲਾਈਂਡ, ਹੀ ਕਾਂਟ ਸੀ ਬੈਕ ਕਿ ਪਹਿਲਾਂ ਮੈਂ ਕੀ ਕਰਤੂਤ ਕਰਕੇ ਆਇਆ, ਮੇਰੇ ਮੈਨੂੰ ਨੁਕਸਾਨ ਹੋਇਆ। ਨੋ, ਹੀ ਕਾਂਟ, ਈਵਨ ਹੀ ਵਾਂਟ ਟੂ ਲੁੱਕ ਬੈਕ ਬਟ ਹੀ ਕੈਨੋਟ, ਬਿਕੋਜ਼ ਉਹਨੇ ਕੋਈ ਟਰੇਸ ਛੱਡਿਆ ਨਹੀਂ ਆਪਣਾ, ਕੋਈ ਰਿਕਾਰਡ ਨਹੀਂ ਉਹਦੇ ਕੋਲ। ਓਕੇ, ਸੋ ਟਾਰਗੇਟ ਰੱਖੋ ਮੇਜ਼ਰੇਬਲ ਹੋਵੇ ਕਿ ਮੈਂ ਦਸੰਬਰ ਤੱਕ 65-70 ਤੱਕ ਜਾਣਾ ਹੈ। ਜਦ ਤੁਸੀਂ 30% ਤੋਂ ਇੰਪਰੂਵ ਹੋ ਕੇ 70 ਤੱਕ ਚਲੇ ਗਏ, ਉਦੋਂ ਤੁਹਾਨੂੰ ਇੱਕ ਮੋਟੀਵੇਸ਼ਨ ਮਿਲੇਗੀ ਆਪਣੇ ਆਪ ਤੋਂ ਕਿ ਮੈਂ ਤਾਂ 35%, 40%, ਮੈਂ 45% ਇੰਪਰੂਵ ਕੀਤਾ, 30 ਤੋਂ ਮੈਂ 75 ਤੱਕ ਚਲਾ ਗਿਆ, ਕਿੰਨਾ ਪਿੱਛੇ ਰਹਿ ਗਿਆ ਹੈ 80-90 ਤੱਕ, 20%। ਓਕੇ, ਮੈਂ ਇੰਨਾ ਕੁਝ ਕਰਕੇ ਆਇਆ ਹੈ, ਠੀਕ ਹੈ, ਤਾਂ ਹੁਣ ਮੈਂ ਇਹਨੂੰ ਵੀ ਅਚੀਵ ਕਰ ਸਕਦਾ ਵਾਂ। ਉੱਥੇ ਤੁਹਾਨੂੰ ਕਿਸੇ ਵੀ ਦੀ ਵੀ ਸਪੀਚ ਦੀ ਲੋੜ ਨਹੀਂ ਹੈਗੀ ਫਾਲਤੂ ਦੀ, ਤੁਸੀਂ ਆਪਣੇ ਆਪ ਆਪਣੀ ਚੀਜ਼ਾਂ ਨੂੰ ਇੰਪਰੂਵ ਕਰੋਗੇ ਉੱਥੇ, ਠੀਕ ਹੈ। ਆਲਵੇਜ਼ ਲੇਟ ਹੁੰਦੇ ਨੇ। ਓਕੇ, ਖਤਮ ਹੋ ਗਿਆ ਸੈਸ਼ਨ। ਸੋ ਅਚੀਵੇਬਲ ਦੇ ਵਿੱਚ ਕੀ ਹੈ, ਉਹ ਜਿਹੜੀ ਚੀਜ਼ਾਂ ਨਾ ਅਚੀਵੇਬਲ ਹੋਵੇ, ਅਚੀਵੇਬਲ ਜਿਹਨੂੰ ਅਸੀਂ ਹਾਸਲ ਕਰ ਸਕਦੇ ਹਾਂ ਸੱਚਮੁੱਚ ਦੇ ਵਿੱਚ। ਓਕੇ, ਸੋ ਗੋਲ ਜਿਹੜੇ ਹੈਗੇ ਰੀਅਲਿਸਟਿਕ ਹੋਵੇ, ਅਟੇਨੇਬਲ ਹੋਵੇ। ਹੁਣ ਮੈਂ ਕਹਿੰਦਾ ਜੀ ਮੈਂ ਜੀ ਇਲੈਕਸ਼ਨ ਲੜਨਾ ਜੀ ਹੁਣ MLA ਦਾ ਅਗਲੀ ਵਾਰ ਆਪਣੇ ਨਾ ਨਾਲਾਗੜ੍ਹ ਦਾ, ਅਤੇ ਮੈਂ MLA ਬਣਨਾ ਹੈ। ਨਹੀਂ, ਮੈਂ ਨਹੀਂ ਬਣ ਸਕਦਾ, ਕਿਉਂਕਿ ਉਹਦੇ ਵਾਸਤੇ 5 ਸਾਲ, ਉਹਦੇ ਵਾਸਤੇ ਲੋਕ 25-25 ਸਾਲ ਤੋਂ ਪਾਰਟੀਆਂ ਦੀ ਜੁੱਤੀਆਂ ਚੱਟ ਰਹੇ ਨੇ ਟਿਕਟ ਵਾਸਤੇ। ਸੋ ਉਹ ਚੀਜ਼ ਅਚੀਵੇਬਲ ਨਹੀਂ ਹੈ। ਸੋ ਮੈਂ ਇੱਦਾਂ ਦੇ ਆਬਜੈਕਟਿਵ ਸੈੱਟ ਨਹੀਂ ਕਰਨੇ ਜਿਹੜੇ ਹਾਸਲ ਨਹੀਂ ਹੋ ਸਕਦੇ, ਠੀਕ ਹੈ। ਫਿਰ ਅਸੀਂ ਬਾਅਦ 'ਚ ਐਕਸਕਿਊਜ਼ ਲਾਉਣਾ ਸ਼ੁਰੂ ਕਰ ਦਿੰਦੇ ਜੀ, ਨਹੀਂ ਜੀ ਪੁਰਾਣੇ ਨਾਲ ਗੇਮ ਖੇਡੀ, ਮੈਨੂੰ ਆ ਨਹੀਂ ਮਿਲਿਆ। ਨਹੀਂ, ਸਾਡਾ ਆਬਜੈਕਟਿਵ, ਸਾਡਾ ਟਾਰਗੇਟ ਗਲਤ ਸੀ, ਸਾਡਾ ਗੋਲ ਹੀ ਰੀਅਲਿਸਟਿਕ ਨਹੀਂ ਸੀ, ਅਚੀਵੇਬਲ ਨਹੀਂ ਸੀ, ਠੀਕ ਹੈ। ਅਸੀਂ ਕਸਟਮਾਈਜ਼ ਕਰਨੀਆਂ, ਅਸੀਂ ਆਪਣੇ ਗੋਲਸ ਨੂੰ ਇੱਦਾਂ ਬਣਾਉਣਾ ਹੈ ਜਿਹਦੇ ਨਾਲ ਹਰ ਚੀਜ਼ ਹੋਵੇ, ਸਪੈਸੀਫਿਕ ਹੋਵੇ, ਮੇਜ਼ਰੇਬਲ ਹੋਵੇ, ਜਿਹਨੂੰ ਅਸੀਂ ਨਾਪ ਸਕੀਏ ਕਿ ਮੈਂ ਇੰਨਾ ਰੇਟ ਮੇਰਾ ਸੀਗਾ ਟਾਰਗੇਟ ਦਸੰਬਰ ਤੱਕ 70 ਦਾ, ਹਾਂਜੀ ਮੈਂ ਅਕਤੂਬਰ-ਨਵੰਬਰ ਤੱਕ ਮੇਰਾ 40, 30 ਤੋਂ 40, 50 ਤੱਕ ਮੈਂ ਆ ਗਿਆ, 60 ਤੱਕ ਮੈਂ ਆ ਗਿਆ ਨਵੰਬਰ ਤੱਕ, ਤਾਂ 70 ਤੱਕ ਪੋਸੀਬਲ ਹੈਗਾ ਕਿ ਅਸੀਂ 70 ਤੱਕ ਵੀ ਜਾ ਸਕਦੇ ਹਾਂ। ਜੇ ਨਵੰਬਰ ਤੱਕ ਮੇਰਾ 35 ਪੁੱਜਿਆ, ਟਾਰਗੇਟ ਮੇਰਾ ਸੀਗਾ 70, ਕੀ ਅਸੀਂ ਇੱਕ ਮਹੀਨੇ 'ਚ 40% ਅਚੀਵ ਕਰ ਸਕਦੇ ਹਾਂ? ਯੈਸ ਔਰ ਨੋ? ਐਨੀਬਡੀ? ਆਈ ਡਾਊਟ ਕਿ ਮੈਨੂੰ ਕੋਈ ਸੁਣ ਪਾ ਰਿਹਾ ਹੈ। ਕਰ ਸਕਦੇ ਹਾਂ ਵੀਰ ਜੀ, ਕਰ ਸਕਦੇ ਆ ਭਾਜੀ, ਦੁਬਾਰਾ ਕਰ ਸਕਦੇ ਆ। ਦੁਬਾਰਾ ਮਿਹਨਤ ਕਰਨੀ ਪਏਗੀ, ਜ਼ਿਆਦਾ ਮਿਹਨਤ ਕਰਨੀ ਪਏਗੀ, ਪਰ ਜਦੋਂ ਆਪਾਂ ਆਬਜੈਕਟਿਵ ਉਹ ਰੱਖਿਆ ਹੋਇਆ, ਚੁਣਿਆ ਹੋਇਆ ਆਬਜੈਕਟਿਵ, ਉਹ ਆਬਜੈਕਟਿਵ ਤੱਕ ਪਹੁੰਚਣ ਲਈ ਸਾਨੂੰ ਡਬਲ ਮਿਹਨਤ ਕਰਨੀ ਪਏਗੀ। ਜਿਹੜਾ ਆਬਜੈਕਟਿਵ ਸਾਡਾ ਪਿੱਛੇ ਰਹਿ ਗਿਆ, ਜੀ ਉਹ ਮਿਹਨਤ ਕਰਨੀ ਪਏਗੀ। ਹੋ ਸਕਦਾ, ਪੋਸੀਬਲ ਹੈ। 8 ਵਜੇ 8:30 ਵਜੇ ਲਾਇਆ ਮੈਂ ਮੀਟਿੰਗ 'ਚ। ਯੈਸ, ਸੋ ਅਸੀਂ ਆਬਜੈਕਟਿਵ ਨੂੰ ਮੇਜ਼ਰੇਬਲ ਰੱਖਣਾ ਹੈ, ਸਪੈਸੀਫਿਕ, ਮੇਜ਼ਰੇਬਲ, ਅਚੀਵੇਬਲ। ਹੁਣ ਬੇਸਡ ਔਨ ਮਾਈ ਐਗਜ਼ਾਮਪਲ ਹੈ ਕਿ ਕੰਸੀਡਰ ਯੋਰ ਕਰੰਟ ਟ੍ਰੇਡਿੰਗ ਸਕਿੱਲਸ। ਜੇ ਅੱਜ ਅਸੀਂ ਇੰਡੀਕੇਟਰ ਯੂਜ਼ ਕਰ ਰਹੇ, ਠੀਕ ਹੈ, ਅੱਜ ਅਸੀਂ ਐਵਰੀ ਵੀਕ ਅਸੀਂ ਪਲਾਨ ਚੇਂਜ ਕਰ ਰਹੇ ਆਪਣਾ, ਠੀਕ ਹੈ। 30 ਦਿਨ ਅਸੀਂ ਵੀਡੀਓ ਦੇਖ ਕੇ ਕਿਸੇ ਦੇ ਅਸੀਂ ਉਹਨੂੰ ਸਵਿਚ ਕਰ ਲਿਆ, ਉਹਨੂੰ ਸਬਸਕ੍ਰਾਈਬ ਕਰ ਲਓ, ਉਹਨੂੰ ਅਨਸਬਸਕ੍ਰਾਈਬ ਕਰ ਲਓ, ਉਹਨੇ ਇਹ ਚੀਜ਼ ਦੱਸੀ, ਉਹਨੇ ਉਹ ਚੀਜ਼ ਦੱਸੀ, ਫਿਰ ਸਾਡਾ ਟਾਈਮ ਵੇਸਟੇਜ ਹੈ, ਠੀਕ ਹੈ। ਕਰੰਟ ਟ੍ਰੇਡਿੰਗ ਸਕਿੱਲ ਸਾਡੀ ਕੀ ਹੈ, ਸਾਡੇ ਗੈਪ ਕੀ ਨੇ, ਅਸੀਂ ਮਿਸਟੇਕ, ਜਿਵੇਂ ਇੱਕ ਵੀਰ ਨੇ ਕਿਹਾ ਸੀਗਾ ਲਾਸਟ ਸੈਸ਼ਨ ਦੇ ਵਿੱਚ ਕਿ ਭਾਜੀ ਮੈਂ ਨਾ ਓਵਰ ਐਨਾਲਿਸਿਸ ਕਰਦਾ ਵਾਂ, ਆਇਆ ਸੀ ਕਿਸੇ ਦਾ ਸਵਾਲ ਸੀਗਾ, ਇਹ ਪਹਿਲਾ ਕੁਐਸਚਨ ਸੀਗਾ ਸੈਸ਼ਨ ਦਾ, ਲਾਸਟ ਸੈਸ਼ਨ 'ਚ। ਹਾਂ, ਤਰਨਦੀਪ ਸਿੰਘ ਦਾ, ਯੰਗੈਸਟ ਟਰੇਡਰ ਹੈ ਸਾਡੇ 'ਚ, ਠੀਕ ਹੈ। ਸੋ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ 'ਚ ਇਹ ਪ੍ਰੋਬਲਮ ਹੈਗੀ ਹੈ, ਅਤੇ ਉਹ ਹੁਣ ਮੇਰੇ ਖਿਆਲ 'ਚ ਇੰਪਰੂਵ ਕਰ ਵੀ ਰਹੇ ਹੋਣੇ, ਗੈਪ ਨੂੰ ਫਿਲ ਕਰ ਰਹੇ ਨੇ ਆਪਣੇ ਨੂੰ। ਓਕੇ, ਇਵੇਂ ਅਸੀਂ ਆਪਣੀ ਸਕਿੱਲਸ ਦੇ ਵਿੱਚ ਜਿਹੜੇ ਗੈਪਸ ਨੇ ਉਹਨੂੰ ਫਿਲ ਕਰਨਾ ਹੈ, ਤਾਂ ਕਿ ਜਿਹੜੇ ਸਾਡੇ ਆਬਜੈਕਟਿਵ ਹੈਗਾ 70% ਦਾ, ਅਸੀਂ ਉਹਨੂੰ ਸਲੋ ਐਂਡ ਸਟੱਡੀ 5-10% ਹਰ ਮਹੀਨੇ ਅਚੀਵ ਕਰਾਂਗੇ, ਤਾਂ 3-4-5 ਮਹੀਨੇ 'ਚ ਅਸੀਂ 30 ਤੋਂ 70 ਤੱਕ ਜਾ ਸਕਦੇ ਹਾਂ। ਜੇ ਨਵੰਬਰ ਤੱਕ ਅਸੀਂ ਸਿਰਫ 30 ਤੋਂ 35 ਤੱਕ ਹੀ ਪੁੱਜੇ, ਫਿਰ ਇੱਕ ਮਹੀਨੇ 'ਚ ਅਸੀਂ 35% ਨਹੀਂ ਕਰ ਸਕਦੇ, ਉਹ ਕੋਈ ਕਰਾਮਾਤ ਨਹੀਂ ਹੋਏਗੀ, ਕਿਉਂਕਿ ਅਸੀਂ ਉਸ ਹਿਸਾਬ ਨਾਲ ਸਾਡਾ ਆਬਜੈਕਟਿਵ ਨਹੀਂ ਸੀ ਨਾ। ਆਪਾਂ ਪਿੱਛੇ ਮੁੜ ਕੇ ਦੇਖਿਆ ਵੀ ਅਸੀਂ ਹਰ ਮਹੀਨੇ ਕੀ ਕਰ ਰਹੇ ਹਾਂ, ਅਸੀਂ ਇੰਪਰੂਵ ਕਰ ਰਹੇ ਨਹੀਂ ਕਰ ਰਹੇ, ਅਸੀਂ ਸਾਡੀ ਜਿਹੜੀ ਮਿਸਟੇਕਸ ਅਸੀਂ ਰਿਪੀਟ ਤਾਂ ਨਹੀਂ ਕਰ ਰਹੇ, ਫਿਰ ਉਹ ਚੀਜ਼ਾਂ ਸਾਡੀਆਂ ਹਾਸਲ ਨਹੀਂ ਹੋਣੀਆਂ। ਸੋ ਆਬਜੈਕਟਿਵ ਨੂੰ ਅਚੀਵੇਬਲ ਹੋਣਾ ਚਾਹੀਦਾ ਹੈ, ਮੇਜ਼ਰੇਬਲ ਵੀ ਹੋਣਾ ਚਾਹੀਦਾ ਹੈ ਪਰ ਮੰਥ। ਇਹ ਨਹੀਂ ਕਿ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਜੀ ਮਰਸਡੀਜ਼ ਲੈਣੀ ਹੈ ਇਸ ਵਾਰ ਦਸੰਬਰ ਤੱਕ,
ਠੀਕ ਹੈ, ਤੇ ਬੈਂਕ ਬੈਲੈਂਸ ਉਸ ਚੀਜ਼ ਲਈ ਹੈ ਨਹੀਂ, ਤੇ ਨਾ ਮੇਰਾ ਕੋਈ ਸੋਰਸ ਆਫ ਇਨਕਮ ਹੈਗਾ। ਕੀ ਉਹ ਮਰਸਡੀਜ਼ ਫਿਰ ਆ ਜਾਏਗੀ? ਆ ਸਕਦੀ ਹੈ, ਜੇ ਮੈਂ ਅੱਜ ਤੋਂ ਹੀ ਆਪਣੇ ਇਨਕਮ ਨੂੰ ਉਸ ਤਰ੍ਹਾਂ ਨਾਲ ਜਿਹੜਾ ਹੈਗਾ ਡਾਇਵਰਸੀਫਾਈ ਕਰਾਂ ਕਿ ਜਿਹੜੀ ਮੈਂ ਉਹਨੂੰ ਅਫੋਰਡ ਕਰ ਸਕਾਂ ਉਦੋਂ। ਲੇਕਿਨ ਕੀ ਮੈਂ ਉਹ ਕਰ ਰਿਹਾ? ਨਵੰਬਰ 'ਚ ਜਾ ਕੇ ਸੋਚਾਂਗਾ ਕਿ ਨਹੀਂ ਮੈਂ ਤਾਂ ਹੁਣ ਬਸ ਨੈਕਸਟ ਮੰਥ ਕਿੱਥੇ ਆ ਜਾਏਗੀ। ਐਸਾ ਕੀ ਕੀਤਾ? ਕਿਹੜੀ ਇਨਕਮ ਵਧੀ ਹੈ ਇੱਦਾਂ ਦੀ ਜਿਹੜੀ ਸਾਡੀ ਉਹ ਅਚੀਵਮੈਂਟ ਹੋ ਜਾਏਗੀ? ਸੋ ਉਹ ਚੀਜ਼ਾਂ ਰੀਅਲਿਸਟਿਕ ਨਹੀਂ ਹੈ। ਓਕੇ, ਸੋ ਕਰੰਟ ਸਕਿੱਲ ਆਪਾਂ ਇਮਾਨਦਾਰੀ ਨਾਲ ਦੇਖਣੀ ਹੈ। ਗੈਪਸ ਆਪਣੇ ਦੇਖਣੇ ਨੇ। ਸਾਨੂੰ ਕੌਣ ਦੱਸੇਗਾ ਸਾਡੀ ਗੈਪਸ, ਸਾਡੀ ਗਲਤੀਆਂ? ਐਨੀਬਡੀ ਕੋਈ ਦੱਸ ਸਕਦਾ ਸਾਨੂੰ? ਸਾਡੀ ਜਰਨਲ ਯੈਸ। ਸੋ ਫਿਰ ਮੁੜ ਕੇ ਜਰਨਲ ਆਬਜੈਕਟਿਵ ਸਾਡੇ ਕੋਲ ਹੈਗੇ, ਜਰਨਲ ਨਹੀਂ ਹੈ, ਸੋ ਪੇਜ ਨੂੰ ਫਾੜ ਕੇ ਸਿੱਟ ਦਿਓ, ਬੇਕਾਰ ਹੈ। ਆਬਜੈਕਟਿਵ ਨੂੰ ਜਰਨਲ ਹੀ ਮੇਨਟੇਨ ਰਿਕਾਰਡ ਰੱਖੇਗੀ। ਫਿਰ ਆਪਾਂ ਉਹਨੂੰ ਮੰਥਲੀ ਵੀਕਲੀ ਰਿਵਿਊ ਕਰਾਂਗੇ ਕਿ ਨਹੀਂ ਮੈਂ ਠੀਕ ਜਾ ਰਿਹਾ ਵਾਂ, ਠੀਕ ਹੈ, ਮੈਂ ਬਹੁਤ ਵਧੀਆ ਜਾ ਰਿਹਾ। ਮੇਰੇ ਜਿਹੜੇ ਮੈਂ ਸੈੱਟ ਕੀਤੇ ਸੀਗੇ ਐਨੂਅਲ ਆਬਜੈਕਟਿਵ, ਕੁਆਟਰਲੀ, ਮੰਥਲੀ, ਵੀਕਲੀ, ਮੈਂ ਉੱਦਾਂ ਹਾਸਿਲ ਕਰ ਰਿਹਾ ਸਟੈਪ ਬਾਈ ਸਟੈਪ। ਓਕੇ, ਫਿਰ ਅਸੀਂ ਵਧੀਆ ਚੱਲਣਾ ਹੈ। ਸੋ ਟ੍ਰੇਡਿੰਗ ਸਕਿੱਲ ਕਰੰਟ ਕੀ ਹੈ, ਉਹਨੂੰ ਗੈਪ ਫਿਲ ਕਰੋ। ਟਾਈਮ ਕਿੰਨਾ ਚਾਹੀਦਾ ਹੈ ਜਿਹੜਾ ਤੁਸੀਂ ਉੱਪਰ ਦੱਸ ਸਕੇ, ਕਿੰਨਾ ਟਾਈਮ ਹੈ, ਮੇਜ਼ਰੇਬਲ ਦੇ ਵਿੱਚ ਟਾਈਮ ਲਿਖ ਸਕੇ ਹੋ। ਸਪੈਸੀਫਿਕ ਕੀ ਚਾਹੀਦਾ ਉਹ ਵੀ ਲਿਖ ਚੁੱਕੇ ਹੋ। ਅਵੇਲੇਬਲ ਰਿਸੋਰਸਿਸ ਕੀ ਨੇ? ਕੈਪੀਟਲ ਹੋਵੇ $100 ਦੀ, ਠੀਕ ਹੈ, ਤੇ ਅਸੀਂ ਸੈੱਟ ਰੱਖਿਆ ਵਾ ਆਬਜੈਕਟਿਵ $1 ਮਿਲੀਅਨ ਦਾ ਸਾਲ ਦੇ ਐਂਡ 'ਚ। ਇਹ ਚੀਜ਼ ਪੋਸੀਬਲ ਹੈ? No. ਨਹੀਂ ਵੀਰ ਜੀ। ਵੀਰ ਜੀ ਜਾਪਾਨੀ ਟ੍ਰੇਡਰ ਬਣਨਾ ਪਏਗਾ, ਗੇਮ ਖੇਡਣੀ ਪਏਗੀ। ਨਹੀਂ, ਉਹਦਾ ਵੀ ਲੱਕ ਸੀਗਾ, ਉਹ ਵੀ ਬਾਈ ਮਿਸਟੇਕ ਉਹਦਾ ਵੀ ਲੱਗ ਸੀਗਾ। ਬਾਈ ਮਿਸਟੇਕ ਕਿਸੇ ਨੇ ਸ਼ੇਅਰ ਦੀ ਵੈਲਿਊ 500 ਦੀ ਬਜਾਏ 50 ਲਿਖਤੀ ਸੀ, ਉਹਨੇ ਮੌਕੇ ਤੇ ਖਰੀਦ ਲਏ ਤੇ ਉਹਨੇ ਬਾਅਦ ਚ ਵੀਰ ਜੀ ਕੰਪਨੀ। ਬਲਦੇਵ ਵੀਰ ਜੀ ਦਾ ਤਾਂ ਵੈਸੇ ਵੀ ਲੱਕ ਥੋੜਾ ਜਿਹਾ। ਬਿਲਕੁਲ ਠੀਕ ਕਹਿ ਰਹੇ ਵੀਰ ਜੀ। ਓਕੇ, ਸੋ ਨਹੀਂ ਲੱਕ ਦੀ ਜੇ ਗੱਲ ਕਰੀਏ ਇਹਦੇ 'ਚ, ਤੇ ਅਸੀਂ ਲੱਕ ਉੱਥੇ ਕਹਿ ਸਕਦੇ ਜਿੱਥੇ ਸਾਡੀ ਕੋਈ ਗੁਰਦਾ ਖਰਾਬ ਹੋ ਜਾਏ ਅਚਾਨਕ ਹੀ, ਹੈ ਨਾ, ਜਾਂ ਸਾਨੂੰ ਕੋਈ ਰੋਡ ਸਾਈਡ 'ਤੇ ਖੜਿਆਂ ਨੂੰ ਕੋਈ ਮਾਰ ਦੇ। ਸਾਨੂੰ ਡਾਕਟਰ ਕੇ ਵੀ ਨੋ ਤੁਹਾਡੇ ਲਾਸਟ ਸਟੇਜ ਦਾ ਕੈਂਸਰ ਹੈ, ਉਹ ਅਸੀਂ ਬੈਡ ਲੱਕ ਕਹਿ ਸਕਦੇ ਹਾਂ। ਲੇਕਿਨ ਟ੍ਰੇਡਿੰਗ ਦੇ ਵਿੱਚ ਸਾਡੇ ਸਾਹਮਣੇ ਮਾਰਕੀਟ ਹੈ, ਸਾਡੇ ਕੋਲ ਐਕਸਪੀਰੀਅੰਸ ਹੈ, ਸਾਡੇ ਕੋਲ ਸਾਡੀ ਗਲਤੀਆਂ ਦਾ ਪੁਲਿੰਦਾ ਹੈ, ਅਸੀਂ ਸਿੱਖਿਆ ਉਹਨਾਂ ਤੋਂ। ਫਿਰ ਵੀ ਅਗਰ ਮਾਰਕੀਟ ਹਿੱਟ ਕਰਦੀ ਹੈ ਅਗੇਂਸਟ ਦਾ ਟ੍ਰੈਂਡ, ਅਗੇਂਸਟ ਦਾ ਓਡਸ ਜਾ ਕੇ, ਹੈ ਨਾ, ਫਿਰ ਅਸੀਂ ਮੰਨ ਸਕਦੇ ਕਿ ਪੂਰੇ ਬੈਡ ਲੱਕ ਹੈ। ਜੇ ਅਸੀਂ ਇੱਕ ਪ੍ਰੋਪਰ ਟ੍ਰੇਡ ਪਲਾਨ ਨੂੰ ਫੋਲੋ ਨਹੀਂ ਕਰ ਰਹੇ, ਅਸੀਂ ਸੇਮ ਗਲਤੀ ਨੂੰ ਰਿਪੀਟ ਕਰ ਰਹੇ ਹਾਂ ਮਿਸਟੇਕ ਨੂੰ, ਫਿਰ ਅਸੀਂ ਲੱਕ ਦੇ ਉੱਤੇ ਬਲੇਮ ਦੇ ਰਹੇ ਉਦੋਂ। ਦੈਟ ਇਜ਼ ਰੋਂਗ। ਮੈਂ ਕਿਸੇ ਦੇ ਰੈਫਰੈਂਸ 'ਚ ਗੱਲ ਨਹੀਂ ਕਰ ਰਿਹਾ, ਮੈਂ ਓਵਰਆਲ ਗੱਲ ਕਰ ਰਿਹਾ, ਮੈਂ ਆਪਣੇ ਆਪ ਨੂੰ ਮਿਲਾ ਕੇ ਵੀ ਗੱਲ ਕਰ ਰਿਹਾ। ਹਰ ਚੀਜ਼ ਅਸੀਂ ਲੱਕ ਦੇ ਉੱਤੇ ਨਹੀਂ ਸੁੱਟ ਸਕਦੇ, ਠੀਕ ਹੈ। ਹੁਣ ਜੇ ਕੋਈ ਬੱਚਾ ਫੇਲ ਹੋ ਜਾਏ ਗ੍ਰੈਜੂਏਸ਼ਨ ਦੇ ਵਿੱਚ, ਹੈ ਨਾ, ਫਿਰ ਉਹ ਕੀ ਕਹੇਗਾ? ਉਹ ਮੈਨੂੰ ਤਾਂ ਜੀ ਪ੍ਰੋਫੈਸ਼ਨਲ ਰੰਜਿਸ਼ ਸੀ, ਮੇਰਾ ਲੱਕ ਨਹੀਂ ਸੀ। ਲੱਕ ਤਾਂ ਉਹਦਾ 55 ਹੋਣਾ, ਬਟ ਉਹਨੇ ਮਿਹਨਤ ਨਹੀਂ ਕੀਤੀ, ਠੀਕ ਹੈ। ਸੋ ਉਹਦੇ ਕੋਲ ਕਲੀਅਰ ਆਬਜੈਕਟਿਵ ਨਹੀਂ ਸੀਗੇ। ਸੋ ਫਿਰ ਕੀ ਕਰਨਾ ਸੀ ਲੱਕ ਨੇ? ਲੱਕ ਨੇ ਥੋੜ੍ਹਾ ਉੱਥੇ ਆ ਕੇ ਐਗਜ਼ਾਮ ਦੇਣਾ ਸੀ, ਉਹ ਤਾਂ ਉਹਨੇ ਆਪ ਦੇਣਾ ਸੀ ਨਾ। ਸੋ ਉਹ ਐਫਰਟਸ, ਉਹ ਹਾਰਡ ਵਰਕ, ਉਹ ਇਨਪੁਟਸ ਨਹੀਂ ਦੇ ਸਕਿਆ, ਜਿਹਦੇ ਕਰਕੇ ਉਹਦਾ ਲੱਕ ਖਰਾਬ ਹੋਇਆ, ਠੀਕ ਹੈ। ਸੋ ਇੱਥੇ ਲੱਕ ਦੇ ਉੱਤੇ ਟ੍ਰੇਡਿੰਗ ਨੂੰ ਛੱਡ ਦੇਣਾ, ਸੋ ਇਸ ਰੋਂਗ। ਹਾਂ, ਵਾਹਿਗੁਰੂ ਤੋਂ ਮੰਗੀਏ ਕਿ ਵਾਹਿਗੁਰੂ ਸਾਨੂੰ ਪੀਸ ਆਫ ਮਾਈਂਡ ਤੁਸੀਂ ਬਖਸ਼ੋ, ਤਾਂ ਕਿ ਸਾਨੂੰ ਟ੍ਰੇਡਿੰਗ ਦੇ ਲਈ ਇੱਕ ਬੈਸਟ ਟੂਲ ਜਿਹੜਾ ਹੈਗਾ ਉਹ ਪੀਸ ਆਫ ਮਾਈਂਡ ਹੁੰਦਾ ਹੈ, ਨਿਊਟਰਲ ਮਾਈਂਡ ਹੁੰਦਾ ਹੈ, ਸਾਨੂੰ ਉਹ ਮਿਲਦਾ ਹੈ। ਅਤੇ ਅਸੀਂ ਸਲੋ ਐਂਡ ਸਟੈਡੀ ਜਿਹੜਾ ਚੀਜ਼ਾਂ ਸਿੱਖ ਕੇ, ਥਿਓਰੀ ਸਿੱਖ ਕੇ, ਆਪਾਂ ਉਹਨੂੰ ਪ੍ਰੈਕਟੀਕਲੀ ਸਲੋ ਐਂਡ ਸਟੈਡੀ ਜਿਹੜਾ ਹੈਗਾ ਇੰਪਲੀਮੈਂਟ ਕਰ ਸਕਦੇ ਹਾਂ। ਓਕੇ, ਸੋ ਫੋਰ ਐਗਜ਼ਾਮਪਲ, ਬੇਸਡ ਔਨ ਮਾਈ ਐਕਸਪੀਰੀਅੰਸ ਐਂਡ ਅਵੇਲੇਬਲ ਟਾਈਮ ਦੀ ਗੱਲ ਕਰ ਰਹੇ ਹਾਂ। ਟਾਰਗੇਟ ਰੱਖ ਲਿਆ ਕਿ ਅਸੀਂ $1,00,000 ਕਮਾਉਣਾ ਹੈ ਸਾਲ ਦੇ, ਲੇਕਿਨ ਅਸੀਂ 9 to 5 ਦੀ ਜੋਬ 'ਚ ਇੰਨੇ ਰੁੱਝ ਗਏ ਹਾਂ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ। ਔਰ ਅਸੀਂ ਵੀਕ ਦੀ ਮੀਟਿੰਗ 'ਚ ਕਹਿੰਦੇ ਕਿ ਸਰ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈ ਜੀ। ਓਕੇ, ਫਿਰ ਟਾਈਮ ਨਹੀਂ ਹੈ ਨਾ, ਫਿਰ ਇਹ ਚੀਜ਼ ਦੇ ਠੀਕ ਹੈ ਸਿੱਖ ਰਹੇ ਹੋ, ਬਟ ਆਬਜੈਕਟਿਵ ਨੂੰ ਉਸ ਹਿਸਾਬ ਨਾਲ ਐਡਜਸਟ ਕਰੋ। ਫਿਰ $1,00,000 ਨਹੀਂ, 10,000 ਦਾ ਟਾਰਗੇਟ ਰੱਖੋ। ਰਾਈਟ ਵੀਰ ਜੀ, ਕਿਉਂਕਿ ਟਾਈਮ ਜ਼ਰੂਰੀ ਹੈ ਨਾ ਚੀਜ਼ਾਂ ਲਈ। ਜੇ ਜੋਬ ਛੱਡਣੀ ਹੈ ਫਿਰ ਟਾਈਮ ਸਾਨੂੰ ਕੱਢਣਾ ਹੀ ਪਏਗਾ। ਸਲੋ ਐਂਡ ਸਟੱਡੀ ਸਾਨੂੰ ਉਹ ਚੀਜ਼ਾਂ ਨੂੰ ਕੰਪਰੋਮਾਈਜ਼ ਕਰਕੇ, ਆਪਣੇ ਰੈਸਟ ਨਾਲ ਕੰਪਰੋਮਾਈਜ਼ ਕਰਕੇ। ਸੋ ਵਿਨ ਰੇਟ ਇਜ਼ ਅਚੀਵੇਬਲ ਵਿਦ diligent analysis and risk management ਦੀ ਇੱਥੇ ਗੱਲ ਕਰ ਰਹੇ ਹਾਂ। ਲੋਟ ਸਾਈਜ਼, ਸਟਾਪ ਲੋਸ, ਓਵਰ ਟ੍ਰੇਡ, ਇਹਨਾਂ ਦਾ ਖਿਆਲ ਰੱਖਣਾ। ਓਕੇ, ਸੋ ਹੁਣ ਤੱਕ ਸਮਝ ਆ ਗਿਆ ਜੀ? ਸਪੈਸੀਫਿਕ, ਮੇਜ਼ਰੇਬਲ, ਅਚੀਵੇਬਲ। ਹਾਂਜੀ ਭਾਜੀ। ਯੈਸ ਵੀਰ ਜੀ। ਅੱਗੇ ਚਲੀਏ ਫਿਰ, ਹੈ ਨਾ। ਹਾਂਜੀ ਭਾਜੀ। ਨੈਕਸਟ, Yes, it is clear. ਰੈਲੇਵੈਂਟ। ਕੀ ਸਾਡੇ ਜਿਹੜੇ ਆਬਜੈਕਟਿਵ ਨੇ ਉਹ ਰੈਲੇਵੈਂਟ ਹੈ?
ਇੰਸ਼ੋਰ ਦਾ ਗੋਲਸ ਅਲਾਈਨ ਵਿਦ ਬਰੋਡਰ ਟ੍ਰੇਡਿੰਗ ਆਬਜੈਕਟ। ਤੁਸੀਂ ਇੱਥੇ ਗੋਲਸ ਤੇ ਆਬਜੈਕਟਿਵ ਨਾਲ ਕਨਫਿਊਜ਼ ਨਹੀਂ ਹੋਣਾ। ਆਬਜੈਕਟਿਵ ਹੈਗਾ $1,00,000 ਕਮਾਉਣਾ, ਗੋਲਸ ਹੈਗਾ ਉਸ ਡਾਲਰ ਨਾਲ ਅਸੀਂ ਆਪਣੀ ਪਸੰਦ ਦੀ ਕਾਰ ਜਾਂ ਕੋਠੀ ਜਾਂ ਅਸੀਂ Freedom, ਹਾਂ yes. ਯੈਸ ਫਰੀडम ਸਾਡਾ ਗੋਲ ਹੈ ਫਰੀडम। ਆਬਜੈਕਟਿਵ ਕੀ ਹੈ? ਮੋਨਿਟਰੀ ਤੁਸੀਂ ਕਹਿ ਸਕਦੇ $1,00,000 $5,00,000 ਮਿਲੀਅਨ 2 ਮਿਲੀਅਨ 3 ਮਿਲੀਅਨ ਰਾਈਟ। ਸੋ ਉਹ ਸਾਡੇ ਆਬਜੈਕਟਿਵ ਨੇ। ਸੋ ਇਹਦੇ 'ਚ ਕਨਫਿਊਜ਼ਨ ਤੁਸੀਂ ਹੋਣਾ ਹੈ ਨਾ। ਤੁਸੀਂ ਫਿਲਹਾਲ ਗੋਲਸ ਨੂੰ ਆਬਜੈਕਟਿਵ ਸਮਝ ਸਕਦੇ ਹੋ, ਇਜ਼ ਨਥਿੰਗ ਰੋਂਗ। ਸੋ ਕੰਸੀਡਰ ਯੂਰ ਟ੍ਰੇਡਿੰਗ ਸਟਾਈਲ, ਰਿਸਕ ਐਪੇਟਾਈਟ ਐਂਡ ਲੌਂਗ ਟਰਮ ਗੋਲਸ। ਅਕਾਊਂਟ ਤਾਂ ਹੈਗਾ $1,00,000 ਦਾ, ਰਿਸਕ ਐਪੇਟਾਈਟ ਨਹੀਂ ਹੈਗੀ। ਲੋਡ ਸਾਈਜ਼ ਲੈ ਰਿਹਾ 0.01 ਦਾ, $1,00,000 ਦਾ ਫਿਰ ਕਿੰਨਾ ਬਣ ਜਾਏਗਾ ਸਾਲ 'ਚ? 1,10,000 ਹੋ ਜਾਏਗਾ, 20 ਹੋ ਜਾਏਗਾ ਜ਼ਿਆਦਾ ਜ਼ਿਆਦਾ, ਹੈ ਨਾ। ਉਹ ਵੀ ਜੇ ਵਿਨ ਰੇਟ ਅੱਛਾ ਰਿਹਾ 80 ਦੇ ਉੱਤੇ, ਨਹੀਂ ਫਿਰ ਉਹ ਸੇਮ ਰਹੇਗਾ ਰਾਈਟ। ਸੋ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ। ਰਿਸਕ ਐਪੇਟਾਈਟ ਸਾਡੀ ਅਕਾਊਂਟ ਸਾਈਜ਼ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਨੇ 40-50% ਦਾ ਇੱਕ ਟ੍ਰੇਡ 'ਤੇ ਰਿਸਕ ਲਿਆ, 2 ਸਟਾਪ ਲੋਸ ਹੋ ਸਕਦੇ ਆ ਮਾਰਕੀਟ 'ਚ, ਠੀਕ ਹੈ। ਜੇ ਤੁਹਾਡਾ ਵਿਨ ਰੇਟ 80% ਵੀ ਹੈਗਾ, ਠੀਕ ਹੈ, ਤੁਸੀਂ ਜੇ 2 ਟ੍ਰੇਡ ਤੁਹਾਡੇ ਲੂਜ਼ ਹੋਣੀ ਹੈ, ਇਹ ਨਹੀਂ ਪਤਾ ਕਿ ਤੁਹਾਡੀ ਫਸਟ ਟ੍ਰੇਡ ਲੂਜ਼ ਹੋਏਗੀ ਜਾਂ 4th ਟ੍ਰੇਡ ਲੂਜ਼ ਹੋਏਗੀ ਜਾਂ ਲਾਸਟ ਵਾਲੀ 9th ਤੇ 10th ਟ੍ਰੇਡ ਲੂਜ਼ ਹੋ ਸਕਦੀ ਹੈ ਨਾ। ਤੁਹਾਡਾ ਸਟਾਪ ਲੋਸ ਉੱਤੇ ਹਿੱਟ ਹੋ ਸਕਦਾ ਹੈ, ਬਟ ਤੁਹਾਡਾ ਓਵਰਆਲ ਜਿਹੜਾ ਐਵਰੇਜ ਰੇਟ ਹੈਗਾ ਉਹ 80% ਹੈ ਰਾਈਟ। ਸੋ ਤੁਸੀਂ ਲੈ ਲਿਆ ਰਿਸਕ 50% ਪਰ ਟ੍ਰੇਡ, ਜਾਂ ਤੁਹਾਡੇ ਪਰ $1,000 ਦਾ ਅਕਾਊਂਟ ਹੈ, ਤੁਸੀਂ 40% ਦਾ ਜਿਹੜਾ ਹੈਗਾ ਉਹ ਰਿਸਕ ਲਿਆ ਹੈ। ਨਵਾਂ ਮਹੀਨਾ, ਨਵੀਂ ਤੁਹਾਡੀ ਜਿਹੜਾ ਹੈਗਾ ਸ਼ੁਰੂਆਤ ਹੋਈ ਫਸਟ ਵੀਕ, ਤੁਸੀਂ ਐਗਜ਼ਾਮਪਲ ਤੁਸੀਂ 40% ਦਾ ਰਿਸਕ ਲਿਆ ਪਰ ਟ੍ਰੇਡ। ਜਿਹੜੀਆਂ ਸਟਾਪ ਲੋਸ ਤੁਸੀਂ ਸੋਚਿਆ ਸੀ ਕਿ ਲਾਸਟ ਵਿੱਚ ਮੇਰੇ ਹਿੱਟ ਹੋਣੇ ਨੇ 80% ਦੇ ਵਿੱਚ, ਜਿਹੜੇ 2 ਆਊਟ ਆਫ 10 ਜਿਹੜੇ ਹੁੰਦੇ ਨੇ ਉਹ ਮੇਰੇ ਪਹਿਲੇ ਦਿਨ ਨਹੀਂ ਹੋਣੇ। ਤੁਸੀਂ ਕੌਣ ਹੁੰਦੇ ਹੋ ਡਿਸਾਈਡ ਕਰਨ ਵਾਲੇ ਕਿ ਮੇਰਾ ਪਹਿਲਾ ਹੀ ਟ੍ਰੇਡ ਸਟਾਪ ਲੋਸ ਨਹੀਂ ਹੋ ਸਕਦਾ? ਮਾਰਕੀਟ ਡਿਸਾਈਡ ਕਰੇਗੀ ਨਾ, ਰਾਈਟ। ਅਸੀਂ ਇਹ ਸੋਚ ਲਿਆ ਵੀ ਨਹੀਂ ਮੈਂ 40% ਰਿਸਕ ਲਿਆ, ਮੇਰੇ ਕੋਲ $1,000 ਦੀ ਕੈਪੀਟਲ ਹੈ, ਪਹਿਲਾ ਸਟਾਪ ਲੋਸ ਹਿੱਟ ਹੋਇਆ, ਮੇਰਾ 400 ਗਿਆ, ਪਿੱਛੇ ਕਿੰਨਾ ਰਹਿ ਗਿਆ? 600। ਫਿਰ ਮੈਂ ਦੂਜੀ ਦਫਾ ਲੋਸ ਲਿਆ, ਫਿਰ ਅਸੀਂ ਰਿਵੈਂਜ ਟ੍ਰੇਡਿੰਗ 'ਚ ਆ ਗਏ, ਠੀਕ ਹੈ। ਫਿਰ ਲੋਸ ਲਿਆ, ਫਿਰ ਸਾਡਾ 400 ਗਿਆ, ਪਿੱਛੇ ਕਿੰਨਾ ਰਹਿ ਗਿਆ? 200। ਹਾਂਜੀ ਭਾਜੀ। ਦਿਸ ਇਜ਼ ਦਾ ਮਿਸਟੇਕ। ਸੋ ਸਾਡਾ ਲੋਡ ਸਾਈਜ਼, ਸਾਡੀ ਰਿਸਕ ਐਪੇਟਾਈਟ, ਸਾਡੀ ਰਿਸਕ ਰਿਵਾਰਡ ਰੇਸ਼ੋ, ਸਾਡਾ ਪੂਰੀ ਚੈੱਕਲਿਸਟ ਨੂੰ ਅਸੀਂ ਸਟ੍ਰਿਕਟਲੀ ਫੋਲੋ ਕਰਨਾ ਹੈ ਐਜ਼ ਪਰ ਅਕਾਊਂਟ ਸਾਈਜ਼। ਤੁਸੀਂ ਲੈ ਸਕਦੇ ਹੋ 40%। ਤੁਸੀਂ ਤੁਹਾਨੂੰ ਲੋਨ ਲੈਣ ਦੀ ਜ਼ਰੂਰਤ ਕੀ ਹੈ? ਕਿ ਇੰਨੇ ਬੁਰੇ ਹਾਲਾਤ ਹੈ ਕਿ ਅਸੀਂ ਰਾਤੋਂ ਰਾਤ ਖਰਬਪਤੀ ਬਣਨਾ ਹੈ? ਨਹੀਂ ਹੋ ਸਕਦਾ ਨਾ। ਜਿਹੜੀਆਂ ਅਸੀਂ ਸਕਸੈਸ ਸਟੋਰੀਜ਼ ਦੇਖਦੇ ਹਾਂ, ਜਿਹੜੀ ਕੁਝ ਕੁ ਹੈਗੀਆਂ 5% ਲੋਕਾਂ ਦੀਆਂ, ਉਹਨਾਂ ਦੀ ਇੱਕ ਡੈਡੀਕੇਸ਼ਨ, ਇੱਕ ਲੌਂਗ ਹਿਸਟਰੀ ਹੈਗੀ ਹੈ। ਉਹਨਾਂ ਨੇ ਲੋਸਿਸ ਅਕਰ ਕੀਤੇ ਨੇ, ਉਹਨਾਂ ਨੇ ਲੋਸਿਸ ਨੂੰ ਟੋਲਰੇਟ ਵੀ ਕੀਤਾ, ਉਹਨਾਂ ਨੇ ਦੁਬਾਰੇ ਕਮ ਬੈਕ ਕੀਤਾ, ਉਹਨਾਂ ਨੇ ਹੋਨੈਸਟਲੀ ਆਪਣੇ ਆਪ ਨਾਲ ਬੈਠ ਕੇ ਆਬਜੈਕਟਿਵ ਸੈੱਟ ਕੀਤੇ ਕਿ ਮੇਰੀ ਇਹ ਵੀਕਨੈਸ ਹੈ, ਆਈ ਹੈਵ ਟੂ ਇੰਪਰੂਵ ਦਿਸ, ਦਿਸ ਮਾਈ ਵੀਕਨੈਸ, ਦਿਸ ਇਜ਼ ਆਈ ਨੀਡ ਟੂ ਇੰਪਰੂਵ। ਓਕੇ, ਉਹਨਾਂ ਨੇ ਉਸ ਗੈਪਸ ਨੂੰ ਬ੍ਰਿਜ ਕੀਤਾ, ਫਾਈਨਲੀ ਦੇ ਅਚੀਵ ਦਿਸ। ਸੋ ਰਾਜਾ ਬੈਂਕ ਕੋਲ ਬਲੈਕ ਫਲੀਟ ਖੜੀ ਹੈ ਦੁਬਈ ਦੇ ਵਿੱਚ, ਉਹਦੀ ਫਰਾਰੀ, ਉਹ ਵੀ ਬਲੈਕ ਸਪਾਈਡਰ। ਕੱਲ ਉਹਦਾ ਇੱਕ ਨੋਟੀਫਿਕੇਸ਼ਨ ਆਇਆ ਸੀ, ਚਾਰ ਬਲੈਕ ਗੱਡੀਆਂ ਖੜੀ ਸੀ ਉਹਦੀ। ਯੈਸ, ਉਹਦੇ ਬਾਅਦ ਤਾਹੋ ਵੀ ਹੈਗੀ ਹੈ, ਲੌਂਗੈਸਟ ਕਾਰ। ਓਕੇ, ਸੋ ਮਤਲਬ ਮੈਂ ਗੱਡੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਓਵਰਆਲ ਦੀ ਮੈਂਟੈਲਿਟੀ ਦੀ ਗੱਲ ਕਰ ਰਿਹਾ ਕਿ ਉਹ 2017 'ਚ ਹੀ ਅਗਰ ਇਹਨਾਂ ਚੀਜ਼ਾਂ ਪਿੱਛੇ ਭੱਜਦਾ ਤਾਂ ਸ਼ਾਇਦ ਉਹਦਾ ਆਵਾਜ਼ ਉੱਡ ਗਈ ਜੇ ਫਿਰ ਰਿਪੀਟ ਕਰਨਾ ਪਏਗਾ ਵੀਰ ਜੀ ਵਾਪਸੀ। ਕਿੰਨਾ ਕੁ ਰਿਪੀਟ ਕਰਨਾ ਪਏਗਾ? ਕਨੈਕਸ਼ਨ ਅਨਸਟੇਬਲ ਹੋ ਗਿਆ। ਓਕੇ, ਇੱਕ ਮਿੰਟ ਨਹੀਂ ਕੋਈ ਨਹੀਂ, ਸਾਡਾ ਪੂਰੀ ਟੀਮ ਦਾ ਪਹਿਲਾ ਆਬਜੈਕਟਿਵ ਹੋਏਗਾ ਕਿ ਉੱਥੇ BSNL ਹਟਵਾ ਕੇ ਕੋਈ ਵਧੀਆ ਜੀ ਕੰਪਨੀ ਦਾ ਨੈਟ ਲਵਾਉਣਾ ਹੈ ਨਹੀਂ ਭਾਈ, ਇੱਥੇ ਮੈਂ ਬਹੁਤ ਜ਼ੋਰ ਲਾ ਕੇ ਦੇਖ ਲਿਆ। ਓਕੇ, ਸੁਣ ਰਹੀ ਆਵਾਜ਼ ਮੇਰੀ? ਅੱਛਾ ਵੀਰ ਜੀ, ਹਾਂਜੀ ਭਾਜੀ audible ਹੈ। ਹਾਂਜੀ ਜਿਹੜੇ ਬਹੁਤੇ ਹੱਸ ਰਹੇ ਨਾ ਜ਼ੋਰ ਜ਼ੋਰ ਤੇ, ਤਾਂ ਹੱਸ ਰਹੇ ਕਿਉਂਕਿ ਉਹ ਖੁਦ ਜੀਓ ਦੇ ਮੈਨੇਜਰ ਹੈ, ਸੇਲਸ ਮੈਨੇਜਰ। ਵੀਰ ਜੀ ਉਹਨਾਂ ਨੂੰ ਇੱਕ ਸੇਲ ਦਿਖਦੀ ਪਈ ਹੈ, ਉਹ ਵੀ ਬ੍ਰੌਡਬੈਂਡ ਹੈ ਨਾ। ਨਹੀਂ ਵੀਰ ਜੀ, ਲੀਜ਼ ਲਾਈਨ ਲੱਗੂਗੀ ਉੱਥੇ, ਲੀਜ਼ ਲਾਈਨ ਲੱਗੂਗੀ ਭਾਜੀ, ਲੀਜ਼ ਲਾਈਨ ਲਾਣਗੇ, ਕੰਮ ਨਹੀਂ ਕਰੇਗਾ। ਬ੍ਰੌਡਬੈਂਡ ਨੂੰ ਕੁਝ ਨਹੀਂ ਸਮਝਦੇ। ਓਕੇ ਗ੍ਰੇਟ, ਚਲੋ ਰੱਬ ਕਰੇ ਦਿਨ ਵੀ ਆਵੇ, ਆਪਾਂ ਛੇਤੀ ਕਰਦੇ ਹਾਂ। ਪਰ ਇੱਥੇ ਵੀਰ ਜੀ ਸਪੋਰਟ ਨਹੀਂ ਮਿਲਣੀ ਵੀਰ ਜੀ, ਤਾਂ ਲੀਜ਼ ਲਾਈਨ ਕਹਿ ਰਹੇ ਨੇ। ਸਾਡੇ ਫਾਰਮ ਹਾਊਸ ਕੋਲ ਨਾ ਜੀ, ਇੱਥੇ ਲੀਜ਼ ਲਾਈਨ ਲੱਗੇਗੀ, ਜਿਹੜਾ ਸਾਡਾ ਆਫਲਾਈਨ ਸੈਂਟਰ ਬਣੇਗਾ ਉੱਥੇ ਤਾਂ ਆਪਾਂ ਲਵਾਉਣੀ, ਉੱਥੇ ਸਾਡਾ ਸੈਟਲਾਈਟ ਵੀ ਹੋ ਸਕਦੀ ਹੈ ਆਪਣੀ। ਹਾਂਜੀ ਠੀਕ ਹੈ, ਨਾਲ PRI ਵੀ ਦੇਵਾਂਗੇ। ਉਹ ਕੀ ਹੁੰਦੀ ਹੈ ਜੀ?
ਮਲਟੀ ਚੈਨਲ ਲਾਈਨ ਭਾਜੀ, okay. ਨੈਵਰ ਬਿਜ਼ੀ, ਆਪਰੇਟਰ ਨੈਵਰ ਬਿਜ਼ੀ, ਕੰਜ਼ਿਊਮਰ ਨੈਵਰ ਬਿਜ਼ੀ। Okay, great. So thank you very much for your support and suggestions. So relevant ਦੀ ਗੱਲ ਕਰ ਰਿਹਾ ਸੀ ਮੈਂ ਕਿ ਸਾਡੇ ਜਿਹੜੇ ਮੈਂ ਰਾਜਾ ਬੈਂਕ ਤੋਂ ਪਹਿਲਾਂ ਪਤਾ ਨਾ ਸਾਰਿਆਂ ਨੂੰ। ਹਾਂਜੀ ਵੀਰ ਜੀ। ਓਕੇ, ਸੋ ਉਹਨੇ ਜਿਹੜੇ ਆਬਜੈਕਟਿਵ ਸੀਗੇ ਉਹਨੇ ਇੱਦਾਂ ਸੈੱਟ ਕੀਤੇ ਸੀਗੇ ਕਿ ਉਹਨੇ ਰੀਅਲਿਸਟਿਕ ਸੀਗੇ, ਉਹ ਸਮਾਰਟ ਸੀਗੇ। ਉਹ ਬੇਸ਼ੱਕ ਉਹਨੇ ਅੱਜ ਤੱਕ ਨਾ ਇਹ ਪੜ੍ਹੇ ਹੋਵੇ ਸਮਾਰਟ ਆਬਜੈਕਟਿਵ ਕਨਸੈਪਟ, ਬਟ ਉਹਨੇ ਬਾਈ ਡਿਫੋਲਟ ਉਹਨੇ ਸੈੱਟ ਕੀਤੇ ਹੋਣੇ ਇੱਦਾਂ ਦੇ ਸੇਮ, ਤਾਂ ਉਹਨਾਂ ਨੂੰ ਸਟੈਪ ਬਾਈ ਸਟੈਪ ਹਾਸਲ ਵੀ ਕੀਤਾ। ਸੋ ਨਾਓ ਹੀ ਹੈਜ਼ ਅ ਬਿਗ ਫਲੀਟ। ਮੈਂ ਜੇ ਅਚੀਵਮੈਂਟ ਦੀ ਗੱਲ ਕਰਾਂ, ਉਹਦੇ ਫਾਦਰ ਰੀਅਲ ਸਟੇਟ ਦੇਖਦੇ ਨੇ, ਉਹਦੀ ਵਾਈਫ ਬ੍ਰੋਕਰੇਜ ਦੇਖਦੀ ਹੈ, ਠੀਕ ਹੈ। ਸੋ ਉਹ ਖੁਦ ਉਹਦੇ ਕੋਲ ਸਿਰਫ 3 ਕੰਪਨੀਆਂ, ਉਹਦੇ ਕੋਲ ਰੀਅਲ ਸਟੇਟ ਦੀ ਕੰਪਨੀ ਹੈ, ਬ੍ਰੋਕਰੇਜ ਹੈਗੀ ਡੋਮੀਨੀਅਨ ਮਾਰਕੀਟ ਦੀ, 70,000 ਅਕਾਊਂਟ ਨੇ। ਉਹ ਤੋਂ ਬਾਅਦ ਉਹਦੇ ਆਪਣਾ ਜਿਹੜਾ ਹੈਗਾ ਉਹ ਆਪਣਾ ਟ੍ਰੇਡਿੰਗ ਦਾ ਵੀ ਹੈਗਾ ਸਾਰਾ, ਅਤੇ ਮੈਜਿਕ ਕੀਜ਼ ਦਾ ਉਹਦੇ ਕੋਲ ਬਿਜ਼ਨਸ ਆਪਣਾ, ਰਾਈਟ। ਸੋ ਉਹਦੇ ਕੋਲ ਸਿਰਫ 4 ਦਾ ਸਟਾਫ ਹੈ। ਦੈਟ ਇਜ਼ ਸਮਥਿੰਗ ਰਿਲੇਟਿਡ ਟੂ ਕੋਸਟ, ਓਕੇ। ਬਟ ਉਹਨੇ ਕਿੰਨੀ ਵੈਲ ਪਲਾਨ ਤਰੀਕੇ ਨਾਲ ਚੀਜ਼ਾਂ ਕੀਤੀਆਂ। ਜਿਵੇਂ ਉਹਨੇ ਆਪਣੇ ਟ੍ਰੇਡਿੰਗ 'ਚ ਕੋਸਟ ਕੱਟ ਕਰਦਾ ਹੈ ਆਪਣੀ, ਉਹ ਪੋਟੈਂਸ਼ੀਅਲ ਲੋਸ ਨੂੰ ਅਗਰ ਉਹਨੇ $100 ਦਾ ਫਿਟ ਕੀਤਾ ਹੋਇਆ, ਉਹਨੂੰ 50 ਤੇ ਉਹਨੂੰ ਪਤਾ ਕਿੰਨਾ ਆਈ ਲੋਸ ਦਾ ਗੇਮ, accept the loss, not 100, cut to the 50%. ਸੋ $50 ਤੇ ਹੀ ਆਊਟ ਹੋ ਜਾਂਦਾ ਹੈ 50% ਤੇ, ਜੋ ਲੋਸ ਨੇ ਰੱਖਿਆ ਹੁੰਦਾ ਆਪਣਾ ਰੀਜ਼ਨ। ਇੱਦਾਂ ਹੀ ਉਹਨੇ ਆਪਣੇ ਬਿਜ਼ਨਸ ਦੀ ਕੋਸਟ ਵੀ ਕੱਟ ਕੀਤੀ। ਉਹਨੂੰ ਉਹਦੀ ਗਲਤੀ ਨੇ ਸਿਖਾਇਆ। ਉਹਦੇ ਕੋਲ ਸ਼ਾਇਦ ਇਹ ਸਮਾਰਟ ਉਹਨਾਂ ਨਹੀਂ ਪੜ੍ਹੇ ਹੋਣੇ ਉਦੋਂ, ਠੀਕ ਹੈ, ਬਟ ਉਹ ਸਮਾਰਟ ਹੈ। ਉਹਦਾ ਨਾਮ ਹੈ ਸਮਾਰਟ ਰਾਜਾ ਕਨਸੈਪਟ, SRC, ਜਿਹਨੂੰ ਉਹ ਵੇਚਦਾ ਹੈ ਕਨਸੈਪਟ ਨੂੰ। ਸਭ ਨੇ ਸੁਣਿਆ ਨਾ ਸਮਾਰਟ ਰਾਜਾ ਕਨਸੈਪਟਸ? ਯੈਸ ਵੀਰ ਜੀ। ਵਾਕਈ ਉਹ ਸਮਾਰਟ ਹੈ, ਓਕੇ। ਸੋ ਇੱਥੇ ਅਸੀਂ ਸਾਡੇ ਜਿਹੜੇ ਆਬਜੈਕਟਿਵ ਨੇ ਰੈਲੇਵੈਂਟ ਹੋਵੇ, ਸਾਡੇ ਅਚੀਵੇਬਲ ਹੋਵੇ, ਸਪੈਸੀਫਿਕ ਹੋਵੇ, ਮੇਜ਼ਰੇਬਲ ਹੋਵੇ। ਅਤੇ ਰੈਲੇਵੈਂਟ ਕਿਵੇਂ ਹੋਵੇ? ਹੁਣ ਰੈਲੇਵੈਂਟ ਆਬਜੈਕਟਿਵ ਇਹ ਹੈ ਕਿ ਫੋਰ ਐਗਜ਼ਾਮਪਲ ਕਿ ਆਪਾਂ ਮੈਂ ਇੱਥੇ ਫੋਰੈਕਸ ਦਾ ਪ੍ਰੋਫੈਸਰ ਬਣਨਾ ਆ, ਮੇਰੇ ਕੁਛ ਰਿਲੀਜੀਅਸ ਆਬਜੈਕਟਿਵ ਹੈ, ਮੇਰੇ ਕੁਛ ਆਬਜੈਕਟਿਵ ਕਮਿਊਨਿਟੀ ਵਾਸਤੇ ਹੈ ਕਿ ਮੈਂ ਬੱਚਿਆਂ ਨੂੰ ਦੀ ਰਿਵਰਸ ਮਾਈਗ੍ਰੇਸ਼ਨ ਕਰਨੀ, ਬਿਨਾਂ ਕਿਸੇ ਨਾਲ ਲੜੇ, ਬਿਨਾਂ ਕਿਸੇ ਦੇ ਖਿਲਾਫ ਸਟੇਟਮੈਂਟ ਦਿੰਦੇ ਹੋਏ। ਔਰ ਉਹਦੇ 'ਚ ਮੈਂ ਸਕਸੈਸ ਵੀ ਹੋਇਆ। ਇਸ ਮਹੀਨੇ ਇੱਕ ਵੀਰ ਜਿਹੜਾ ਹੈਗਾ ਉਹ ਕੈਨੇਡਾ ਤੋਂ ਵਾਪਿਸ ਆ ਰਿਹਾ, ਠੀਕ ਹੈ। ਉਹੀ ਸਾਡੇ ਆਫਲਾਈਨ ਸੈਂਟਰ ਦੀ ਸਾਰੀ ਬਲੂ ਪ੍ਰਿੰਟ ਤਿਆਰ ਕਰੇਗਾ, ਬਿਲਡਿੰਗ ਸਟਰਕਚਰ ਜੋ ਵੀ ਹੈ, ਠੀਕ ਹੈ। ਸੋ ਉਹ ਵਾਪਿਸ ਆ ਗਿਆ ਅਤੇ ਮੇਰੀ ਉਹ ਬੜੀ ਅਚੀਵਮੈਂਟ ਹੈ। ਲੇਕਿਨ ਮੈਂ ਚਾਹੁੰਦਾ ਹਾਂ ਕਿ ਇੱਕ ਪਾਸੇ ਆਇਲਸ ਦੇ ਸਾਰੇ ਸੈਂਟਰ, ਇੱਕ ਪਾਸੇ ਇਕੱਲੀ ਸਿੱਖੋਨੋਮਿਕਸ ਦੀ ਟੀਮ, ਅਸੀਂ ਉਹਦੇ 'ਚ ਵਿਨਰ ਹੋਣੇ ਚਾਹੀਦੇ। ਉਹਨਾਂ ਦਾ ਬਿਜ਼ਨਸ ਬੰਦ ਹੋਣਾ ਚਾਹੀਦਾ ਪੰਜਾਬ 'ਚ। ਅਤੇ ਬੰਦ ਡਜ਼ਨਟ ਮੀਨ ਕਿ ਅਸੀਂ ਉੱਥੇ ਆ ਕੇ ਅੱਗ ਲਾ ਛੱਡਣੀ, ਅਸੀਂ ਪੈਟਰੋਲ ਦੇ ਬੰਬ ਗੇਰਨੇ ਨੇ, ਨਹੀਂ। ਅਸੀਂ ਬੱਚਿਆਂ ਦੇ ਜਿਹੜਾ ਉਹਨਾਂ ਨੇ ਬੱਚਿਆਂ ਦਾ ਮਾਈਂਡ ਬਣਾਇਆ ਨਾ ਬਾਹਰ ਜਾਣ ਲਈ, ਅਸੀਂ ਉਹਨਾਂ ਬੱਚਿਆਂ ਨੂੰ ਰਿਐਲਿਟੀ ਦੱਸਣੀ ਹੈ ਕਿ ਬਾਹਰ ਜਾ ਕੇ ਇਹ ਸਟਰਗਲ ਲਾਈਨ ਹੈ, ਇੱਥੇ ਬੈਠ ਕੇ ਤੁਸੀਂ ਨਾਲ ਪੜ੍ਹੋ ਵੀ, ਨਾਲ ਆਪਣੀ 2 ਪੈਸੇ ਵੀ ਕਮਾਓ। ਅਤੇ ਗ੍ਰੈਜੂਏਸ਼ਨ ਕਰਦੇ +2 ਵਾਲੇ ਬੱਚੇ ਕੋਲ, ਜਿਵੇਂ ਤਰਨਦੀਪ ਸਿੰਘ ਹੈ, ਸਾਡੇ ਕੋਲ ਇੱਕ ਹੋਰ ਛੋਟਾ ਬੱਚਾ ਹੈ, ਮੈਨੂੰ ਉਹਦਾ ਨਾਮ ਨਹੀਂ ਆ ਰਿਹਾ, ਗੁਰਜੰਤਵੀਰ ਸਿੰਘ ਆਈ ਥਿੰਕ। ਗੁਰਜੰਟ ਸਿੰਘ ਤਾਂ ਹੈਗੇ ਨੇ, +1 'ਚ ਨੇ, ਅਕਾਲ ਸਿਮਰਜੋਤ। ਮੇਰੀ ਆਵਾਜ਼ ਆ ਰਹੀ? ਹਾਂਜੀ ਭਾਜੀ, ਆ ਰਹੀ ਵੀਰ ਜੀ, ਆ ਰਹੀ। ਅਕਾਲ ਸਿਮਰਜੋਤ ਦਾ ਐਗਜ਼ਾਮਪਲ ਦੇਵਾਂ ਮੈਂ, 16 ਸਾਲ ਦੀ ਉਹਦੀ ਉਮਰ, ਆਈ ਥਿੰਕ 16-17 ਸਾਲ ਦੀ। ਸੋ 20 ਸਾਲ ਦੀ ਉਮਰ ਤੱਕ ਉਹ ਇੱਕ ਪਰਫੈਕਟ ਟ੍ਰੇਡਰ ਵੀ ਹੋ ਸਕਦਾ ਹੈ, ਲਾਈਕ ਰਾਜਾ ਬੈਂਕਸ, ਠੀਕ ਹੈ। ਪੋਸੀਬਲ ਹੈ ਨਾ ਇਹ ਪੋਸੀਬਲ ਹੈ, ਕਿਉਂਕਿ ਉਹਦੇ ਕੋਲ એનર્ਜੀ ਹੈ, ਉਹਦੇ ਕੋਲ ਫਾਲਤੂ ਦੇ ਜੱਬ ਖਾਨੇ ਨਹੀਂ ਹੈਗੇ ਜ਼ਿੰਦਗੀ ਦੇ, ਠੀਕ ਹੈ। ਸੋ ਉਹਦੇ ਕੋਲ ਪੀਸ ਆਫ ਮਾਈਂਡ ਹੈ, ਉਹਦਾ ਇੱਕ ਐਜੂਕੇਟਿਵ ਮਾਈਂਡ ਹੈ, ਫਰੈਸ਼ ਹੈ ਬਿਲਕੁਲ, ਠੀਕ ਹੈ। ਸੋ ਬੱਚਿਆਂ ਦਾ ਮਾਈਂਡ ਬਹੁਤ ਫਰੈਸ਼ ਹੁੰਦਾ ਹੈ, ਅਤੇ ਉਹਨੂੰ ਇੱਕ ਛੋਟੀ ਉਮਰ 'ਚ ਇੱਕ ਟਾਰਗੇਟ ਵੀ ਮਿਲ ਗਿਆ ਹੈ, ਠੀਕ ਹੈ। So he can do it easily. So for us, we have many things to look after. So for us, it's a bit difficult, but not impossible. Still, it's achievable. Okay. ਸੋ ਚੀਜ਼ਾਂ ਰੈਲੇਵੈਂਟ ਹੋਵੇ। ਮੈਂ ਇੱਥੇ ਫੋਰੈਕਸ ਦਾ ਪ੍ਰੋਫੈਸਰ ਨਹੀਂ ਬਣਨਾ, ਸਾਡੇ ਜਿਹੜੇ ਆਬਜੈਕਟਿਵ ਹੈ ਉਹ ਅਚੀਵੇਬਲ ਹੋਵੇ। ਜਿਵੇਂ ਹੁਣ ਅਚੀਵੇਬਲ ਰੈਲੇਵੈਂਟ ਵੀ ਹੈ ਮੇਰਾ। ਜੇ ਮੈਂ ਕਹਾਂ ਜੀ ਮੈਂ ਰਿਵਰਸ ਮਾਈਗ੍ਰੇਸ਼ਨ ਕਰਨੀ ਹੈ ਨਾ ਜੀ ਆਪਣੀ ਯੂਥ ਦੀ, ਅਤੇ ਉਹਦਾ ਮੈਨੂੰ ਪਤਾ ਨਹੀਂ ਮੈਂ ਕਰਨੀ ਕਿਵੇਂ ਹੈ, ਫਿਰ ਮੈਂ ਜੀ ਆ ਕੇ ਇੱਕ ਬਿਆਨਬਾਜ਼ੀ ਦੇਵਾਂ, ਮੈਂ ਬਿਆਨ ਦੇਵਾਂ ਹੈ ਨਾ ਟੀ ਵੀ ਦੇ ਉੱਤੇ ਆ ਕੇ, ਮੈਂ ਰਿਵਰਸ ਮਾਈਗ੍ਰੇਸ਼ਨ ਕੀ ਕਰ ਰਹੇ ਹੋ? ਅਸੀਂ ਪੰਜਾਬ ਦੇ ਵਿੱਚ ਐਸੀ ਕਿਹੜੀ ਓਪਰਚੁਨਿਟੀ ਦੇ ਰਹੇ ਜਿਹੜੇ ਲੋਕ ਕੈਨੇਡਾ ਦਾ ਮੋਹ ਛੱਡ ਕੇ, ਫੋਰਨ ਦਾ ਮੋਹ ਛੱਡ ਕੇ, ਪਿਆਰ ਛੱਡ ਕੇ, ਖਿੱਚ ਛੱਡ ਕੇ ਜਿਹੜੀ ਹੈਗੀ ਉਹ ਇੱਥੇ ਰਹਿਣ ਲਈ ਦੀ ਆਪਸ਼ਨ ਚੂਜ਼ ਕਰਨ? ਕੀ ਅਸੀਂ ਉਹਨਾਂ ਨੂੰ ਇੱਕ ਕੰਸਿਸਟੈਂਟ ਇਨਕਮ ਦੇ ਰਹੇ ਹਾਂ ਪੰਜਾਬ 'ਚ? ਕੀ ਆਪਾਂ ਨੂੰ ਇੰਪਲੋਇਮੈਂਟ ਦੇ ਰਹੇ ਹਾਂ? ਜਿਹੜੇ ਬਾਹਰ ਸਾਡੇ ਬੱਚੇ ਜਾ ਰਹੇ ਨੇ, ਕਿਉਂਕਿ ਪੰਜਾਬ ਗੌਰਮੈਂਟ ਨਵੀਆਂ ਨੌਕਰੀਆਂ ਨੂੰ ਸਿਰਜਣ 'ਚ ਬਹੁਤ ਬੈਡਲੀ ਫੇਲ ਹੋਈ, ਠੀਕ ਹੈ।
ਇਸ ਕਰਕੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਐਕਸਕਿਊਜ਼ ਵੀ ਮਿਲ ਗਿਆ, ਪਲੱਸ ਮਜਬੂਰੀ ਵੀ ਹੈ। ਆਫ ਕੋਰਸ ਉਹਨਾਂ ਨੂੰ ਇੱਥੇ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ, ਲੇਕਿਨ ਅਗਰ ਉਹ ਬੱਚਾ ਇੱਥੇ ਉਹਨੂੰ ਇੱਕ ਨਜ਼ਰ ਆਉਂਦਾ ਕਿ ਯਸ ਮੈਂ 6 ਮਹੀਨੇ 'ਚ ਦੇਖਿਆ ਕਿ ਮੈਂ ਜੀ $2000 ਕਮਾਏ ਹੈ, ਤਾਂ ਮੈਂ ਹਾਲੇ ਇੱਕ ਸਟੂਡੈਂਟ ਹਾਂ, ਠੀਕ ਹੈ, ਮੇਰਾ ਨਾਮ ਕੀ ਨਾਂ ਸੀ ਬੱਚੇ ਦਾ? ਅਕਾਲ ਸਿਮਰਜੋਤ। ਅਕਾਲ ਸਿਮਰਜੋਤ, ਓਕੇ, ਮੇਰਾ ਇਹ ਨਾਂ ਹੈ ਅਤੇ ਮੇਰੀ 18 ਈਅਰਸ ਦੀ ਏਜ ਹੈਗੀ ਹੈ, ਠੀਕ ਹੈ। ਬੈਂਕ ਵਾਲਿਆਂ ਨੇ ਮੇਰਾ ਅਕਾਊਂਟ ਵੀ ਬੜਾ ਔਖਾ ਖੋਲ੍ਹਿਆ ਸੀਗਾ ਫੋਰੈਕਸ ਵਾਲਿਆਂ ਨੇ, ਕਿਉਂਕਿ ਉਹ ਮੰਨਦੇ ਨਹੀਂ ਸੀ 18 ਸਾਲ ਤੱਕ, ਬਟ ਮੇਰਾ ਖੁੱਲ੍ਹ ਗਿਆ ਸੀ ਜੁਗਾੜ ਲਾ ਕੇ, ਠੀਕ ਹੈ। ਸੋ 20-21 ਸਾਲ ਦੀ ਉਮਰ ਤੱਕ ਉਹਦੇ ਪਰ $1,00,000 ਹੋਏਗਾ, ਉਹ ਕੈਨੇਡਾ ਘੁੰਮਣ ਜਾਏਗਾ, ਫਿਰ ਉੱਥੇ ਨੌਕਰੀ ਕਰਨ ਨਹੀਂ ਜਾਏਗਾ, ਉਹ ਹੋਏਗੀ ਸਾਡੀ ਅਸਲੀ ਸਕਸੈਸ। ਕਿਉਂਕਿ ਅਸੀਂ ਉਹਨੂੰ ਪੰਜਾਬ ਵਿੱਚ ਓਪਰਚੁਨਿਟੀ ਦਿੱਤੀ, ਉਹ ਕੈਨੇਡਾ ਜਾਏਗਾ ਵੀ, ਉੱਥੇ ਦਾ ਇੱਕ ਲਗਜ਼ਰੀ ਲਾਈਫ ਸਟਾਈਲ ਦੇਖ ਕੇ ਵੀ ਉੱਥੇ ਉਹ ਰਹਿਣ ਦੀ ਸੋਚੇਗਾ ਨਹੀਂ, ਉਹ ਫਿਰ ਕੋਈ ਨਹੀਂ ਮੈਂ ਫਿਰ ਅਗਲੇ ਸਾਲ ਆਵਾਂਗਾ ਫਿਰ ਸਮਰਸ ਦੇ ਵਿੱਚ, ਹੈ ਨਾ, ਗਰਮੀਆਂ ਛੁੱਟੀਆਂ 'ਚ, ਕਿਉਂਕਿ ਉਹਨੂੰ ਪਿੱਛੇ ਇੱਕ ਬੇਸ ਮਿਲ ਗਿਆ, ਉਹਨੂੰ ਇੱਕ ਸੋਰਸ ਆਫ ਇਨਕਮ, ਉਹਨੂੰ ਅਸੀਂ ਇੱਕ ਓਪਰਚੁਨਿਟੀ ਦਿੱਤੀ ਹੈ। ਮੇਰਾ ਇਹ ਆਬਜੈਕਟਿਵ ਹੈ ਕਿ ਅਸੀਂ ਇੱਦਾਂ ਕਰ ਰਹੇ ਹਾਂ। ਯੈਸ ਆਫ ਕੋਰਸ ਹੁਣ ਤੱਕ 15-20 ਬੱਚੇ ਕਮਿਟ ਕਰ ਚੁੱਕੇ, ਭਾਜੀ ਆਪਾਂ ਹੁਣ ਬਾਹਰ ਨਹੀਂ ਜਾਣਾ, ਸਾਨੂੰ ਤੁਸੀਂ ਇੱਥੇ ਗਾਈਡ ਕਰੋ, ਅਸੀਂ ਇੱਥੇ ਕਰਨਾ ਜੋ ਵੀ ਕਰਨਾ। ਕਿਉਂਕਿ ਕਿਹੜਾ ਬੰਦਾ ਪਰਿਵਾਰ ਤੋਂ ਦੂਰ ਜਾਣਾ ਚਾਹੁੰਦਾ ਹੈ? ਨਹੀਂ, ਕੋਈ ਵੀ ਨਹੀਂ ਜਾਣਾ ਚਾਹੁੰਦਾ, ਠੀਕ ਹੈ। ਪੇਰੈਂਟਸ ਕਿਹਨੂੰ ਨਹੀਂ ਪਿਆਰੇ ਹੁੰਦੇ? ਸਭ ਤੋਂ ਪਿਆਰੇ ਸ਼ਾਇਦ ਸਾਨੂੰ ਸਾਡੇ ਪੇਰੈਂਟਸ ਹੀ ਹੁੰਦੇ ਆ, ਹਰ ਚੀਜ਼ ਤੋਂ ਜ਼ਿਆਦਾ ਅਜ਼ੀਜ਼। ਉਹਨਾਂ ਨੂੰ ਇੱਕ ਬਜ਼ੁਰਗ ਅਵਸਥਾ 'ਚ ਛੱਡ ਕੇ ਅਸੀਂ ਬਾਹਰ ਭੱਜਦੇ ਆ, ਫਿਰ ਅਸੀਂ ਉਹਨਾਂ ਨੂੰ ਡੇਲੀ ਫੋਨ ਕਰਨਾ ਸਵੇਰੇ ਸ਼ਾਮ, ਠੀਕ ਹੋ ਠੀਕ ਹੋ, ਇੰਨਾ ਪਿਆਰ ਸੀ, ਬਾਹਰ ਕਿਉਂ ਗਏ, ਠੀਕ ਹੈ। ਬਟ ਉਹ ਇੱਕ ਹਾਲਾਤ ਸੀਗੇ, ਮੈਂ ਵੀ ਰਿਹਾ 15 ਸਾਲ ਪੇਰੈਂਟਸ ਤੋਂ ਦੂਰ, 15-16 ਈਅਰਸ, ਓਕੇ। ਸੋ ਰੈਲੇਵੈਂਟ ਹੋਣ ਉਹ ਚੀਜ਼ਾਂ ਕਿ ਜੋ ਅਸੀਂ ਤੁਹਾਨੂੰ ਟਾਰਗੇਟ ਦੇ ਰਹੇ ਹਾਂ, ਟੂਲਸ ਦੇ ਰਹੇ ਹਾਂ, ਕਿ ਆਪਾਂ ਉੱਦਾਂ ਦੀ ਤੁਹਾਨੂੰ ਐਜੂਕੇਸ਼ਨ ਵੀ ਦੇ ਰਹੇ ਹਾਂ, ਕੀ ਇਹ ਚੀਜ਼ਾਂ ਪੋਸੀਬਲ ਹੈ ਇੰਡੀਅਨ ਮਾਰਕੀਟ 'ਚ, ਕਿ ਆਪਾਂ ਡਾਲਰ ਕਮਾ ਰਹੇ ਹਾਂ? ਇਹ ਸਿਰਫ ਇੱਕ ਹਵਾ ਦੀਆਂ ਗੱਲਾਂ ਹੀ ਹੈ, ਕੋਈ ਕਮਾ ਵੀ ਰਿਹਾ, ਕਿਸੇ ਨੇ ਵਿਡਰੋ ਵੀ ਕੀਤਾ ਹੈ, ਇਹ ਸਿਰਫ ਡਿਪੋਜ਼ਿਟ ਹੀ ਕਰ ਰਿਹਾ ਬ੍ਰੋਕਰ ਕੋਲ, ਠੀਕ ਹੈ। ਕਿਆ ਕਿਸੇ ਨੇ ਆਪਣੀ ਪ੍ਰੋਸਪੈਰਿਟੀ ਦੱਸੀ ਸਾਨੂੰ ਕਿ ਭਾਜੀ ਮੇਰੀ ਇੰਨੀ ਜਿਹੜਾ ਹੈਗਾ? ਇਸ ਕਰਕੇ ਰੈਲੇਵੈਂਟ ਹੋਣਾ ਵੀ ਜ਼ਰੂਰੀ ਹੈ ਕਿ ਜੇ ਤੁਸੀਂ ਫੋਰੈਕਸ ਦੇ ਵਿੱਚ ਟਾਰਗੇਟ ਰੱਖ ਰਹੇ ਹੋ, ਤੁਸੀਂ ਫੋਰੈਕਸ ਦੀ ਹੀ ਐਜੂਕੇਸ਼ਨ ਲੈਣੀ ਹੈ। ਤੁਸੀਂ ਉੱਥੇ ਆਪਣੀ ਆਰਟੀਕਲਸ ਨਾ ਪੜ੍ਹਦੇ ਹੋ, ਤੁਸੀਂ ਇੱਥੇ ਨੈਟਫਲਿਕਸ ਲਾ ਕੇ ਬੈਠੇ ਹੋ, ਸੋ ਦੈਟਸ ਰੋਂਗ, ਦੈਟਸ ਨੋਟ ਰੈਲੇਵੈਂਟ। ਸੋ ਸਾਡੇ ਜਿਹੜੇ ਆਬਜੈਕਟਿਵ ਨੇ ਉਹ ਰੈਲੇਵੈਂਟ ਹੋਣੇ ਚਾਹੀਦੇ, ਸਾਡੇ ਗੋਲਸ ਸਾਡੇ ਰੈਲੇਵੈਂਟ ਹੋਣੇ ਚਾਹੀਦੇ ਨੇ ਆਬਜੈਕਟਿਵਸ ਦੇ ਨਾਲ, ਠੀਕ ਹੈ। ਰੈਲੇਵੈਂਟ ਮੀਨਸ ਕਿ ਰਿਲੇਟਡ ਹੋਣੇ ਚਾਹੀਦੇ, ਇੱਕ ਦੂਜੇ ਨਾਲ ਅਟੈਚ ਹੋਣੇ ਚਾਹੀਦੇ, ਕਿ ਅਗਰ ਉਹ ਹਾਸਲ ਕਰੀਏ ਤਾਂ ਦੂਜੀ ਚੀਜ਼ ਆਪਣੇ ਆਪ ਹਾਸਲ ਹੋ ਜਾਏਗੀ। ਜੇ ਆਪਾਂ ਪੰਜਾਬ ਵਿੱਚ ਪ੍ਰੋਸਪੈਰਿਟੀ, ਫਾਈਨੈਂਸ਼ੀਅਲ ਫਰੀਡਮ ਦੇ ਦਈਏ ਬੱਚਿਆਂ ਨੂੰ, ਕਿਸੇ ਨੂੰ ਵੀ, ਸੋ ਬੱਚਿਆਂ ਨੇ ਰਿਵਰਸ ਮਾਈਗ੍ਰੇਸ਼ਨ ਆਪਣੇ ਆਪ ਕਰ ਲੈਣੀ ਹੈ। ਸਾਨੂੰ ਉਹਨਾਂ ਨੂੰ ਸਪੈਸ਼ਲ ਇਨਵੀਟੇਸ਼ਨ ਜਾਂ ਜਹਾਜ਼ ਭੇਜਣ ਦੀ ਲੋੜ ਨਹੀਂ ਉੱਥੇ ਕਿ ਭਾਈ ਵਾਪਸ ਆ ਜਾਓ, ਨਹੀਂ, ਉਹਨਾਂ ਨੇ ਆਪਣੇ ਆਪ ਆਉਣਾ ਹੈ, ਇੱਕ ਦੂਜੇ ਨੂੰ ਦੇਖ ਕੇ ਆਉਣਾ ਹੈ। ਰਾਈਟ ਔਰ ਰੋਂਗ? ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਯੈਸ, ਇਨ ਰਿਲੇਟਿਡ ਟੂ ਟ੍ਰੇਡਸ ਸਾਡੇ ਕੋਲ ਕੈਪੀਟਲ ਹੋਵੇ, ਸਾਡੇ ਕੋਲ ਸਕਿੱਲ ਹੋਵੇ, ਹੈ ਨਾ, ਸਾਡੇ ਕੋਲ ਰਿਸਕ ਅਪਟਾਈਟ ਹੋਵੇ, ਸਾਡੇ ਕੋਲ ਸ਼ਾਰਟ ਟਰਮ, ਮਿਡ ਟਰਮ, ਲੌਂਗ ਟਰਮ ਗੋਲਸ ਹੋਣ, ਦੈਟ ਇਜ਼ ਰੈਲੇਵੈਂਸੀ। ਉਹ ਰੈਲੇਵੈਂਟ ਚੀਜ਼ਾਂ ਹੁੰਦੀਆਂ ਆਪਸ ਦੇ ਵਿੱਚ। ਅਸੀਂ ਹਰ ਵੇਲੇ ਆਪਾਂ ਫੋਰੈਕਸ ਦੀ ਗੱਲ ਕਰਦੇ ਹਾਂ, ਟੀਮ ਵਿੱਚ ਆਪਾਂ ਫੋਰੈਕਸ ਦੀ ਗੱਲ ਕਰਦੇ ਹਾਂ, ਗਰੁੱਪ ਦੇ ਵਿੱਚ ਆਪਾਂ ਫੋਰੈਕਸ ਦੀ ਗੱਲ ਕਰਦੇ ਹਾਂ, ਵੀਡੀਓਜ਼ ਅਸੀਂ ਫੋਰੈਕਸ 'ਤੇ ਦੇਖ ਰਹੇ, ਕਿਤਾਬਾਂ ਅਸੀਂ ਫੋਰੈਕਸ ਦੀਆਂ ਪੜ੍ਹ ਰਹੇ, ਅਸੀਂ ਆਪਣੇ ਸਾਈਕੋਲੋਜੀ ਨੂੰ ਇੰਪਰੂਵ ਕਰ ਰਹੇ, ਅਸੀਂ ਉੱਦਾਂ ਦੀ ਬੁੱਕਸ ਪੜ੍ਹ ਰਹੇ, ਅਸੀਂ ਰਿਚ ਡੈਡ ਪੂਅਰ ਡੈਡ ਨੂੰ ਕਈ ਵਾਰ ਪੜ੍ਹ ਲਿਆ ਹੈ। ਰੀਜ਼ਨ ਸਾਡੀ ਚੀਜ਼ਾਂ ਰੈਲੇਵੈਂਟ ਹੈਗੀਆਂ। ਜੇ ਅਸੀਂ ਉਹ ਚੀਜ਼ ਹਾਸਲ ਕੀਤੀ, ਸਾਨੂੰ ਕੁਛ ਨਾ ਕੁਛ ਚੇਂਜ ਮਿਲੇਗਾ ਸਾਡੀ ਪਰਫੋਰਮੈਂਸ ਵਿੱਚ, ਜਿਹੜਾ ਈਜ਼ੀ ਹੋਏਗਾ ਸਾਡੇ ਕਿਸੇ ਗੋਲਸ ਨੂੰ ਜਾਂ ਆਬਜੈਕਟਿਵ ਨੂੰ ਹਾਸਲ ਕਰਨਾ। ਰਾਈਟ ਵੀਰ ਜੀ। ਮੈਂ ਕੀ ਕਹਿ ਰਿਹਾ? ਐਗਜ਼ਾਮਪਲ, ਇੰਪਰੂਵਿੰਗ ਮਾਈ ਵਿਨ ਰੇਟ ਇਜ਼ ਰੈਲੇਵੈਂਟ ਐਜ਼ ਇਟ ਵਿਲ ਇਨਹਾਂਸ ਮਾਈ ਓਵਰਆਲ ਪ੍ਰੋਫਿਟ ਐਂਡ ਕੰਸਿਸਟੈਂਸੀ। ਮਨਪ੍ਰੀਤ ਇਜ਼ ਦ ਬੈਸਟ ਐਗਜ਼ਾਮਪਲ, ਓਕੇ। ਮੈਂ ਉਹਦੇ ਜਿੰਨਾ ਪੇਸ਼ੈਂਸ ਕਦੀ ਨਹੀਂ ਦੇਖਿਆ। ਉਹ ਟ੍ਰੇਡ ਦੇਖ ਕੇ, ਉਹ ਬ੍ਰੇਕਆਊਟ ਦੇਖ ਕੇ ਉਹ ਲੋਡ ਸਾਈਜ਼ ਵਧਾ ਸਕਦਾ ਸੀਗਾ। ਕਈ ਦਫਾ ਇੱਦਾਂ ਮੈਂ ਦੇਖਿਆ, ਮੈਂ ਕਿਹਾ ਅੱਜ ਮੈਂ ਦੇਖਣਾ ਮਨਪ੍ਰੀਤ ਕੀ ਕਹਿੰਦਾ ਹੈ, ਅਤੇ ਲੇਕਿਨ ਉਹਦਾ ਲੋਡ ਸਾਈਜ਼ ਨਾ ਉਹੀ ਸੀਗਾ, ਸੇਮ 0.01। ਸ਼ਾਇਦ ਉੱਥੇ ਮੈਂ ਵੀ ਕੰਟਰੋਲ ਨਾ ਕਰ ਪਾਉਂਦਾ ਆਪਣੀ, ਨਹੀਂ ਯਾਰ ਅੱਜ ਤੁਸੀਂ 10 ਲੋਡ ਕਰ ਦਿਓ ਜੀ, ਇਹ ਸ਼ੋਰ ਹੈ ਕਿ ਉੱਪਰ ਜਾਏਗੀ ਮਾਰਕੀਟ, ਸ਼ੋਰ ਹੈ ਡਾਊਨ ਜਾਏਗੀ, ਲੇਕਿਨ ਉਹ ਉੱਥੇ ਵੀ ਉਹ ਕੰਸਿਸਟੈਂਟ ਰਿਹਾ। ਹੀ ਵਾਜ਼ ਫੁੱਲੀ ਡੈਡੀਕੇਟਿਡ। ਉਹਨੇ ਕਿਸੇ ਵੀ ਸੂਰਤ ਉਸ ਪ੍ਰਿੰਸੀਪਲ ਨੂੰ ਇੰਨੀ ਵੱਡੀ ਡੈਡੀਕੇਸ਼ਨ ਹੋਵੇ। ਸੋ ਇੱਥੇ ਬੈਡ ਲੱਕ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਜਦੋਂ ਉਹ ਆਪਣਾ ਪੂਰਾ ਟਰੈਕ ਰਿਕਾਰਡ ਬਰਬਾਦ ਕਰੇਗਾ ਨਾ, ਖੁਦ ਕਰੇਗਾ, ਉਹਦੇ ਲਈ ਕਿਸਮਤ ਨੂੰ ਦੋਸ਼ ਦੇਣਾ ਉਹ ਸਾਡੀ ਬੇਵਕੂਫੀ ਹੋਏਗੀ। ਫਿਰ ਮਨਪ੍ਰੀਤ ਮਾਈਂਡ ਕਰ ਰਹੇ ਹੋ? ਨਹੀਂ ਭਾਜੀ, ਬਿਲਕੁਲ ਸਹੀ ਗੱਲ ਹੈ, ਐਗਰੀ ਹਾਂ ਜੀ। ਮਤਲਬ ਬੇਇੱਜ਼ਤੀ ਹੋਰ ਵੀ ਕੀਤੀ ਜਾ ਸਕਦੀ ਹੈ ਨਾ ਫਿਰ? ਹਾਂਜੀ ਭਾਜੀ, ਬਿਲਕੁਲ ਵੀ ਕਰ ਸਕਦੇ ਹਾਂ। ਨਹੀਂ, ਤੁਸੀਂ ਮੇਰੇ ਨਿੱਕੇ ਬ੍ਰਦਰ ਹੋ, ਮੈਂ ਤੁਹਾਨੂੰ ਆਲਵੇਜ਼ ਇਹੀ ਕੰਸੀਡਰ ਕੀਤਾ, ਠੀਕ ਹੈ। ਸੋ ਯੂ ਗਾਇਜ਼ ਆਰ ਮਾਈ ਫੈਮਿਲੀ। ਸੋ ਜੇ ਮੈਂ ਕਿਸੇ 'ਤੇ ਜੋਕ ਕਰ ਰਿਹਾ, ਬੁਰਾ ਲੱਗ ਰਿਹਾ, ਪਲੀਜ਼ ਲੈਟ ਮੀ ਨੋ, ਆਈ ਵਿਲ ਫੀਲ ਸੋਰੀ, ਆਈ ਵਿਲ ਸੇ ਸੋਰੀ ਐਂਡ ਆਈ ਵਿਲ ਕੁਇਟ ਦੈਟ ਫॉर ਨੈਕਸਟ ਟਾਈਮ, ਓਕੇ। ਆਈ ਵਿਲ ਨੋਟ ਡੂ ਦੈਟ, ਓਕੇ। ਸੋ
ਵੀ ਆਰ ਅ ਫੈਮਿਲੀ ਓਕੇ। ਸੋ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਆਪਣਾ ਹੁਣ ਦੇਖੋ ਮਨਪ੍ਰੀਤ, ਐਸਾ ਕਦੇ ਹੋ ਸਕਦਾ ਕਿ ਤੁਹਾਡਾ ਪੂਰਾ ਅਕਾਊਂਟ ਬਲੋ ਹੋ ਜੇ ਆਪਣੇ ਆਪ? ਨਹੀਂ ਭਾਜੀ, ਆਪਣੇ ਆਪ ਕਦੀ ਵੀ ਨਹੀਂ ਹੋਏਗਾ। ਕੋਈ ਗਲਤੀ ਕਰਾਂਗਾ ਯੈਸ। ਤੇ ਫਿਰ ਹੋ ਸਕਦਾ, ਪਰ ਆਪਣੇ ਆਪ ਕਦੀ ਨਹੀਂ ਹੋ ਸਕਦਾ। ਸੋ ਆਪਣੇ ਆਪ ਬਿਨਾਂ ਨਹੀਂ ਹੋਏਗਾ। ਸਟਾਪ ਲਾਸ ਤੋਂ ਟ੍ਰੇਡ ਕਰਾਂਗਾ ਵੀ ਹਾਂ ਵੀ ਬਿਨਾਂ ਸਟਾਪ ਲਾਸ ਤੋਂ ਚਲਾ ਦੋ ਗੱਡੀ। ਇੱਥੇ ਅਸੀਂ ਕਹਿ ਸਕਦੇ ਹਾਂ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਇਹਨਾਂ ਨੂੰ ਮੂਡ ਚ ਵੀ ਨਹੀਂ। ਅੱਜ ਅਸੀਂ ਬਿਨਾਂ ਸਟਾਪ ਲਾਸ ਤੋਂ ਲਾ ਕੇ ਦੇਖਦੇ ਆ ਜੀ, ਬਹੁਤ ਟਾਈਮ ਹੋ ਗਿਆ ਸਟਾਪ ਲਾਸ ਅਸੀਂ ਲਾਉਂਦੇ ਰਹੇ, ਅੱਜ ਬਿਨਾਂ ਸਟਾਪ ਤੇ ਲਾ ਕੇ ਦੇਖੋ, ਸ਼ਾਇਦ ਉਹ ਮੋਮੈਂਟ ਵੇਟ ਕਰ ਰਿਹਾ ਹੋਣਾ ਸਾਡਾ ਕਿ ਤੂੰ ਇੱਕ ਵਾਰ ਜਰਾ ਸਟਾਪ ਲਾਸ ਹਟਾ ਤਾਂ ਸਹੀ ਬਾਈ, ਮੈਂ ਤਾਂ 500 ਪਿਪ ਦੀ ਕੈਂਡਲ ਬਣਾਵਾਂਗਾ ਡਾਊਨ ਸਾਈਡ, ਠੀਕ ਹੈ। ਫਿਰ ਅਕਾਊਂਟ ਬਲੋ ਉਦੋਂ ਮੀਨਸ ਬੈਡ ਲੱਕ, ਸਾਡੀ ਆਪਣੀ ਗਲਤੀ ਦਾ ਨਤੀਜਾ ਹੁੰਦਾ ਹੈ, ਠੀਕ ਹੈ। ਸੋ ਇਸ ਗੱਲ ਤੇ ਮੈਂ ਸਟ੍ਰੈਸ ਦੇ ਰਿਹਾ ਕਿਉਂਕਿ ਸਾਨੂੰ ਇਹ ਚੀਜ਼ ਨੂੰ ਇੰਪਰੂਵ ਕਰਨਾ ਹੈ ਸਾਰਿਆਂ ਨੂੰ, ਓਕੇ। ਸੋ ਬਲੇਮ ਕਰਨਾ ਛੱਡੀਏ ਅਸੀਂ, ਕਿਉਂਕਿ ਸਾਡੀ ਸਕਸੈਸ ਸਾਡੇ ਆਪਣੇ ਹੱਥ 'ਚ ਹੈ। ਕੋਈ ਹੋਰ ਸਾਡੀ ਕੋਈ ਸਪੋਰਟ ਨਹੀਂ ਇੱਥੇ ਕਰ ਸਕਦਾ, ਓਕੇ। ਆਪਾਂ ਐਜ਼ ਏ ਫੈਮਿਲੀ ਅਸੀਂ ਸਿੱਖ ਸਕਦੇ ਹਾਂ, ਦੈਟਸ ਵਾਟ ਵੀ ਕੈਨ ਡੂ ਐਜ਼ ਅ ਟੀਮ। ਸੋ ਸਪੈਸੀਫਿਕ ਦਾ ਪਤਾ ਲੱਗ ਗਿਆ, ਮੇਜ਼ਰੇਬਲ ਦਾ ਪਤਾ ਲੱਗ ਗਿਆ, ਅੱਗੇ ਕੀ ਸੀ? Achievable, ਯੈਸ, relevant, ਅਚੀਵੇਬਲ, ਨੈਕਸਟ ਰੈਲੇਵੈਂਟ ਹੋ ਗਿਆ। ਸਭ ਨੂੰ ਸਮਝ ਆ ਗਿਆ? ਯੈਸ ਵੀਰ ਜੀ। ਟਾਈਮ ਬਾਉਂਡ। ਮੈਂ BSc ਮੈਥ ਕਰਨੀ ਹੈ, ਹੋ ਸਕਦਾ 10 ਸਾਲ ਵੀ ਲੱਗ ਜਾਣ। ਕੀ ਇਹ ਸਟੂਪਿਡਿਟੀ ਨਹੀਂ ਹੈ? ਫਿਰ BSc ਮਤਲਬ 3 ਸਾਲ, ਫੇਲ ਹੋ ਗਿਆ ਤਾਂ 4 ਸਾਲ, ਬਟ ਬਾਰ-ਬਾਰ ਕਰ ਰਹੇ 8-10 ਸਾਲ ਲਾ ਛੱਡੇ, ਉਹਦਾ ਕੋਈ ਫਾਇਦਾ ਹੈ? ਨਹੀਂ ਭਾਜੀ। ਸਾਡੀ ਹਰ ਚੀਜ਼, ਸਾਡੇ ਟਾਰਗੇਟ ਟਾਈਮ ਬਾਉਂਡ ਹੋਣੇ ਚਾਹੀਦੇ। ਜਿਵੇਂ ਜਸਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਠੀਕ ਹੈ, ਮੈਂ ਇਹਨਾਂ ਨੂੰ ਐਗਜ਼ਾਮਪਲ ਦਿੰਦਾ। ਇਹ ਵੀ ਯੰਗ ਹੈ। ਜਸਪ੍ਰੀਤ, ਤੁਹਾਡੀ ਕਿੰਨੀ ਏਜ ਹੈ ਜਸਪ੍ਰੀਤ ਸਿੰਘ? ਤੁਸੀਂ ਮੈਨੂੰ ਸੁਣ ਪਾ ਰਹੇ ਹੋ ਜੇ? ਜਸਪ੍ਰੀਤ ਸਿੰਘ 03, ਤੁਹਾਡੀ ਕਿੰਨੀ ਏਜ ਹੈ? ਓਕੇ, ਮਾਈਕ ਬੰਦ ਆ ਭਾਜੀ। ਓਕੇ, ਸੋ 19-20 ਸਾਲ ਦੀ ਏਜ ਹੈ, ਓਕੇ। ਇੱਕ ਟਾਰਗੇਟ ਰੱਖਿਆ ਹੋਇਆ ਅੱਗੇ ਕਿ ਮੈਂ ਜੀ ਅੱਗੇ PhD ਕਰਨੀ ਹੈ। PhD ਦਾ ਪਤਾ ਹੈ ਕਿੰਨੇ ਸਾਲ 'ਚ ਕਰਨੀ ਹੈ ਨਾ? 22, 23, 24, 25, 26 ਸਾਲ, 27 ਸਾਲ ਦੀ ਉਮਰ ਤੱਕ ਹੋ ਜਾਣੀ ਚਾਹੀਦੀ, ਠੀਕ ਹੈ। ਸੋ ਟਾਈਮ ਬਾਉਂਡ ਸਾਡੀ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਰੀਆਂ, ਕਿ ਜੇ ਮੇਰਾ ਇਹ ਟਾਰਗੇਟ ਹੈਗਾ ਕਿ ਮੈਂ ਇੰਨੇ % ਸਕਸੈਸ ਰੇਟ ਲੈਣਾ ਹੈ, ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ, ਜਨਰਲਾਈਜ਼ ਕਰਦੇ ਹੋਏ, ਗੈਪਸ ਨੂੰ ਦੇਖਦੇ ਕੇ ਫਿਲ ਕਰਦੇ ਹੋਏ, ਬ੍ਰਿਜ ਕਰਦੇ ਹੋਏ, ਚੀਜ਼ਾਂ ਨੂੰ ਹੈ ਨਾ ਇੰਪਰੂਵ ਕਰਦੇ ਹੋਏ ਕਿੰਨਾ ਸਮਾਂ ਲਵਾਂਗਾ ਮੈਂ। ਤੁਹਾਨੂੰ ਪਤਾ ਹੈ ਰਾਜਾ ਬੈਂਕ ਦੇ ਜਾਂ ਡੈਨੀ ਦੇ ਜਾਂ ਕਿਸੇ ਹੋਰ ਚੈਨਲ ਥੱਲੇ ਜਾ ਕੇ ਦੇਖੋ, ਲੋਕ ਪਤਾ ਕੀ ਕਹਿੰਦੇ, ਮੈਂ 10 ਸਾਲ ਤੋਂ ਟ੍ਰੇਡਿੰਗ ਕਰ ਰਿਹਾ ਬਟ ਮੈਂ ਪ੍ਰੋਫਿਟ ਦਾ ਮੂੰਹ ਨਹੀਂ ਦੇਖਿਆ ਅੱਜ ਤੱਕ। ਭਾਈ ਫਿਰ ਤੂੰ ਕਰ ਕੀ ਰਿਹਾ? ਫਿਰ ਤੂੰ ਟ੍ਰੇਡਿੰਗ ਨਹੀਂ ਕਰ ਰਿਹਾ, ਤੂੰ ਜੂਆ ਹੀ ਖੇਡ ਰਿਹਾ 10 ਸਾਲ ਤੋਂ, ਰਾਈਟ? ਫਿਰ ਤੂੰ ਜੂਆ ਖੇਡ ਰਿਹਾ 10 ਸਾਲ ਤੋਂ, ਤੈਨੂੰ ਪਤਾ ਨਹੀਂ ਚੱਲ ਰਿਹਾ ਵੀ ਤੂੰ ਇੰਪਰੂਵ ਕਿਉਂ ਨਹੀਂ ਕਰ ਰਿਹਾ, ਤੈਨੂੰ ਪਤਾ ਨਹੀਂ ਤੇਰੀ ਗਲਤੀ ਕਿੱਥੇ ਹੈ, ਤੈਨੂੰ ਪਤਾ ਨਹੀਂ ਤੂੰ ਕਰਨਾ ਕੀ ਹੈ ਇਹਨਾਂ ਚੀਜ਼ਾਂ ਨੂੰ ਫਿਕਸ ਕਰਨ ਲਈ, ਤੇਰੀ ਮਿਸਟੇਕਸ ਹੈ। ਜਸਪ੍ਰੀਤ ਸਿੰਘ BCom ਕਰ ਰਹੇ, 20 years old ਨੇ, ਠੀਕ ਹੈ। ਸੋ ਹੀ ਇਜ਼ ਗਿਵਿੰਗ ਅਪ ਦੈਟ ਹੀ ਵਿਲ ਨਾਟ ਗੋ ਟੂ ਕੈਨੇਡਾ। ਇਹਨਾਂ ਦੀ ਪੂਰੀ ਫੈਮਿਲੀ ਕੈਨੇਡਾ ਬੈਠੀ ਹੈ, ਰਾਈਟ? ਸੋ ਹੀ ਡਿਜ਼ਰਵ ਕਲੈਪਿੰਗਸ ਆਈ ਥਿੰਕ, ਰਾਈਟ ਗਾਇਜ਼? ਜਸਪ੍ਰੀਤ ਸਿੰਘ ਕਹਿ ਰਹੇ ਨੇ ਕਿ ਕੈਨੇਡਾ ਨਹੀਂ ਜਾਣਾ, ਇਹਦੇ ਸਾਰੇ ਕਜ਼ਨਸ ਬਾਹਰ ਬੈਠੇ ਨੇ, ਪੂਰੀ ਫੈਮਿਲੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਬੈਠੀ ਹੈ। ਹੀ ਇਜ਼ ਦ ਓਨਲੀ ਪਰਸਨ ਹੂ ਸੇਇੰਗ ਨੋ, ਆਈ ਐਮ ਨਾਟ ਗੋਇੰਗ ਵੀਰ ਜੀ, sorry, I have to stay here, I have to learn forex, I have to do a great job in this industry, and I will show my achievements more than the Canadians, okay, more than the Americans, more than the Australian relatives. So he deserves a big applause, okay. So ਇੱਦਾਂ ਦੀ ਡੈਡੀਕੇਸ਼ਨ ਚਾਹੀਦੀ ਹੈ, ਇੱਦਾਂ ਦੀ ਕਮਿਟਮੈਂਟ ਚਾਹੀਦੀ ਹੈ, ਓਕੇ। ਸੋ ਚੀਜ਼ਾਂ ਟਾਈਮ ਬਾਉਂਡ ਹੋਵੇ ਕਿ ਅਸੀਂ ਕੀ ਹਾਸਲ ਕਰਨਾ ਹੈ ਫੋਰੈਕਸ ਮਾ, ਸਾਡਾ ਸਕਸੈਸ ਰੇਟ ਜੇ ਆਪਾਂ 80 ਤੱਕ ਜਾਣਾ ਹੈ, not everyone can become ਮਨਪ੍ਰੀਤ, ਓਕੇ। ਉਹਨਾਂ ਨੂੰ ਪਤਾ ਹੈ, ਉਹਨਾਂ ਦੀ ਆਪਣੀ ਜੋਬ ਦੀ ਹਾਰਡਸ਼ਿਪ ਪਤਾ ਹੈ। ਆਈ ਨੋ ਦਾ ਟਫੈਸਟ ਜੋਬ ਇਨ ਦਾ ਵਰਲਡ ਇਜ਼ ਦਾ ਸਿਕਿਉਰਿਟੀ ਆਫਿਸਰ ਜੋਬ, ਸਟੈਂਡਿੰਗ all the day and risking his health and everything, okay. So ਟਾਈਮ ਬਾਉਂਡ ਰੱਖੋ ਆਪਣੇ ਆਪ ਨੂੰ ਕਿ ਜੇ ਮੈਂ ਅੱਜ 30% ਤੇ ਹੈ ਤਾਂ ਨੈਕਸਟ 6 ਮੰਥ ਦੇ ਵਿੱਚ ਮੈਂ 60 ਤੇ ਜਾਣਾ ਹੈ, ਨੈਕਸਟ 3 ਮੰਥ ਦੇ ਵਿੱਚ, ਟੋਟਲ 9 ਮੰਥ ਦੇ ਵਿੱਚ ਮੈਂ ਐਂਡ ਆਫ ਦਸੰਬਰ ਮੈਂ ਜੀ 75, 80, 85 ਦੇ ਵਿੱਚ ਹੋਣਾ ਹੈ। ਦਿਸ ਇਜ਼ ਵਾਟ ਯੂ ਨੀਡ। ਤੁਹਾਨੂੰ ਸਿਰਫ ਇਹੀ ਚੀਜ਼ ਚਾਹੀਦੀ ਹੈ। 80 ਦਾ ਇੱਕ
ਮਤਲਬ ਗੋਲ ਹੋਣਾ, ਅਚੀਵ ਹੋ ਜਾਣਾ ਇਜ਼ ਅ ਡ੍ਰੀਮ ਫॉर ਐਵਰੀਬਡੀ, ਇਜ਼ ਅ ਡ੍ਰੀਮ। ਤੁਸੀਂ 10 ਚੋਂ 2 ਟ੍ਰੇਡਾਂ ਮਿਸ ਕਰ ਰਹੇ ਹੋ ਬਸ। ਤੁਸੀਂ 80% ਤੁਸੀਂ ਜਿਹੜਾ ਹੈਗਾ ਤੁਹਾਡੀ ਸਕਸੈਸ ਹੈ, 8 ਟ੍ਰੇਡ ਤੁਸੀਂ ਵਿਨ ਕਰ ਰਹੇ ਹੋ। ਇਹ ਕੌਨਫੀਡੈਂਸ ਤੁਹਾਨੂੰ ਫਿਰ ਲਲਚਾਏਗਾ ਵੀ ਨਹੀਂ ਹੁਣ ਲੋਟ ਸਾਈਜ਼ ਡਬਲ ਕਰ ਲਓ। ਨੋ, ਸਾਡੇ ਟਾਰਗੇਟ ਹੈ ਕਿ ਜਦੋਂ ਤੱਕ ਮੇਰਾ $100 ਦਾ ਅਕਾਊਂਟ 200 ਦਾ ਨਹੀਂ ਹੋਇਆ, ਮੇਰਾ ਲੋਟ ਸਾਈਜ਼ 0.01 ਰਹੇਗਾ, ਕਿਉਂਕਿ ਮੈਂ ਇੱਥੇ ਅਮੀਰ ਬਣਨ ਨਹੀਂ ਆਇਆ, ਇੱਥੇ ਮੈਂ ਸਿੱਖਣ ਆਇਆ। ਇਹ ਮੇਰਾ ਕਾਲਜ ਯੂਨੀਵਰਸਿਟੀ ਹੈ, ਮੈਂ ਕੁਆਲੀਫਾਈ ਕਰਾਂਗਾ, ਕੁਆਲੀਫਾਈ ਹੋਵਾਂਗਾ ਮੈਂ ਇਸ ਗ੍ਰੈਜੂਏਸ਼ਨ ਤੋਂ, ਮਾਸਟਰ ਤੋਂ, ਹੈ ਨਾ, MPEd BEd ਜੋ ਵੀ ਤੁਸੀਂ ਕਰਦੇ ਹੋ ਪੰਜਾਬ 'ਚ, ਹੈ ਨਾ, ਇੰਡੀਆ 'ਚ, ਉਹ ਕਰਕੇ ਫਿਰ ਮੈਂ ਅੱਗੇ ਕੋਈ ਜੋਬ ਲੱਭਾਂਗਾ, ਫਿਰ ਮੇਰਾ ਜਿਹੜਾ ਗੋਲਸ ਅਚੀਵ ਹੋਣਗੇ, ਫਾਈਨੈਂਸ਼ੀਅਲੀ ਗੋਲਸ। ਲੇਕਿਨ ਮੇਰਾ ਫਸਟ ਗੋਲ ਕੀ ਹੈ, ਮੈਂ BSc ਫਸਟ ਈਅਰ ਪਾਸ ਕਰਨੀ ਹੈ ਵਿਦ ਦਿਸ ਪਰਸੈਂਟੇਜ ਕਿੰਨੀ, 80%। ਜੇ ਪਹਿਲੇ ਸਾਲ 'ਚ 35 ਨੰਬਰ ਆਏ, 35% ਆਈ, ਦੂਜੇ 'ਚ 40 ਆ ਗਈ। ਟਾਰਗੇਟ ਰੱਖਿਆ ਸੀ BSc ਸਟਾਰਟ ਕਰਨ ਤੋਂ ਪਹਿਲਾਂ ਕਿ ਮੈਂ ਜੀ 80% ਲੈਣੇ ਨੇ, ਹੈ ਨਾ। ਕੀ ਉਹ ਤੁਸੀਂ ਇਕੱਲੇ ਲਾਸਟ ਈਅਰ 'ਚ ਕਰ ਸਕਦੇ ਹੋ ਫਿਰ ਅਚੀਵ? ਪੋਸੀਬਲ ਹੈ ਉਹ ਚੀਜ਼? ਤੁਸੀਂ ਇੰਨਾ ਬੜਾ ਵਜ਼ਨ ਇਕੱਠਾ ਕਰ ਲਿਆ ਕਿ ਉਹਦੇ ਵਿੱਚ ਫਿੱਟ ਹੀ ਨਹੀਂ ਹੋ ਰਹੀ ਉਹ ਚੀਜ਼। ਤੁਸੀਂ 2 ਸਾਲ ਦਾ ਮਿਲਾ ਕੇ 80 ਤੱਕ ਨਹੀਂ ਪੁੱਜੇ, ਤੁਸੀਂ ਤੀਜੇ ਸਾਲ 'ਚ ਕਿਵੇਂ ਉਹਨੂੰ ਕੰਪਰੋਮਾਈਜ਼ ਕਰ ਲਓਗੇ ਇਸ ਚੀਜ਼ ਨੂੰ? ਤੁਸੀਂ ਅਬਜ਼ੋਰਵ ਨਹੀਂ ਕਰ ਸਕਦੇ ਇੰਨਾ ਬੜਾ ਬਰਡਨ। ਸੋ ਓਵਰਆਲ ਪਰਸੈਂਟੇਜ ਵਿਲ ਬੀ 40, ਨੋਟ ਮੋਰ ਦੈਨ 40%। ਤੁਸੀਂ ਜੇ 3rd ਈਅਰ ਵਿੱਚ 80% ਵੀ ਸਿਕਿਉਰ ਕਰਦੇ ਹੋ, ਠੀਕ ਹੈ, ਤਾਂ ਵੀ ਤੁਸੀਂ 40% ਦੇ ਉੱਪਰ ਨਹੀਂ ਗਏ। ਸੋ ਸਾਨੂੰ ਆਪਣੇ ਚੀਜ਼ਾਂ ਨੂੰ ਟਾਈਮ ਬਾਉਂਡ ਕਰਨਾ ਹੈ ਕਿ 3 ਸਾਲ 'ਚ ਮੇਰੀ ਗ੍ਰੈਜੂਏਸ਼ਨ ਹੈਗੀ ਹੈ, ਮੇਰੇ ਹਰ ਸਾਲ ਇੰਨੇ ਨੰਬਰ ਆਉਣੇ ਚਾਹੀਦੇ ਆ। ਨਹੀਂ ਮੇਰੀ ਲਾਸਟ ਈਅਰ ਘੱਟ ਆਈ ਪਰਸੈਂਟੇਜ, ਓਵਰਆਲ 'ਤੇ ਫਰਕ ਪਏਗਾ, ਤਾਂ ਮੈਂ 2nd ਈਅਰ 'ਚ ਜ਼ਿਆਦਾ ਮਿਹਨਤ ਕਰਨੀ ਹੈ। ਆ ਮੇਰੀ ਮਿਸਟੇਕ ਸੀਗੀ, ਹੈ ਨਾ। ਸੋ 3rd ਈਅਰ ਮੇਰਾ ਤੁਹਾਡਾ ਆਸਾਨ ਹੋ ਜਾਏਗਾ। ਸੋ ਟਾਈਮ ਬਾਉਂਡ ਆਪਾਂ ਰੱਖਣਾ ਹੈ। $100 ਅਕਾਊਂਟ ਜਿਹਦਾ ਬਲੋ ਹੁੰਦਾ ਹੈ, ਸਮਥਿੰਗ ਇਜ਼ ਫਿਸ਼ੀ ਓਵਰ ਦੇਅਰ, ਓਕੇ, ਬੀ ਕੇਅਰਫੁਲ। ਸਾਨੂੰ ਬਹੁਤ ਸੀਰੀਅਸਲੀ ਦੇਖਣ ਦੀ ਲੋੜ ਹੈ। ਅਕਾਊਂਟ ਬਲੋ ਨਹੀਂ ਸੀ ਹੋਣੇ ਚਾਹੀਦੇ ਕਿਸੇ ਦੇ ਵੀ। ਜਿਹਦੇ ਬਲੋ ਹੋ ਰਿਹਾ ਉਹ ਰੂਲ ਤੋੜ ਰਿਹਾ। ਸਿੰਪਲ ਚੈੱਕ ਕਰੋ ਕਿਹੜਾ ਰੂਲ ਤੋੜ ਰਿਹਾ, ਓਵਰ ਟ੍ਰੇਡ ਕਰ ਰਿਹਾ, ਰਿਸਕ ਜ਼ਿਆਦਾ ਲੈ ਰਿਹਾ ਹੈ, ਜਾਂ ਲੋਡ ਸਾਈਜ਼ ਮਾਰਜਿਨ ਨਾਲ ਵਧਾ ਰਿਹਾ, ਜਾਂ ਫਿਰ ਓਵਰਆਲ ਬ੍ਰੇਕਾਂ ਗੱਡੀ 'ਚ ਹੈ ਹੀ ਨਹੀਂ ਹੈ, ਸਟਾਪ ਲਾਸ, ਓਕੇ, ਜਾ ਰਹੇ ਹੋ। ਇੱਕੋ ਟ੍ਰੇਡ ਸਾਨੂੰ ਸਾਰਾ ਹੁੰਜਾ ਫੇਰ ਜਾਏਗੀ, ਠੀਕ ਹੈ, ਪੂਰੇ ਮਹੀਨੇ ਦੀ ਟ੍ਰੇਡਸ ਦਾ, ਓਕੇ। -$23,000 I am the witness. -$23,000, ਓਕੇ। ਬਾਰ-ਬਾਰ ਮੈਂ ਆਈ ਥਿੰਕ ਕਿੰਨੇ ਵਾਰ ਇਹ ਚੀਜ਼ਾਂ ਦੱਸ ਚੁੱਕਿਆ ਨਾ। $23,000 ਦਾ ਲੋਸ 0.30 ਦੇ ਲੋਟ 'ਤੇ ਗੋਲਡ ਦੇ ਵਿੱਚ, ਸੈੱਲ ਦੇ ਵਿੱਚ, -$23,000। ਸੋ ਇੰਨੀ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਬ੍ਰੇਕਸ ਦੀ, ਸਟਾਪ ਲੋਸ ਦੀ। ਸੋ ਜੇ ਕਿਸੇ ਦਾ ਅਕਾਊਂਟ ਬਲੋ ਹੋ ਰਿਹਾ, ਓਵਰ ਟ੍ਰੇਡ ਕਰ ਰਹੇ ਹੋ, ਓਵਰ ਸਾਈਜ਼ ਰੱਖ ਰਹੇ ਹੋ, ਜਾਂ ਸਟਾਪ ਲੋਸ ਨਹੀਂ ਲਗਾ ਰਹੇ ਹੋ, ਰਿਸਕ ਰਿਵਾਰਡ ਤੁਸੀਂ ਦੇਖ ਹੀ ਨਹੀਂ ਰਹੇ, ਓਕੇ। ਨਿਊਜ਼ ਦੇ ਵਿੱਚ ਜੋ ਵੀ ਹੈ ਆਪਣੀ ਗਲਤੀ ਦੇਖੋ, ਸਾਨੂੰ ਪੁੱਛੋ, ਜਰਨਲ ਸ਼ੋਅ ਕਰੋ ਪਲੀਜ਼। ਜੇ ਆਪਾਂ ਹੁਣ ਜਰਨਲ ਦੀ ਗੱਲ ਕਰੀਏ, ਹੁਣ ਪਤਾ ਹੈ ਸਮਾਰਟ ਦਾ ਪਤਾ ਲੱਗ ਗਿਆ ਆਬਜੈਕਟਿਵ ਦਾ। ਯੈਸ ਵੀਰ ਜੀ। ਇਹ ਨਹੀਂ ਜੀ ਮੈਂ ਜੀ ਅਗਲੇ ਵਾਰ ਆਪਣੇ ਸਹੁਰੇ ਪਿੰਡ ਹੈਲੀਕਾਪਟਰ ਜਾਣਾ ਜੀ ਅਗਲੇ ਮਹੀਨੇ, ਇੱਦਾਂ ਨਹੀਂ ਹੋ ਸਕਦਾ, ਓਕੇ। ਇੱਦਾਂ ਦੇ ਆਬਜੈਕਟਿਵ ਰੱਖਣੇ ਨਹੀਂ ਆਪਾਂ ਨੇ। ਦੁਬਈ ਜਾਣਾ ਪਏਗਾ ਇਹਦੇ ਲਈ, ਰਾਜਾ ਬੈਂਕ ਬਣਨਾ ਪਏਗਾ। ਹਾਂਜੀ, ਉਹ ਵੀ 2 ਸਾਲ 'ਚ ਨਹੀਂ ਬਣ ਗਿਆ, ਉਹਨੇ ਵੀ 5-6 ਸਾਲ ਧੱਕੇ ਖਾਏ ਵਿਚਾਰੇ ਨੇ, ਤਾਂ ਅੱਜ ਉਹ ਇੰਜੋਏ ਕਰ ਰਿਹਾ ਲਾਈਫ ਨੂੰ, ਠੀਕ ਹੈ, ਓਕੇ। ਸੋ ਇੱਥੇ ਸਿਰਫ ਆਪਾਂ ਸਿੱਖਣ ਆਏ ਹਾਂ। ਸਾਡਾ ਆਬਜੈਕਟਿਵ ਹੈਗਾ ਅਸੀਂ ਸਾਲ ਵਿੱਚ 80% ਤੱਕ ਜਾਣਾ ਹੈ। ਸਾਡਾ $100 ਦਾ ਅਕਾਊਂਟ ਅਸੀਂ 8,000 ਦਾ ਕਰਨਾ, ਹੋ ਜਾਏਗਾ, ਪੋਸੀਬਲ ਹੈ। ਲੇਕਿਨ ਪਹਿਲਾ 1 ਮਹੀਨਾ ਜਦੋਂ ਤੱਕ ਸਾਡਾ $100 ਦਾ ਅਕਾਊਂਟ 200 ਦਾ ਨਹੀਂ ਹੋਇਆ, ਲੋਡ ਸਾਈਜ਼ ਸੇਮ ਰੱਖੋ। ਜਦੋਂ 200 ਹੋ ਗਿਆ 0.02 ਕਰ ਦਿਓ, 300 ਹੋ ਗਿਆ 0.03 ਕਰ ਦਿਓ, ਇੱਦਾਂ ਵਧਾਉਂਦੇ ਜਾਓ ਪੇਸ਼ੈਂਸ ਨਾਲ। ਇਹ ਇੱਕ ਪੂਰੀ ਥਿਓਰੀ, ਪੂਰੀ ਸਾਇੰਸ ਹੈਗੀ ਹੈ। ਇਹ ਸਾਨੂੰ 2 ਦਿਨ 4 ਦਿਨ 'ਚ ਨਹੀਂ ਆਏਗੀ। ਨੋ, ਵੀ ਆਰ ਨੋਟ ਇਨ ਦ ਰੇਸ ਵਿਦ ਐਨੀਵਨ, ਵੀ ਆਰ ਅਗੇਂਸਟ ਦ ਰੇਸ ਵਿਦ ਅਵਰ ਸੈਲਫ। ਜੀ ਹਰਿੰਦਰ ਭਾਜੀ। ਭਾਜੀ ਮੈਂ ਸਾਰੀ ਚੀਜ਼ ਨਾਲ ਐਗਰੀ ਹਾਂ, ਬਟ ਇਫ ਅਕਾਊਂਟ ਇਜ਼ ਡਬਲਿੰਗ ਇਨ ਅ ਸਿੰਗਲ ਡੇ ਫॉर ਐਨੀ ਟ੍ਰੇਡਰ, ਉਹਨੂੰ ਵੀ ਕਰਨਾ ਚਾਹੀਦਾ ਭਾਜੀ। ਮੈਨੂੰ ਤਾਂ ਪਹਿਲੇ ਤੇ 50% ਵਿਡਰਾਲ ਕਰਕੇ ਇੰਜੋਏ ਕਰ ਲੈ। ਪਹਿਲਾਂ ਮੈਨੂੰ ਤਾਂ ਤੁਹਾਤੇ ਜੈਲਸੀ ਹੋ ਰਹੀ ਹੈ। ਭਾਜੀ ਮੈਂ ਆਈ ਵਿਲ ਸਪੀਕ। ਮੈਨੂੰ ਅੱਜ ਇਹ ਲੱਗ ਰਿਹਾ ਕਿ ਸਾਰਾ ਸੈਸ਼ਨ ਮੇਰੇ ਨਾਲ ਰਿਲੇਟਿਵ ਆ, ਜੋ ਵੀ ਮੈਂ ਕੀਤਾ, ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ। ਮੈਨੂੰ ਪਤਾ ਮੈਂ ਟੀਮ 'ਚ ਮੈਸੇਜ ਛੱਡਿਆ ਸੀ। ਹਾਂਜੀ, ਤੁਹਾਨੂੰ ਕਿਵੇਂ ਕਿਤੇ ਇਸਦਾ ਲੱਗਿਆ ਕਿ ਮੈਂ ਤੁਹਾਨੂੰ ਕੋਈ ਗੱਲ ਸੁਣਾਈ ਹੈ ਇਦਾਂ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਜੋ ਵੀ ਜਿੱਦਾਂ ਹੁਣ ਬਾਕੀ ਵੀ ਹੋਣਗੇ, ਮੈਨੂੰ ਇਹ ਲੱਗ ਰਿਹਾ ਕਿ ਮੇਰੇ ਲਈ ਇਹ ਬਹੁਤ ਵੱਡਾ ਲੈਸਨ ਆ ਰਿਹਾ ਆ
ਕਿ ਮੈਨੂੰ ਪਤਾ ਮੈਂ ਟੀਮ 'ਚ ਮੈਸੇਜ ਛੱਡਿਆ ਸੀਗਾ एवरीवन ਸ਼ੌਕ ਇਵਨ ਆਈ ਵਾਸ ਸ਼ੌਕ ਕਿਹੜਾ ਮੈਸੇਜ ਉਹ ਮੈਂ ਪਾਇਆ ਸੀ ਭਾਜੀ ਡਿਸਕਾਰਡ ਦੇ ਵਿੱਚ ਅਸੀਂ ਕਿਸੇ ਨੇ ਮੈਸੇਜ ਦੇਖਿਆ ਨਹੀਂ ਹੈ ਕਿਸੇ ਨੇ ਮੈਸੇਜ ਦੇਖਿਆ ਬਈ ਉਹ ਅਸੀਂ ਤੇ ਆਡੀ ਵਾਲਾ ਮੈਸੇਜ ਦੇਖਿਆ ਸੀ ਵੀਰ ਜੀ ਅੱਜਕੱਲ ਆਡੀ ਚਲਾ ਰਹੇ ਦੇਖਿਆ ਵੀਰ ਜੀ ਨਹੀਂ ਦੇਖਿਆ ਕਿਸੇ ਨੇ ਮੈਸੇਜ ਨਹੀਂ ਦੇਖਿਆ ਰਾਈਟ ਓਕੇ ਗੋ ਹੈਡ ਹਾਂਜੀ ਹਰਿੰਦਰ ਹੁਣ ਤੁਸੀਂ ਦੱਸ ਸਕਦੇ ਪਲੀਜ਼ ਤੁਸੀਂ ਨੈਕਸਟ 15 ਮਿੰਟ ਤੁਹਾਡੇ ਹਾਂਜੀ ਸਪੀਕ ਭਾਜੀ ਫਰਮ ਯੂਰ ਹਾਰਟ ਐਕਚੁਅਲੀ ਭਾਜੀ ਆਵਾਜ਼ ਕੱਟ ਰਹੀ ਹੈ ਭਾਜੀ ਉੱਤੇ ਵੀ ਜੀ ਲਗਾਉਣਾ ਪਊ ਜੀ ਹਰਿੰਦਰ ਹਾਂਜੀ ਇਕੋ ਹਰਿੰਦਰ ਵੀਰ ਡਿਸਕਨੈਕਟ ਜੀ ਕਰਕੇ VPN ਚੇਂਜ ਕਰੋ ਲੀਜ਼ ਲਾਈਨ ਇੱਕ ਦੁਬਈ 'ਚ ਵੀ ਦੇਣੀ ਪੈਣੀ ਹੈ ਭਾਜੀ ਦੁਬਈ ਦਾ VPN network ਬਣਾਉਣਾ ਪੈਣਾ ਹੈ ਤੁਸੀਂ ਇਹ ਯਕੀਨ ਕਰੋ 300 Mbps ਪਰ ਸੈਕਿੰਡ ਦੀ ਦੱਸਦੇ ਨੇ ਉਹ ਤੇ 10000 ਰੁਪਇਆ ਲੈਂਦੇ ਨੇ ਪਰ ਮੰਥ 450 ਦਾ ਪੈਕੇਜ ਹੈਗਾ ਬੇਸਿਕ 750 ਵਰਚੁਅਲ ਪ੍ਰਾਈਵੇਟ ਨੈਟਵਰਕ ਬਣਾ ਕੇ ਦੇ ਦਿੰਦੇ ਆ ਇਧਰੋਂ ਹੀ ਮਤਲਬ ਹੱਦ ਹੈ ਸਭ ਤੋਂ ਮਹਿੰਗਾ ਇੰਟਰਨੈਟ ਹੈ ਵਰਲਡ ਦਾ ਦੁਬਈ ਸਭ ਤੋਂ ਫਾਸਟ ਵੀ ਹੈਗਾ ਬਟ ਸਭ ਤੋਂ ਮਹਿੰਗਾ ਵੀ ਹੈ ਬਟ ਕੁਆਲਿਟੀ ਨਹੀਂ ਹੈ ਕਹਿੰਦੇ ਹੀ ਨੇ ਫਾਸਟ ਹੈ ਭਾਜੀ ਹੁਣ ਆ ਰਹੀ ਹੈ ਆਵਾਜ਼ ਜੀ ਹਾਂਜੀ ਹੁਣ ਆ ਰਹੀ ਹੁਣ ਆ ਰਹੀ ਹੈ ਆਵਾਜ਼ ਜੀ ਓਕੇ ਹੈ ਜੀ ਓਕੇ ਭਾਜੀ ਸਭ ਹਾਂਜੀ ਉਹ ਜਿਸ ਦਿਨ ਨਾ ਮੈਂ ਮੈਸੇਜ ਛੱਡਿਆ ਮੈਨੂੰ ਐਕਚੁਅਲੀ ਮੈਂ ਕਿਉਂਕਿ ਮੈਨੂੰ ਇਦਾਂ ਫੀਲ ਹੋ ਰਿਹਾ ਸਾਰੀ ਮੇਰੀ ਫੈਮਿਲੀ ਆ ਜਿੱਦਾਂ ਦਾ ਮੈਨੂੰ ਰਿਸਪੌਂਸ ਆਇਆ ਨਾ ਮੈਨੂੰ ਦਲਜੀਤ ਦਾ ਫੋਨ ਆਇਆ ਮੈਨੂੰ ਮਨਪ੍ਰੀਤ ਦਾ ਅਮਨ ਦੇ ਹਰਸਿਮਰਨ ਤੁਹਾਡੇ ਫੋਨ ਆਏ ਮਤਲਬ ਸਾਰਿਆਂ ਦੇ ਫੋਨ ਆਏ ਮੈਨੂੰ ਮੇਰਾ ਫੋਨ ਆਇਆ ਆਈ ਫੀਲ ਲਾਈਕ ਕਿ ਮੇਰੀ ਫੈਮਿਲੀ ਮੈਂ ਤੁਹਾਨੂੰ ਕੋਈ ਫੋਨ ਨਹੀਂ ਕੀਤਾ ਸੌਰੀ ਫॉर ਇੰਟਰਪਸ਼ਨ ਮਤਲਬ ਕਿ ਯੂ ਜਸਟ ਸੈਡ ਕਿ ਬੀ ਸਟਰੋਂਗ ਤੇ ਜਿੱਦਾਂ ਨੈਕਸਟ ਡੇ ਆਪਣੀ ਹੋਈ ਗੱਲ ਮੀਟਿੰਗ 'ਚ ਕਿ ਵੈਲਕਮ ਬੈਕ ਮਤਲਬ ਕਿ ਮੈਨੂੰ ਜਿਮ ਜਾਣ ਵਾਲੇ ਬੰਦੇ ਨੂੰ ਮੈਂ ਕਹਾਂ ਇੱਕ ਜਿਮ ਜਾਣ ਵਾਲੇ ਬੰਦੇ ਨੂੰ ਮੈਂ ਕਹਾਂ ਕਿ ਬੀ ਸਟਰੋਂਗ ਤਾਂ ਇਹ ਮੇਰੇ ਵਾਸਤੇ ਵੀ ਚੰਗੀ ਗੱਲ ਨਹੀਂ ਹੈਗੀ ਜੀ ਭਾਜੀ ਮੇਰਾ ਟ੍ਰੇਡਿੰਗ ਸਟਾਈਲ ਇਦਾਂ ਦਾ ਆ ਮੈਂ ਐਕਚੁਅਲੀ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਮੇਰੇ ਵਾਂਗੂ ਕੋਈ ਰਿਸਕ ਲਵੇ ਜਾਂ ਜੋ ਵੀ ਲਵੇ ਮੈਂ ਨਾ ਲਾਸਟ ਵੀਕ ਆਈ ਪੁੱਟ $500 ਆਈ ਮੇਕ 5000 ਇਨ 5 days ਮਤਲਬ 500 ਦਾ 5000 ਮੈਂ ਬਣਾਇਆ ਮੇਰੇ ਕੋਲ ਉਹਦਾ ਪ੍ਰੂਫ ਵੀ ਆ ਸਭ ਕੁਝ ਹੈਗਾ ਨਾ ਉਹਦਾ ਮੇਰਾ ਉਸ ਤੋਂ ਬਾਅਦ ਆਬਜੈਕਟਿਵ ਸੀਗਾ ਕਿ 0 ਲਾਈ ਆ 500 ਦੇ ਪਿੱਛੇ 5000 ਹੋ ਗਿਆ ਤੇ 5000 ਨੂੰ ਕਰਨਾ 50000 ਇਨ ਲਾਈਕ ਨੈਕਸਟ 5 days ਪਰ ਉਹਦਾ ਸਵੇਰੇ ਜਿੱਦਾਂ ਮੈਂ ਮਾਰਨਿੰਗ ਟ੍ਰੇਡ ਲਿਆ ਨਾ ਮਾਰਨਿੰਗ 'ਚ ਇਹਦਾ ਆਸਟ੍ਰੇਲੀਆ USD ਦਾ ਆਈ ਨੋ ਕਿ ਉਹ ਪਹਿਲਾਂ ਥੋੜਾ ਦੇਖ ਕੇ ਕਰਨਾ ਚਾਹੀਦਾ ਪਰ ਜਿੱਦਾਂ ਤੁਸੀਂ ਕਿਹਾ ਕਿ ਮਾਰਕੀਟ ਨੇ ਇੱਕੋ ਕੈਂਡਲ ਹੀ 500 ਪਿਪਸ ਦੀ ਬਣਾਈ ਆ 1 ਪਿਪ ਦੀ ਬਣਾਈ ਉਹ ਚਲੋ ਟ੍ਰੇਡਿੰਗ ਦੇ ਰਿਲੇਟਿਡ ਇਹੀ ਕੁਐਸਚਨ ਆ ਕਿ ਉਸ ਚੀਜ਼ ਨੂੰ ਹੁਣ ਜਿੱਦਾਂ ਮੈਂ ਕੱਲ ਵੀ ਅਕਾਊਂਟ ਮੇਰਾ ਸੀਗਾ ਇਟਸ ਆਲਮੋਸਟ ਡਬਲ ਅੱਜ ਵੀ ਜਿਹੜੀ ਅੱਜ ਦੀ ਅਮਾਉਂਟ ਸੀ ਉਹ ਵੀ ਡਬਲ ਹੋ ਗਈ ਆ ਉਸ ਚੀਜ਼ ਨੂੰ ਫਿਰ ਕਿਸ ਹਿਸਾਬ ਨਾਲ ਤੁਸੀਂ ਕਰ ਸਕਦੇ ਕੰਟਰੋਲ ਭਾਜੀ ਦੇਖੋ ਤੁਸੀਂ ਸਪੋਜ਼ ਕੱਲ ਨੂੰ ਮੇਰਾ ਜਿੱਦਾਂ ਹੁਣ ਪਰਸੋਂ 150 ਦਾ ਸੀ ਕੱਲ 300 ਹੁਣ ਅੱਜ ਹੈਗਾ 850 ਦੇ ਲੱਗੇ ਹੁਣ ਟੁਮਾਰੋ ਇਟਸ ਗੋਣਾ ਬੀ ਆਈ ਨੋ ਅਰਾਊਂਡ 2000 ਇਟ ਕੈਨ ਬੀ 0 ਟੁਮਾਰੋ ਰਾਈਟ ਆਪਾਂ ਜ਼ੀਰੋ ਹੋਣ ਦੇ ਚਾਂਸ ਬਹੁਤ ਘੱਟ ਆ ਪਰ ਉਸ ਚੀਜ਼ ਨੂੰ ਫਿਰ ਕੰਟਰੋਲ ਕਿੱਦਾਂ ਕਰ ਸਕਦੇ ਆ ਭਾਜੀ no it can be 0 tomorrow maybe the fourth trade is a bad luck ਉਹ ਤੁਹਾਡਾ ਉਹੀ fourth trade ਤੁਹਾਨੂੰ ਅਗੇਂਸਟ ਕਿਉਂਕਿ ਤੁਸੀਂ ਲੋਡ ਸਾਈਜ਼ ਉੱਥੇ ਕੰਟਰੋਲ ਨਹੀਂ ਰੱਖਿਆ ਤੁਸੀਂ ਬ੍ਰੇਕਾਂ ਹੀ ਕੱਢ ਛੱਡੀਆਂ ਯਾਰ ਫਰਾਰੀ ਤੋਂ ਠੀਕ ਹੈ ਜੀ ਭਾਜੀ ਪੈਨਲਟੀ ਤਾਂ ਆਏਗੀ ਪਰ ਭਾਜੀ ਕਿਸੇ ਨੂੰ ਇੰਜਰ ਵੀ ਕਰਨਾ ਮੇਰਾ ਭਾਜੀ ਹਾਂਜੀ ਮੇਰਾ ਜਿਹੜਾ ਮੇਰਾ ਟਾਰਗੇਟ ਅਚੀਵ ਹੋ ਗਿਆ ਨਾ ਦੈਨ ਆਈ ਪ੍ਰੋਮਿਸ ਮੈਂ ਆਪਣੇ ਨਾਲ ਹਰ 2 ਮਹੀਨੇ 10 ਟ੍ਰੇਡਰ ਲਿਆ ਕਰੂੰਗਾ ਤੇ ਮੈਂ ਉਹਨਾਂ ਦੇ ਅਕਾਊਂਟ 4 to 5 ਟਾਈਮਸ ਇਨ ਅ ਮੰਥ ਆਈਲ ਟ੍ਰਾਈ ਟੂ ਡੂ ਦੈਟ ਆਪਣੀ ਟੀਮ ਦੇ ਲਈ ਸਪੈਸ਼ਲੀ ਭਾਜੀ ਤੁਹਾਨੂੰ ਮੈਂ ਨਾ ਸਟੂਡੀਓ ਬਣਾ ਕੇ ਦਊਂਗਾ ਆਫਲਾਈਨ ਸੈਂਟਰ 'ਚ ਇੰਡੀਆ ਤੁਸੀਂ ਆਣਾ ਹੈ ਮੇਰੇ ਨਾਲ ਬੈਠਣਾ ਇੱਥੇ ਠੀਕ ਹੈ ਮੈਂ ਵੀ ਉੱਥੇ ਬੈਠ ਫॉर ਸ਼ੋਰ ਭਾਜੀ ਮੇਰਾ ਭਾਜੀ ਸਾਰੀ ਟੀਮ ਨਾਲ ਪ੍ਰੋਮਿਸ ਆ ਮੇਰਾ ਵਾਂਸ ਆਈ ਅਚੀਵ ਮਾਈ ਟਾਰਗੇਟ ਐਵਰੀ ਮੰਥ ਆਮ ਗੋਣਾ ਟੇਕ 10 ਸੀਰੀਅਸ ਟ੍ਰੇਡਰ ਤੇ ਉਹਨਾਂ ਦੇ ਅਕਾਊਂਟ 4 to 5 ਟਾਈਮਸ ਜਿਹੜੀ ਮਰਜ਼ੀ ਉਹਨਾਂ ਦੀ ਹੋਵੇ ਅਮਾਉਂਟ ਮੇਬੀ $100 $5,000 ਐਨੀਥਿੰਗ ਦੈਟਸ ਗ੍ਰੇਟ ਬਟ ਇਹ ਨਾ ਹੋਵੇ ਕਿ ਉਹ ਵਿਚਾਰੇ ਸਟ੍ਰੈਚਰ ਤੇ ਆਣ ਸੀਰੀਅਸ ਹੋ ਕੇ ਬਾਅਦ ਨਹੀਂ ਭਾਜੀ ਨਹੀਂ ਇਦਾਂ ਦਾ ਨਹੀਂ ਹੋਏਗਾ ਕਿਉਂਕਿ ਭਾਜੀ ਆਈ ਨੋ ਹਾਊ ਟੂ ਡਬਲ ਦਾ ਅਕਾਊਂਟ ਪਰ ਉਹ ਜਿਹੜਾ ਉਹ ਮੇਰਾ ਸਭ ਤੋਂ ਵੱਡਾ ਮੇਰਾ ਤੁਸੀਂ ਇਹ ਕਹਿ ਲਓ ਕਿ ਫੋਰੈਕਸ ਵਿੱਚ ਮੇਰਾ ਸਭ ਤੋਂ ਵੱਡਾ ਲਾਸ ਇਹ ਹੋਇਆ ਮੇਰਾ ਆਈ ਮੇਕ 5 to 5000 ਦੈਨ 5000 ਤੋਂ ਅਗੇਨ ਜਿਹੜਾ ਬੈਕ ਹੋਇਆ ਉਹ ਮੈਨੂੰ ਚੀਜ਼ ਕਾਫੀ ਹਿੱਟ ਕੀਤਾ ਤੁਹਾਨੂੰ ਕਿਉਂ ਹਿੱਟ ਕੀਤੀ ਮੰਡੇ ਤੁਹਾਡੀ ਅਸਲ ਜਿਹੜੀ ਪੈਸਾ ਸੀਗਾ ਉਹ ਤਾਂ $50 ਸੀ ਨਾ
500 ਸੀ ਨਾ ਆਪਣੇ ਹਾਂਜੀ ਹਾਂਜੀ ਰਾਈਟ 500 ਹਾਂਜੀ ਭਾਜੀ ਜਿਹੜੇ ਪਰ ਉਹਨਾਂ ਤੁਹਾਡੇ- ਥੱਲੇ ਨਹੀਂ ਗਿਆ ਉਹ ਨਹੀਂ ਹਾਂਜੀ, ਹਾਂਜੀ, ਜਿਹੜਾ ਉਹਨਾਂ ਥੱਲੇ ਤੁਹਾਡਾ ਨਹੀਂ ਗਿਆ। ਨਹੀਂ ਜਿਹੜਾ ਤੁਹਾਡਾ 5000 ਗਿਆ ਹੈ ਤੁਹਾਨੂੰ ਉਹਦਾ ਕੀ ਅਫਸੋਸ ਹੈ ਬਿਕੋਜ਼ ਯੂ ਆਰ ਡੂਇੰਗ ਐਕਸਪੈਰੀਮੈਂਟ ਨਾ 4500 ਤੁਹਾਡਾ ਗਿਆ ਹਾਂਜੀ, ਤੁਹਾਡਾ ਨਹੀਂ ਹਾਂਜੀ। ਸੀ ਨਾ ਤੁਸੀਂ ਮਾਰਕੀਟ ਤੋਂ ਬਣਾਇਆ ਸੀ ਨਾ ਮਾਰਕੀਟ ਲੈ ਕੇ ਤੇ ਬਿਲਕੁਲ ਭਾਜੀ। ਉਹਦਾ ਅਫਸੋਸ ਕਿਉਂ ਤੁਹਾਡਾ 500 ਦਾ ਪਿਆ ਨਾ ਅਕਾਊਂਟ ਦੇ ਵਿੱਚ ਹਾਂਜੀ 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 ਉਹ ਤਾਂ ਤੁਹਾਡੇ ਆਪਣੇ ਕੈਪੀਟਲ ਦਾ ਇੰਨਾ pay ਹੈ ਡਾਊਨ ਨਾ। ਵੀ ਨਹੀਂ ਗਿਆ ਸੋ ਹਾਂਜੀ ਸੋ ਹਾਂਜੀ ਸੋ ਡੋਂਟ ਇਹਦਾ ਅਫਸੋਸ ਨਾ ਕਰੋ ਮਤਲਬ ਮੈਨੂੰ ਇਹ ਪਤਾ ਹੈ ਭਾਜੀ ਟ੍ਰੇਡਿੰਗ ਦੇ ਵਿੱਚ ਨਾ ਹੁਣ ਜਿੱਦਾਂ ਮੇਬੀ ਸ਼ਾਇਦ ਇੰਨਾ ਐਕਸਪੀਰੀਅੰਸ